ਕ੍ਰਿਸ਼ਨ ਚੰਦਰ ਦਾ ਲਿਖਿਆ ਤੇ ਧਰਮਿੰਦਰ ਸ਼ਾਹਿਦ ਦਾ ਅਨੁਵਾਦਿਤ ਨੋਵਲ ਹੈ ਇੱਕ ਔਰਤ ਹਜ਼ਾਰ ਦੀਵਾਨੇ। ਅਧਿਆਇ 8ਵਾਂ। ਅੱਜ-ਕੱਲ ਲਾਚੀ ਮਾਮਨ ਤੇ ਆਪਣੀ ਮਾਂ ਨਾਲ ਜ਼ਿਆਦਾ ਗੱਲਾਂ ਨਹੀਂ ਕਰਦੀ ਸੀ। ਇੰਨੇ ਕਰੀਬੀ ਰਿਸ਼ਤੇ 'ਚ ਅਜਨਬੀਆਂ ਵਰਗਾ ਰੱਖ ਰਖਾਓ ਆ ਗਿਆ ਸੀ। ਘੱਟੋ ਘੱਟ ਗੱਲਾਂ ਹੁੰਦੀਆਂ ਸਨ ਤੇ ਗੈਰਤ ਦੇ ਪਰਦੇ 'ਚ ਹੁੰਦੀਆਂ ਸਨ। ਲਾਚੀ ਆਪਣੇ ਤੰਬੂ 'ਚ ਪਹੁੰਚਦੀ ਸੀ ਤੇ ਪਹੁੰਚਦੇ ਹੀ ਮਾਮਨ ਤੇ ਆਪਣੀ ਮਾਂ ਲਈ ਖਾਣਾ ਪਕਾਉਂਦੀ ਸੀ, ਭਾਂਡੇ ਮਾਂਜਦੀ ਸੀ ਤੇ ਖੁਦ ਵੀ ਖਾਣਾ ਖਾ ਲੈਂਦੀ ਸੀ। ਪਰ ਜਦੋਂ ਸੌਣ ਦਾ ਸਮਾਂ ਆਉਂਦਾ ਤਾਂ ਚਟਾਈ ਲੈ ਕੇ ਤੰਬੂ ਦੇ ਅੰਦਰ ਸੌਂ ਜਾਂਦੀ। ਰਾਤ ਦੇ 2 ਵਜੇ ਜਾਂ ਤਾਂ ਜਾਗਦੀ ਰਹਿੰਦੀ ਤੇ ਜੇ ਸੌਂ ਜਾਂਦੀ ਤਾਂ ਰਾਤ ਦੇ 2 ਵਜੇ ਖੁਦ ਬਖੁਦ ਉਹਦੀ ਅੱਖ ਖੁੱਲ ਜਾਂਦੀ ਤੇ ਭੱਜ ਕੇ ਪੁਲ ਤੇ ਪਹੁੰਚਦੀ। ਅੱਜ ਵੀ ਉਹਨੇ ਇੰਜ ਹੀ ਕੀਤਾ। ਉਹਨੇ ਦੂਰ ਤੋਂ ਹੀ ਵੇਖ ਲਿਆ ਕਿ ਪੁਲ ਤੇ ਰਾਤ ਦੀ ਟਿਕਟਿਕੀ 'ਚ ਕੋਈ ਧੁੰਦਲਾ ਜਿਹਾ ਪਰਛਾਵਾਂ ਖੜਾ ਹੈ। ਮੁਹੱਬਤ ਤੇ ਸ਼ੌਕ ਨਾਲ ਉਹਦੇ ਕਦਮ ਤੇਜ਼ ਹੋ ਗਏ ਤੇ ਉਹ ਕਾਹਲੀ ਨਾਲ ਪੁਲ ਦੇ ਉੱਪਰ ਪਹੁੰਚੀ। ਪਰ ਉੱਥੇ ਪੁੱਜ ਕੇ ਜਦੋਂ ਪਰਛਾਵਾਂ ਉਸ ਵੱਲ ਮੁੜਿਆ ਤਾਂ ਉਹਨੂੰ ਦੇਖ ਕੇ ਤਰਬਕ ਗਈ। ਇਹ ਗੁੱਲ ਨਹੀਂ ਸੀ। ਪਤਲੇ ਤੇ ਕਮਜ਼ੋਰ ਜਿਸਮ ਵਾਲਾ, ਸੁੱਕੀਆਂ ਗੱਲਾਂ ਵਾਲਾ, ਬੌਣੇ ਜੇ ਕੱਦ ਵਾਲਾ, ਕੰਡੇ ਵਾਲਾ ਸੀ। ਰਾਮੂ, ਲਾਚੀ ਜ਼ੋਰ ਨਾਲ ਚੀਕੀ, ਤੂੰ ਇੱਥੇ ਕਿਵੇਂ? ਫਿਰ ਉਹ ਇੱਕਦਮ ਘਬਰਾ ਕੇ ਬੋਲੀ, ਗੁੱਲ ਕਿੱਥੇ ਆ? ਹਸਪਤਾਲ 'ਚ ਹੈ। ਲਾਚੀ ਹੈਰਾਨ ਹੋ ਕੇ ਬੋਲੀ। ਫਿਰ ਉਹਦੀ ਜ਼ੁਬਾਨ ਖੁਦ ਬਖੁਦ ਬੰਦ ਹੋ ਗਈ। ਉਹ ਅੱਗੇ ਕੁਝ ਵੀ ਨਾ ਬੋਲ ਸਕੀ। ਫਟੀਆਂ ਅੱਖਾਂ ਨਾਲ ਰਾਮੂ ਨੂੰ ਵੇਖਣ ਲੱਗੀ। ਰਾਮੂ ਹੌਲੀ ਜਿਹੀ ਬੋਲਿਆ, ਉਹ ਇੱਥੋਂ ਬਾਜ਼ਾਰ ਨੂੰ ਪੈਦਲ ਜਾ ਰਿਹਾ ਸੀ। ਅਗਲੇ ਦੇ ਮੋੜ ਤੇ ਜਿੱਥੇ ਸੜਕ ਦੇ ਕਿਨਾਰੇ ਬੜੇ ਆਦਮੀਆਂ ਦੇ ਬੰਗਲੇ ਹਨ, ਬਹੁਤ ਬੜੇ ਝਾੜ ਨੇ, ਉੱਥੋਂ ਇੱਕ ਆਦਮੀ ਨਿਕਲਿਆ ਤੇ ਉਹਨੇ ਪਿੱਛੋਂ ਗੁੱਲ ਦੀ ਪਿੱਠ 'ਚ ਛੁਰਾ ਖੋਪ ਦਿੱਤਾ। ਹਾਏ! ਲਾਚੀ ਨੇ ਆਪਣਾ ਹੱਥ ਆਪਣੇ ਮੂੰਹ ਤੇ ਰੱਖ ਲਿਆ। ਗੁੱਲ ਨੇ ਉਹਨੂੰ ਫੜਨਾ ਚਾਹਿਆ ਪਰ ਰਾਤ ਦੀ ਸੁੰਨਮਸਾਨ 'ਚੋਂ ਆਪਣਾ ਆਪ ਛੁਡਾ ਕੇ ਆਦਮੀ ਭੱਜ ਗਿਆ ਤੇ ਦਰਖਤਾਂ 'ਚ ਗੁੰਮ ਹੋ ਗਿਆ। ਗੁੱਲ ਖੂਨ ਨਾਲ ਲੱਥਪੱਥ ਸੜਕ ਤੇ ਲੇਟਣ ਲੱਗਿਆ। ਇਤਫਾਕ ਨਾਲ ਮੈਂ ਉਸੇ ਵਕਤ ਆਪਣੇ ਘਰ ਜਾ ਰਿਹਾ ਸੀ। ਮੈਂ ਅਰਲਾ 'ਚ ਹੀ ਰਹਿਣਾ, ਜਿੱਧਰ ਬਿਜਲੀ ਵਾਲਿਆਂ ਦਾ ਦਫ਼ਤਰ ਹੈ, ਉਹਦੇ ਪਿੱਛੇ। ਮੈਂ ਹੌਲੀ ਜਾ ਰਿਹਾ ਸੀ ਕਿ ਰਸਤੇ 'ਚ ਮੈਂ ਕਿਸੇ ਦੇ ਸਿਸਕਣ ਦੀ ਆਵਾਜ਼ ਸੁਣੀ। ਮੁੜ ਕੇ ਵੇਖਿਆ ਤਾਂ ਉਹ ਗੁੱਲ ਸੀ, ਜ਼ਮੀਨ ਤੇ ਪਿਆ ਸੀ। ਮੈਂ ਉਹਨੂੰ ਚੁੱਕਿਆ, ਰਸਤੇ 'ਚ ਆਉਂਦੀ ਹੋਈ ਲਾਰੀ ਨੂੰ ਰੋਕਿਆ। ਹੁਣ ਉਹਨੂੰ ਬਾਂਦਰਾ ਦੇ ਹਸਪਤਾਲ ਪੁੱਜਦਾ ਕਰ ਇੱਧਰ ਤੇਰੇ ਵੱਲ ਆਇਆ। ਮੈਨੂੰ ਗੁੱਲ ਨੇ ਕਿਹਾ ਸੀ ਕਿ ਤੂੰ ਮੈਨੂੰ ਇੱਥੇ ਮਿਲੇਂਗੀ। ਲਾਚੀ ਨੇ ਘਬਰਾ ਕੇ ਪੁੱਛਿਆ, ਕੀ ਹਾਲ ਹੈ ਉਹਦਾ? ਰਾਮੂ ਨੇ ਜਵਾਬ ਦਿੱਤਾ, ਉਹਦੇ ਜਿਸਮ 'ਚੋਂ ਖੂਨ ਤਾਂ ਕਾਫੀ ਨਿਕਲਿਆ, ਪਰ ਡਾਕਟਰ ਕਹਿੰਦੇ ਸੀ ਉਹ ਬਚ ਜਾਏਗਾ। ਤੂੰ ਮੈਨੂੰ ਕਾਹਲੀ ਨਾਲ ਹਸਪਤਾਲ ਲੈ ਚੱਲ। ਰਾਮੂ ਕੁਝ ਦੇਰ ਲਈ ਝਿਜਕਿਆ। ਫਿਰ ਉਹਨੇ ਆਪਣੀ ਜੇਬ 'ਚੋਂ 15 ਰੁਪਏ ਕੱਢੇ ਤੇ ਲਾਚੀ ਨੂੰ ਫੜਾਉਂਦਿਆਂ ਬੋਲਿਆ, ਇਹਨਾਂ ਨੂੰ ਆਪਣੇ ਕੋਲ ਰੱਖ ਲੈ। ਕਿਸ ਵਾਸਤੇ? ਲਾਚੀ ਹੈਰਾਨ ਹੋ ਕੇ ਬੋਲੀ। ਰਾਮੂ ਨੇ ਸਿਰ ਝੁਕਾ ਕੇ ਕਿਹਾ, ਮੈਨੂੰ ਤੇਰਾ ਕਿੱਸਾ ਪਤਾ ਹੈ। ਮੈਂ ਜਾਣਦਾ ਇੱਜ਼ਤ ਕੀ ਹੁੰਦੀ ਹੈ। ਮੇਰੀ ਵੀ ਇੱਕ ਤੇਰੇ ਜਿੰਨੀ ਵੱਡੀ ਕੁੜੀ ਸੀ। ਇੱਕ ਦਿਨ ਰਸਿਕ ਲਾਲ ਨੇ ਉਹਦੀ ਇੱਜ਼ਤ ਤਾਰ ਕਰ ਦਿੱਤੀ ਸੀ। ਫਿਰ ਉਹ ਚੁੱਪ ਹੋ ਗਿਆ ਸੀ। ਕਾਫੀ ਦੇਰ ਤੱਕ ਚੁੱਪ ਰਹਿਣ ਮਗਰੋਂ ਫਿਰ ਭਰੇ ਗਲੇ ਨਾਲ ਬੋਲਿਆ, ਨਹੀਂ ਤਾਂ ਮੇਰੀ ਨੌਕਰੀ ਜਾਂਦੀ ਸੀ। ਇਸ ਤੋਂ ਬਾਅਦ ਉਹ ਕੁਝ ਨਾ ਬੋਲਿਆ, ਸ਼ਰਮ ਨਾਲ ਜਿਵੇਂ ਜ਼ਮੀਨ 'ਚ ਗੱਡ ਗਿਆ ਹੋਵੇ। ਨਹੀਂ, ਮੈਂ ਰੁਪਈਏ ਨਹੀਂ ਲਵਾਂਗੀ। ਲਾਚੀ ਅੱਧਾ ਨਮ ਕਰਕੇ ਬੋਲੀ, ਤੇਰੀ ਕੁੜੀ ਕਿੱਥੇ ਹੈ? ਖੂਹ 'ਚ ਡੁੱਬ ਕੇ ਮਰ ਗਈ। ਰਾਮੂ ਮੂੰਹ ਫੇਰ ਕੇ ਉਦਾਸੀ 'ਚ ਡੁੱਬ ਗਿਆ। ਲਾਚੀ ਮਸੂਸੀ ਜਿਹੀ ਰਹਿ ਗਈ। ਕਿੰਨਾ ਵੱਡਾ ਖਲਾਅ ਹੈ ਇਸ ਦੁਨੀਆ 'ਚ, ਕਿੰਨਾ ਕਾਲਾ, ਕਿੰਨਾ ਅੰਨਾ ਇਸ ਦੁਨੀਆ ਦਾ ਖੂਹ। ਹਰ ਰੋਜ਼ ਹਜ਼ਾਰਾਂ ਇੱਜ਼ਤਾਂ ਇਸ ਵਿੱਚ ਡੁੱਬ ਕੇ ਮਰ ਜਾਂਦੀਆਂ ਹਨ, ਫਿਰ ਵੀ ਇਹ ਭੁੱਖਾ ਖੂਹ ਨਹੀਂ ਭਰਦਾ। ਇੱਕਦਮ ਰਾਮੂ ਨੇ ਲਾਚੀ ਦਾ ਪੱਲੂ ਫੜ ਕੇ ਕਿਹਾ, ਮੈਂ ਤੈਨੂੰ ਅਗਲੇ ਮਹੀਨੇ ਦੀ ਤਨਖਾਹ ਤੇ 10 ਰੁਪਏ ਹੋਰ ਦਵਾਂਗਾ, ਪਰ ਵੇਖੀ ਕਦੇ ਆਪਣੀ ਇੱਜ਼ਤ ਨਾ ਵੇਚੀ। ਲਾਚੀ ਦਾ ਦਿਲ ਕੀਤਾ ਕਿ ਬੁੱਢੇ ਰਾਮੂ ਦੇ ਮੋਢੇ ਤੇ ਸਿਰ ਰੱਖ ਦੇਵੇ ਤੇ ਫੁੱਟ ਕੇ ਰੋਵੇ ਤੇ ਉਹਨੂੰ ਬਾਪੂ ਕਹਿ ਕੇ ਬੁਲਾਵੇ, ਪਰ ਉਹਨੇ ਬੜੀ ਮੁਸ਼ਕਿਲ ਨਾਲ ਆਪਣੇ ਹੰਝੂ ਪੀ ਲਏ ਤੇ ਹੌਲੀ ਜਿਹੀ ਬੋਲੀ, ਮੈਨੂੰ ਹਸਪਤਾਲ ਲੈ ਚੱਲੋ। ਗੁੱਲ ਨੂੰ ਹਸਪਤਾਲ 'ਚ 1.5 ਮਹੀਨੇ ਦੇ ਲਗਭਗ ਰਹਿਣਾ ਪਏਗਾ। ਹੌਲੀ ਉਹਦਾ ਜ਼ਖਮ ਖੁੱਲਦਾ ਗਿਆ। ਉਹ ਹਰ ਵਾਰ ਸੋਚ ਕੇ ਪਰੇਸ਼ਾਨ ਹੁੰਦਾ ਸੀ ਕਿ ਹੁਣ ਕੀ ਹੋਏਗਾ। ਦਿਨ ਗੁਜ਼ਰਦੇ ਜਾ ਰਹੇ ਸਨ। ਹਰ ਵੇਲੇ ਬਹਾਰ ਨੇੜੇ ਆਉਂਦੀ ਜਾ ਰਹੀ ਸੀ ਤੇ ਉਹ ਬਿਸਤਰੇ ਤੇ ਪਿਆ ਸੀ। ਲਾਚੀ ਹਰ ਰੋਜ਼ ਹਸਪਤਾਲ ਆਉਂਦੀ। ਦੋਵੇਂ ਵੇਲੇ ਜਦੋਂ ਹਸਪਤਾਲ ਮਰੀਜ਼ ਦੀ ਦੇਖਭਾਲ ਲਈ ਖੁੱਲਦਾ ਸੀ ਤੇ ਉਸ ਕਮਾਈ 'ਚੋਂ ਫਲ ਖਰੀਦ ਕੇ ਲਿਆਉਂਦੀ। ਉਹਨੇ ਸਬਜ਼ੀ ਮਾਰਕੀਟ 'ਚ ਇੱਕ ਸਬਜ਼ੀ ਵੇਚਣ ਵਾਲੀ ਬੁੱਢੀ ਔਰਤ ਕੋਲ ਨੌਕਰੀ ਕਰ ਲਈ ਸੀ। ਬੁੱਢੀ ਕਮਜ਼ੋਰ ਹੋ ਚੁੱਕੀ ਸੀ ਤੇ ਹੁਣ ਉਸ ਕੋਲ ਸਬਜ਼ੀ ਵਾਲੀ ਟੋਕਰੀ ਚੁੱਕ ਗਲੀ ਘੁੰਮ ਨਹੀਂ ਸੀ ਹੁੰਦਾ, ਪਰ ਉਹਦੇ 92 ਗਾਹਕ ਸਨ ਜੋ ਉਸੇ ਕੋਲੋਂ ਸਬਜ਼ੀ ਖਰੀਦਣੀ ਪਸੰਦ ਕਰਦੇ ਸਨ ਤੇ ਬੁੱਢੀ ਦਾ ਘਰ ਵੀ ਇਸੇ ਸਬਜ਼ੀ ਵੇਚਣ ਕਰਕੇ ਚੱਲਦਾ ਸੀ ਤੇ ਉਹਦੇ ਗਾਹਕ ਉਹਨੂੰ ਵੇਲੇ ਸਿਰ ਪੈਸੇ ਦੇ ਦਿੰਦੇ ਸਨ। ਇਸ ਲਈ ਉਹਨੇ ਲਾਚੀ ਨੂੰ ਆਪਣੇ ਕੋਲ ਨੌਕਰੀ ਤੇ ਰੱਖ ਲਿਆ ਸੀ ਤੇ ਹਰ ਰੋਜ਼ ਆਪਣੀ ਆਮਦਨੀ ਵਿੱਚੋਂ 1/3 ਉਹਨੂੰ ਦੇਣ ਲੱਗੀ। ਇਸੇ ਤੋਂ ਹਰ ਰੋਜ਼ ਲਾਚੀ ਨੂੰ 1.25 ਰੁਪਇਆ 1.5 ਰੁਪਇਆ ਮਿਲ ਜਾਂਦਾ ਸੀ। ਕਦੇ ਤਾਂ ਬੱਸ ਦੇ ਆਉਣ ਜਾਣ ਦਾ ਕਿਰਾਇਆ ਵੀ ਭਾਰੀ ਪੈ ਜਾਂਦਾ ਸੀ। ਉਸ ਵਕਤ ਲਾਚੀ ਵੀ ਉਹੀ ਕਰਦੀ ਸੀ ਜੋ ਗੁੱਲ ਕਰਦਾ ਸੀ, ਕਿਉਂਕਿ ਆਸ਼ਕੀ ਵਿੱਚ ਮਰਦ ਤੇ ਔਰਤ ਦੀ ਇੱਜ਼ਤ ਕਿੱਥੇ ਹੈ?
ਆਪਣੇ ਮਹਿਬੂਬ ਲਈ ਸਭ ਕੁਝ ਕਰਨਾ ਪੈਂਦਾ ਹੈ। ਲਾਚੀ ਨੂੰ ਇਸ ਮਹਿਬੂਬ ਲਈ ਸਭ ਕੁਝ ਕਰਨਾ ਪੈਂਦਾ ਹੈ। ਲਾਚੀ ਨੂੰ ਇਸ ਪਿਆਰ ਦੇ ਵਪਾਰ 'ਚ ਇੱਕ ਨਵੀਂ ਲੱਜ਼ਤ ਮਹਿਸੂਸ ਹੋਈ। ਗੁਲ ਜਦੋਂ ਤੱਕ ਤੰਦਰੁਸਤ ਸੀ ਕਦੇ ਲਾਚੀ ਨੂੰ ਇੰਨਾ ਚੰਗਾ ਨਾ ਲੱਗਿਆ ਜਿੰਨਾ ਬਿਮਾਰ ਹੋ ਕੇ। ਹੁਣ ਤਾਂ ਉਹ ਹਰ ਵਕਤ ਇਹੋ ਚਾਹੁੰਦੀ ਸੀ ਕਿ ਆਪਣੇ ਬਿਮਾਰ ਹੋਏ ਮਹਿਬੂਬ ਦੇ ਕਦਮਾਂ 'ਚ ਪਈ ਰਵੇ। ਪਰ ਹਸਪਤਾਲ ਦੇ ਵੀ ਆਪਣੇ ਕਾਇਦੇ ਕਾਨੂੰਨ ਹੁੰਦੇ ਹਨ। ਲਾਚੀ ਦੀ ਦਿਲਰੁਬਾ ਸੂਰਤ ਵੇਖ ਕੇ ਅਕਸਰ ਅਰਦਲੀਆਂ ਨੂੰ ਵੀ ਤਰਸ ਆ ਜਾਂਦਾ ਸੀ। ਕੰਪਾਊਂਡਰ ਤੇ ਡਾਕਟਰ ਲੋਕ ਵੀ ਉਸ ਨਾਲ ਹਮਦਰਦੀ ਦਾ ਵਤੀਰਾ ਰੱਖਦੇ ਸਨ। ਜਦੋਂ ਆਉਂਦੀ ਤਾਂ ਅਰਦਲੀ ਜਿਵੇਂ ਵਿਛ ਜੇ ਜਾਂਦੇ। ਡਾਕਟਰ ਦੇ ਨਾਲ 4 ਡਾਕਟਰ ਹੋਰ ਵੀ ਆ ਜਾਂਦੇ, ਚਾਹੇ ਉਹ ਕੋਈ ਦਿਲਚਸਪ ਕੇਸ ਵੇਖਣ ਲਈ ਆਉਂਦੇ, ਪਰ ਹਸਪਤਾਲ ਦੀਆਂ ਨਰਸਾਂ ਨੂੰ ਪਤਾ ਸੀ ਕਿ ਅਸਲ ਦਿਲਚਸਪੀ ਕਿੱਥੇ ਹੈ। ਇਸ ਲਈ ਨਰਸਾਂ ਲਾਚੀ ਤੋਂ ਖੁੰਦਕ ਖਾਂਦੀਆਂ ਸਨ। ਜੇਕਰ ਡਾਕਟਰ ਇੱਧਰ ਉੱਧਰ ਕਿਤੇ ਮੌਜੂਦ ਹੁੰਦਾ ਤੇ ਲਾਚੀ ਨੂੰ ਓਵਰ ਟਾਈਮ ਬੈਠਣ ਦੇ ਦਿੰਦੇ, ਪਰ ਡਾਕਟਰ ਦੇ ਦੂਰ ਹੁੰਦਿਆਂ ਉਹ ਲਾਚੀ ਨੂੰ ਬਾਹਰ ਜਾਣ ਦਾ ਹੁਕਮ ਸੁਣਾ ਦਿੰਦੇ। ਲਾਚੀ ਸਭ ਸਮਝਦੀ ਸੀ ਕਿ ਕਿਸ ਹਮਦਰਦੀ ਦੇ ਦਿਲ ਵਿੱਚ ਕਿਹੜਾ ਜਜ਼ਬਾ ਲੁਕਿਆ ਹੋਇਆ ਹੈ, ਕਿਸੇ ਦੇ ਨਫ਼ਰਤ ਭਰੇ ਸਲੂਕ ਦੇ ਪਿੱਛੇ ਕਿਹੜੀ ਜਲਨ ਹੈ, ਉਹ ਸਭ ਸਮਝਦੀ ਸੀ। ਇਸ ਲਈ ਬਰਦਾਸ਼ਤ ਕਰ ਲੈਂਦੀ ਸੀ। ਪਰ ਹੌਲੀ-ਹੌਲੀ ਉਹਨੇ ਆਪਣੀ ਗਰਮ ਤੇ ਤਲਖ ਤਬੀਅਤ ਨੂੰ ਨਰਮਾਈ ਨਾਲ ਢੱਕ ਕੇ ਮੁਸਕਰਾਹਟ ਭਰਿਆ ਵਤੀਰਾ ਕਰਨਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਜਦ ਇਨਸਾਨ 'ਚ ਕਿਸੇ ਜਜ਼ਬੇ ਦੀ ਸੋਝੀ ਆ ਜਾਂਦੀ ਹੈ ਤਾਂ ਬਰਦਾਸ਼ਤ ਕਰਨਾ ਆਸਾਨ ਹੋ ਜਾਂਦਾ ਹੈ। ਫਿਰ ਇੱਕ ਦਿਨ ਬਲੋਚੀ ਗੁਲ ਦਾ ਬਾਪ ਸਵੇਰੇ ਲਾਚੀ ਦੇ ਤੰਬੂ ਕੋਲ ਪਹੁੰਚਿਆ। ਉਦੋਂ ਲਾਚੀ ਸਬਜ਼ੀ ਮਾਰਕੀਟ ਦੇ ਕੰਮ ਤੇ ਜਾਣ ਵਾਲੀ ਸੀ। ਲਾਚੀ ਉਹਨੂੰ ਵੇਖ ਕੇ ਸਹਿਮ ਜੀ ਗਈ। ਬਲੋਚੀ ਬੋਲਿਆ, ਮੈਨੂੰ ਤੇਰੇ ਨਾਲ ਕੁਝ ਕੰਮ ਹੈ। ਲਾਚੀ ਨੇ ਕਿਹਾ, ਮੈਂ ਹੁਣੇ ਹੀ ਸਬਜ਼ੀ ਮਾਰਕੀਟ ਜਾਣਾ ਹੈ, ਇਸ ਵਕਤ ਮੈਂ ਰੁਕ ਨਹੀਂ ਸਕਦੀ। ਬਲੋਚੀ ਨੇ ਫਿਰ ਕਿਹਾ, ਚਲਦਿਆਂ ਗੱਲਾਂ ਕਰ ਲਾਂਗੇ। ਲਾਚੀ ਚੱਲਦੀ ਰਹੀ। ਬਲੋਚੀ ਉਹਦੇ ਨਾਲ ਹੋ ਲਿਆ। ਲਾਚੀ ਉਹਦੀਆਂ ਗੱਲਾਂ ਸੁਣਨ ਲਈ ਲੰਬੇ ਰਸਤੇ ਪੈ ਗਈ, ਜਿਹੜਾ ਯਾਰਡ ਦੇ ਬਾਹਰ ਘਾਹ ਦੀਆਂ ਗੱਠਾਂ ਦੇ ਗੋਦਾਮ ਤੇ ਕੁੱਲਾ ਰੋਡ ਨੂੰ ਜਾਣ ਵਾਲੀਆਂ ਬੱਸਾਂ ਦੇ ਸ਼ੈੱਡ ਦੇ ਨੇੜੇ ਹੋ ਕੇ ਲੰਘਦਾ ਸੀ, ਜਿਹਦੇ ਨੇੜੇ ਇੱਕ ਸਿਨੇਮਾ ਦੇ ਬਿਲਕੁਲ ਸਾਹਮਣੇ ਰੇਲਵੇ ਦੀ ਕ੍ਰਾਸਿੰਗ ਸੀ। ਦੋਵਾਂ ਨੇ ਤੁਰਦਿਆਂ ਚੁੱਪਚਾਪ ਅੱਧਾ ਰਸਤਾ ਤੈਅ ਕਰ ਲਿਆ। ਅਖੀਰ ਲਾਚੀ ਬੋਲੀ, ਤੁਸੀਂ ਕੁਝ ਗੱਲ ਕਰਨ ਆਏ ਸੀ? ਤੂੰ ਗੁਲ ਨੂੰ ਛੱਡ ਦੇ। ਇੱਕਦਮ ਬਲੋਚੀ ਦੇ ਮੂੰਹੋਂ ਨਿਕਲਿਆ। ਕਿਉਂ ਛੱਡ ਦੇਵਾਂ? ਉਹ ਮੇਰਾ ਮੁੰਡਾ ਹੈ। ਬਲੋਚੀ ਥੋੜਾ ਆਕੜ ਕੇ ਬੋਲਿਆ, ਉਹ ਮੇਰਾ ਪਿਆਰ ਹੈ। ਲਾਚੀ ਨੇ ਨਰਮੀ ਨਾਲ ਉੱਤਰ ਦਿੱਤਾ, ਜੇਕਰ ਤੂੰ ਉਸ ਨਾਲ ਵਿਆਹ ਕਰੇਂਗੀ ਤਾਂ ਸਾਰੀ ਬਰਾਦਰੀ ਮੇਰੇ ਤੇ ਥੂ ਕਰੇਗੀ। ਇੱਕ ਬਰਾਦਰੀ ਮੇਰੀ ਵੀ ਤਾਂ ਹੈ। ਤੁਹਾਡਾ ਕੀ ਹੈ ਖਾਨਾ ਬਦੋਸ਼ਾਂ ਦਾ? ਤੁਹਾਡਾ ਕੀ ਇਤਬਾਰ ਅੱਜ ਇੱਥੇ ਕੱਲ ਉੱਥੇ? ਤੂੰ ਇੱਥੋਂ ਚਲੀ ਜਾਏਂਗੀ ਤਾਂ ਮੇਰਾ ਲੜਕਾ ਤੈਨੂੰ ਭੁੱਲ ਜਾਏਗਾ। ਲਾਚੀ ਚੁੱਪਚਾਪ ਤੁਰਦੀ ਰਹੀ। ਬਲੋਚੀ ਨੇ ਆਪਣੀ ਜੇਬ ਚੋਂ 350 ਰੁਪਏ ਕੱਢੇ। ਆ ਲੈ ਲਾ ਤੇ ਮੇਰੇ ਲੜਕੇ ਨੂੰ ਛੱਡ ਦੇ। ਨਹੀਂ, ਲਾਚੀ ਬੜੀ ਕਾਹਲੀ ਨਾਲ ਬੋਲੀ ਤੇ ਤੇਜ਼ੀ ਨਾਲ ਤੁਰਨ ਲੱਗੀ। 50 ਹੋਰ ਦਿਨਾ। ਬਲੋਚੀ ਨੇ 50 ਰੁਪਏ ਹੋਰ ਕੱਢੇ। ਨੋਟਾਂ ਦੀ ਗੱਦੀ ਉਹਦੇ ਹੱਥਾਂ 'ਚ ਕੰਬ ਰਹੀ ਸੀ। ਲਾਚੀ ਨੇ ਉਹਨਾਂ ਨੋਟਾਂ ਵੱਲ ਵੇਖਿਆ ਵੀ ਨਹੀਂ ਤੇ ਹੱਥ ਨਾਲ ਉਹਨੂੰ ਝਟਕ ਕੇ ਅੱਗੇ ਵਧ ਗਈ। ਬਲੋਚੀ ਨੇ ਕਾਹਲੀ ਨਾਲ ਅੱਗੇ ਵਧ ਕੇ ਉਹਨੂੰ ਰੋਕ ਲਿਆ। ਸੁਣ, ਉਹ ਹਫਤਾ ਹੋਇਆ ਕਹਿਣ ਲੱਗਾ, ਤੂੰ ਮੇਰੇ ਨਾਲ ਵਿਆਹ ਕਰ ਲੈ। ਤੇਰੇ ਨਾਲ ਵਿਆਹ? ਲਾਚੀ ਡੌਰ ਭੌਰ ਹੋ ਗਈ। ਹਾਂ, ਮੈਂ ਤੈਨੂੰ ਖੁਸ਼ ਰੱਖ ਸਕਾਂਗਾ। ਗੁਲ ਦੀ ਸਿਹਤ ਵੇਖ ਤੇ ਮੇਰੀ ਸਿਹਤ ਵੇਖ। ਬਲੋਚੀ ਆਪਣੀਆਂ ਵੱਡੀਆਂ ਮੁੱਛਾਂ ਤੇ ਹੱਥ ਫੇਰਨ ਲੱਗਿਆ। ਮੇਰੇ ਕੋਲ ਬਹੁਤ ਰੁਪਈਏ ਹਨ, ਮੈਂ ਤੈਨੂੰ ਖੁਸ਼ ਰੱਖਾਂਗਾ ਤੇ ਜਦੋਂ ਤੋਂ ਹਸਪਤਾਲ 'ਚ ਮੈਂ ਤੈਨੂੰ ਵੇਖਿਆ ਮੈਂ ਪਾਗਲ ਹੋ ਗਿਆ। ਇੱਕਦਮ ਲਾਚੀ ਜ਼ੋਰ ਨਾਲ ਹੱਸਣ ਲੱਗੀ। ਹਾਸਾ ਉਹਨੂੰ ਆਪਣੇ ਆਪ ਆ ਰਿਹਾ ਸੀ। ਕਿਉਂ ਹੱਸਦੀ ਹੈ? ਬਲੋਚੀ ਪਿਆਰ ਭਰੇ ਲਹਿਜੇ 'ਚ ਬੋਲਿਆ, ਇਸ ਲਈ ਹੱਸਦੀ ਹਾਂ ਕਿ ਮੈਂ ਬਾਪ ਤੇ ਬੇਟੇ ਵਿੱਚੋਂ ਇੱਕ ਨਾਲ ਵਿਆਹ ਕਰ ਸਕਦੀ ਹਾਂ। ਤੂੰ ਮੇਰੇ ਨਾਲ ਵਿਆਹ ਕਰ। ਬਲੋਚੀ ਬੇਸਬਰਾ ਹੋ ਕੇ ਬੋਲਿਆ, ਮੈਂ ਹੱਕ ਮੇਰੇ ਲਈ 5000 ਰੁਪਏ ਲਿਖਣ ਨੂੰ ਤਿਆਰ ਹਾਂ। ਬੇਕਰਾਰ ਹੋ ਕੇ ਬਲੋਚੀ ਨੇ ਲਾਚੀ ਦਾ ਹੱਥ ਫੜ ਲਿਆ। ਲਾਚੀ ਨੇ ਜ਼ੋਰ ਨਾਲ ਉਹਦਾ ਹੱਥ ਝਟਕ ਦਿੱਤਾ ਤੇ ਡੂੰਘੇ ਵਿਅੰਗਮਈ ਲਹਿਜੇ 'ਚ ਬੋਲੀ, ਤੂੰ ਆਪਣੇ ਬੇਟੇ ਦੀ ਰਜ਼ਾਮੰਦੀ ਮੈਨੂੰ ਲੈ ਦੇ, ਫਿਰ ਮੈਂ ਤੇਰੇ ਨਾਲ ਤੱਕੀ ਤੇਰੇ ਦਾਦੇ ਨਾਲ ਵੀ ਵਿਆਹ ਕਰ ਲਾਂਗੀ। ਇੰਨਾ ਕਹਿ ਕੇ ਲਾਚੀ ਬੜੀ ਤੇਜ਼ੀ ਨਾਲ ਉਸ ਵੱਲੋਂ ਘੁੰਮੀ ਤੇ ਭੱਜ ਕੇ ਰੇਲਵੇ ਕ੍ਰਾਸਿੰਗ ਤੇ ਚੁੰਗੀਆਂ ਭਰਦੀ ਨਿਕਲ ਗਈ। ਸਾਲੀ, ਬਲੋਚੀ ਨੇ ਦੰਦ ਪੀ ਕੇ ਕਿਹਾ, ਤੇਰੇ ਤੇ ਕੁੱਤੇ ਨਾ ਛੱਡ ਦੇਵਾਂ ਤਾਂ ਅਹਿਮਦ ਯਾਰ ਖਾਨ ਨਾ ਨਹੀਂ। ਲਾਚੀ ਨੇ ਸੁਣ ਲਿਆ ਤੇ ਉਸੇ ਰੇਲਵੇ ਕ੍ਰਾਸਿੰਗ ਤੋਂ ਉੱਚੀ ਆਵਾਜ਼ 'ਚ ਬੋਲੀ, ਪਹਿਲਾਂ ਬਰਾਦਰੀ ਨੂੰ ਪੁੱਛ ਲਈ ਖਾਨ। ਫੇਰ ਉਹ ਹੱਸਦੀ ਹੋਈ ਸਬਜ਼ੀ ਮਾਰਕੀਟ ਵੱਲ ਚਲੀ ਗਈ। ਉਹਨੂੰ ਬਲੋਚੀ ਦੀਆਂ ਗੱਲਾਂ 'ਚ ਬਹੁਤ ਮਜ਼ਾ ਆਉਂਦਾ ਸੀ ਤੇ ਪੂਰਾ ਦਿਨ ਇਹਨਾਂ ਗੱਲਾਂ ਨੂੰ ਯਾਦ ਕਰ ਕੇ ਸਿਰ ਤੇ ਸਬਜ਼ੀ ਚੁੱਕੀ ਘੁੰਮਦੀ ਰਹੀ। 50 ਸਾਲ ਤੋਂ ਉੱਪਰ ਲੋਕ ਕਿੰਨੇ ਦਿਲਚਸਪ ਹੋ ਜਾਂਦੇ ਨੇ। ਰਸਿਕ ਲਾਲ ਤੇ ਅਹਿਮਦ ਯਾਰ ਖਾਂ ਇਹਨਾਂ ਦੀ ਇੱਕੋ ਰਗ ਹੈ। ਜ਼ੁਬਾਨ ਤੇ ਅਜੀਬ ਜਿਹੀ ਮਿਠਾਸ, ਨਜ਼ਰਾਂ ਉਹੀ, ਬੇਬਸੀ ਤੇ ਲਾਲਚੀ ਹਿਰਸ ਉਹੀ, ਪਿਆਰੀ ਜੀ ਮਜਬੂਰ ਹਵਸ। ਬੁੱਢੇ ਹੋ ਕੇ ਮਰਦ ਕਿੰਨੇ ਦਿਲਚਸਪ ਹੋ ਜਾਂਦੇ ਨੇ।
मैं पढ़ी लिखी नहीं हाँ, लाची ने सोचिया, वरना मैं जरूर इन्हां ते एक किताब लिखदी, मेरी गली दे बुढ़े। शाम ਨੂੰ जद लाची हस्पताल च गुल ਨੂੰ मिलन गई ਤਾਂ ਉਹਨੇ गुल नाल इस घट्टा बारे कोई गल ना ਕੀਤੀ। उस दिन बलोची भी अपने मुंडे ਨੂੰ देखण नहीं आया। इस तो बाद भी कई दिन तक ना आया। फिर एक दिन पता चलिया कि बलोची अपनी बैठक बंद करके पूना चला गया ते ਉਹਨੇ ਉੱਥੇ ही अपना कारोबार शुरू कर दिता है। अध्याय 9। 1.5 ਮਹੀਨੇ बाद जद लाची गुल ਨੂੰ ਹਸਪਤਾਲ ਤੋਂ ਲੈ ਕੇ ਆਈ ਤਾਂ ਖਾਨਾ ਬਦੋਸ਼ਾਂ ਦੇ ਤੰਬੂਆਂ ਦੇ ਬਾਹਰ ਦਰਖਤਾਂ ਦੀਆਂ ਕਤਾਰਾਂ ਤੇ ਪੱਤੀਆਂ ਫੁੱਟੀਆਂ ਹੋਈਆਂ ਸਨ ਤੇ ਉਹਨਾਂ ਵਿੱਚੋਂ ਨਰਮ ਤੇ ਨਵੀਆਂ ਕਲੀਆਂ ਝਾਕ ਰਹੀਆਂ ਸਨ। ਦੁਮਾਰੂ ਨੇ ਉਹਨਾਂ ਕਲੀਆਂ ਨੂੰ ਬੜੀ ਗੌਰ ਨਾਲ ਵੇਖਿਆ। 1-2 ਦਿਨਾਂ 'ਚ ਕਲੀਆਂ ਸ਼ਗੂਫੇ ਬਣ ਜਾਣਗੀਆਂ, ਫਿਰ ਮੇਰੀ ਜ਼ਿੰਦਗੀ 'ਚ ਬਹਾਰ ਆ ਜਾਏਗੀ। ਹੁਣ ਤਾਂ ਇੱਕ ਰਾਤ ਦੀ ਗੱਲ ਹੈ ਜਾਂ ਫਿਰ 2 ਰਾਤਾਂ ਦੀ। ਇਹਨਾਂ ਕਲੀਆਂ ਨੂੰ ਅੱਗ ਲੱਗ ਜਾਏਗੀ। ਲਾਚੀ ਆਪਣੇ ਮੂੰਹੋਂ ਅੱਗ ਉਗਲਦੀ ਹੋਈ ਬੋਲੀ, ਇਹ ਸ਼ਗੂਫੇ ਕਦੇ ਨਹੀਂ ਖਿੜਨਗੇ ਤੇ ਜੇ ਖਿੜੇ ਵੀ ਤਾਂ ਅੰਗਿਆਰੇ ਬਣ ਕੇ ਤੇਰਾ ਮੂੰਹ ਲੂਸ ਦੇਣਗੇ। ਦੁਮਾਰੂ ਜ਼ੋਰ ਨਾਲ ਹੱਸਿਆ। ਲਾਚੀ ਉੱਥੋਂ ਭੱਜ ਗਈ। ਇਹਨਾਂ ਸੁੰਦਰ ਕਲੀਆਂ ਦਾ ਤਾਜ਼ਾ ਜੋਬਨ ਉਹਨੂੰ ਖਾਈ ਜਾ ਰਿਹਾ ਸੀ। ਰਾਤ ਨੂੰ ਉਹ ਦੋਵੇਂ ਫਿਰ ਉਸ ਪੁਰਾਣੇ ਪੁਲ ਤੇ ਸਨ, ਉਹ ਤੇ ਗੁਲ। ਅੱਜ ਅਸਮਾਨ ਚੁੱਪ ਸੀ। ਇਹੋ ਚੁੱਪ ਉਹਨਾਂ ਦੇ ਦਿਲ ਤੇ ਵੀ ਸੀ। ਮੁੜ ਕੇ ਅਸਮਾਨ ਤੋਂ ਬਿਜਲੀ ਚਮਕਦੀ ਸੀ, ਪਰ ਉਹਨਾਂ ਦੇ ਦਿਲ 'ਚ ਕਿਸੇ ਤਰ੍ਹਾਂ ਦੀ ਰੌਸ਼ਨੀ ਨਹੀਂ ਸੀ। ਗੁਲ ਨੇ ਸਿਸਕੀ ਭਰ ਕੇ ਕਿਹਾ, ਹੁਣ ਤੂੰ ਕੀ ਕਰੇਂਗੀ? ਲਾਚੀ ਸਿੱਧੇ ਸਪਾਟ ਲਹਿਜੇ 'ਚ ਬੋਲੀ, ਆਪਾਂ ਹਾਰ ਗਏ। ਵਾਦਾ ਹੀ ਹੈ। ਇਹ ਬੇਈਮਾਨੀ ਤੇ ਬਦ-ਇਖਲਾਕੀ ਦਾ ਵਾਦਾ ਹੈ ਲਾਚੀ, ਤੂੰ ਇਹਨੂੰ ਪੂਰਾ ਨਹੀਂ ਕਰੇਂਗੀ। ਖਾਨਾ ਬਦੋਸ਼ ਕੁੜੀ ਆਪਣੀ ਜ਼ਬਾਨ ਤੋਂ ਨਹੀਂ ਫਿਰਦੀ। ਲਾਚੀ ਨੇ ਸਿਰ ਝੁਕਾ ਕੇ ਜਵਾਬ ਦਿੱਤਾ। ਹੰਝੂ ਦੀਆਂ ਅੱਖਾਂ 'ਚ ਉੱਭਰ ਕੇ ਆ ਰਹੇ ਸਨ। ਤੂੰ ਮੇਰੇ ਨਾਲ ਚੱਲੇਂਗੀ? ਗੁਲ ਨੇ ਉਮੀਦ ਭਰੇ ਲਹਿਜੇ 'ਚ ਕਿਹਾ, ਦੁਨੀਆ ਬਹੁਤ ਬੜੀ ਹੈ, ਆਪਾਂ ਕਿਸੇ ਦੂਸਰੇ ਸ਼ਹਿਰ 'ਚ ਆਸਰਾ ਲੈ ਲਾਂਗੇ, ਆਪਣਾ ਛੋਟਾ ਜਿਹਾ ਘਰ ਬਣਾਵਾਂਗੇ। ਘਰ? ਲਾਚੀ ਹੌਲੀ ਸਿਸਕਣ ਲੱਗੀ। ਗੁਲ ਨੇ ਉਹਨੂੰ ਆਪਣੀਆਂ ਬਾਹਾਂ 'ਚ ਲੈ ਲਿਆ। ਹਾਂ, ਇਹੋ ਤਾਂ ਘਰ ਹੈ। ਲਾਚੀ ਨੇ ਇੱਕ ਵਾਰੀ ਆਪਣੀਆਂ ਅੱਖਾਂ ਬੰਦ ਕਰਕੇ ਕਿਹਾ, ਇਹਨਾਂ ਬਾਹਾਂ 'ਚ ਹੀ ਤਾਂ ਮੇਰਾ ਘਰ ਹੈ। ਇੱਥੇ ਹੀ ਸਕੂਨ ਹੈ, ਇਹੋ ਆਰਾਮ ਹੈ, ਇਹੋ ਮੇਰਾ ਭਵਿੱਖ ਹੈ। ਇੱਥੇ ਕੋਈ ਦਿਨ ਰਾਤ ਕਿਸੇ ਦਾ ਇੰਤਜ਼ਾਰ ਕਰਦਾ ਹੈ। ਗੁਲ ਮੈਂ ਮਰ ਜਾਵਾਂਗੀ, ਪਰ ਆਪਣੇ ਵਾਅਦੇ ਤੋਂ ਨਹੀਂ ਫਿਰਾਂਗੀ। ਇੱਕਦਮ ਲਾਚੀ ਉਹਦੀਆਂ ਬਾਹਾਂ 'ਚੋਂ ਨਿਕਲ ਗਈ ਤੇ ਪੁਲ ਦੀ ਰੇਲਿੰਗ ਤੇ ਝੁੱਕ ਕੇ ਰੋਣ ਲੱਗੀ। ਤਿਪ ਕਰਕੇ ਹੰਝੂ ਰੇਲ ਦੀਆਂ ਫੌਲਾਦੀ ਪਟੜੀਆਂ ਤੇ ਡਿੱਗਣ ਲੱਗੇ। ਪਰ ਹੰਝੂਆਂ ਨੇ ਫੌਲਾਦ ਨੂੰ ਕਦੋਂ ਗਾਲਿਆ? ਗੁਲ ਦੀਆਂ ਖਾਲੀ ਬਾਹਾਂ ਡਿੱਗ ਪਈਆਂ। ਬੇਬਸ ਤੇ ਮਜਬੂਰ ਹੋ ਕੇ ਉਹਨੇ ਪੁਲ ਦੀ ਰੇਲਿੰਗ ਨੂੰ ਠੋਕਰ ਮਾਰੀ ਤੇ ਬੋਲਿਆ, ਇਹ ਬੇਕਰਾਰ ਬੇਹਲਚਲ ਦਕਿਆਨੂਸੀ ਪੁਲ ਖੜਾ ਕਿਉਂ ਹੈ, ਜੋ ਕਿਤੇ ਜਾਂਦਾ ਨਹੀਂ, ਕਿਸੇ ਨੂੰ ਕਿਸੇ ਨਾਲ ਮਿਲਾਉਂਦਾ ਨਹੀਂ? ਇਹ ਜ਼ਾਲਮ ਪੁਲ ਟੁੱਟ ਕਿਉਂ ਨਹੀਂ ਜਾਂਦਾ? ਠੋਕਰ ਖਾ ਕੇ ਰੇਲਿੰਗ ਦੀਆਂ ਸਾਖਤਾਂ 'ਚ ਛਣਕਾਰ ਜੀ ਉੱਠੀ ਤੇ ਉਹਨਾਂ ਦੀ ਗੂੰਜ ਕਾਫੀ ਚਿਰ ਫਿਜ਼ਾ 'ਚ ਕਹਿ ਲਗਾਉਂਦੀ ਰਹੀ, ਜਿਵੇਂ ਕੋਈ ਉਹਨਾਂ ਦੋਨਾਂ ਤੇ ਹੱਸ ਰਿਹਾ ਹੋਵੇ। ਇਹ ਮੂਲ ਆਪਣੀ ਮੁਹੱਬਤ ਵਾਂਗ ਹੈ, ਜਿਹੜੀ ਕਿਤੇ ਨਹੀਂ ਜਾਂਦੀ। ਲਾਚੀ ਦੇ ਦਿਲ ਦੀਆਂ ਗਹਿਰਾਈਆਂ ਤੇ ਤੋਂ ਆਪਣੇ ਆਪ ਨਿਕਲਿਆ ਤੇ ਉਹ ਫੁੱਟ ਕੇ ਰੋਣ ਲੱਗੀ। ਗੁਲ ਨੇ ਉਹਨੂੰ ਹੱਥ ਨਹੀਂ ਲਾਇਆ, ਉਹਨੇ ਉਹਨੂੰ ਚੁੱਪ ਵੀ ਨਹੀਂ ਕਰਾਇਆ। ਉਹਨੇ ਲਾਚੀ ਨੂੰ ਰੋਣ ਦਿੱਤਾ। ਉਹਦੀਆਂ ਬਾਹਾਂ ਬੇਕਾਰ ਸਨ। ਉਹਦਾ ਸਾਰਾ ਜਿਸਮ ਪੱਥਰ ਹੋ ਗਿਆ ਸੀ। ਨਾ ਉਹ ਸੋਚ ਸਕਦਾ ਸੀ, ਨਾ ਸਮਝ ਸਕਦਾ ਸੀ। ਚੁੱਪਚਾਪ ਲਾਚੀ ਦੇ ਕੋਲ ਕਿਸੇ ਬੁੱਤ ਵਾਂਗ ਖਲੋਤਾ ਸੀ। ਹੌਲੀ ਲਾਚੀ ਦੇ ਹੰਝੂਆਂ ਨੂੰ ਠੱਲ ਪਈ। ਉਹਨੇ ਆਪਣੇ ਦੁਪੱਟੇ ਨਾਲ ਸਾਫ਼ ਕੀਤਾ, ਪਰ ਹੌਲੀ ਜਿਹੀ ਸਿਰ ਝੁਕਾ ਕੇ ਖੜੀ ਹੋ ਗਈ। ਸ਼ਾਇਦ ਗੁਲ ਨੂੰ ਕਿਹਾ, ਹੁਣ ਮੈਂ ਜਾਵਾਂ? ਕਿੱਥੇ? ਜਿੱਥੇ ਦੀ ਮੈਂ ਹਾਂ, ਜੋ ਮੇਰਾ ਆਲਾ ਦੁਆਲਾ ਹੈ, ਜੋ ਮੇਰੇ ਰਸਮ ਤੇ ਰਿਵਾਜ਼ ਹਨ, ਜਿਹੜੇ ਜਦ ਤੋਂ ਦੁਨੀਆ ਬਣੀ ਹੈ ਉਦੋਂ ਤੋਂ ਚੱਲੇ ਆ ਰਹੇ ਨੇ। ਗੁਲ ਨੇ ਗੱਜ ਭਰਦਿਆਂ ਕਿਹਾ, ਹੁਣ ਮੈਂ ਕਿੱਥੇ ਜਾਵਾਂ, ਇਹ ਵੀ ਦੱਸਦੀ ਜਾ। ਲਾਚੀ ਦੇ ਗਲੇ 'ਚੋਂ ਇੱਕ ਚੀਕ ਜੇ ਨਿਕਲੀ, ਪਰ ਉਹਨੂੰ ਵੀ ਉਹਨੇ ਹਲਕ ਵਿੱਚ ਹੀ ਦੱਬ ਲਿਆ, ਮਾਰ ਦਿੱਤਾ, ਕੁੱਟ ਦਿੱਤਾ। ਕਿੰਨੀਆਂ ਚੰਗੀਆਂ ਚੀਜ਼ਾਂ ਦਾ, ਚੰਗੇ ਜਜ਼ਬਿਆਂ ਦਾ, ਚੰਗੀਆਂ ਚਾਹਤਾਂ, ਤਮੰਨਾਵਾਂ ਦਾ ਕਤਲ ਕਰਨਾ ਪੈਂਦਾ ਹੈ, ਤਾਂ ਜਾ ਕੇ ਇੱਕ ਵਾਅਦਾ ਪੂਰਾ ਹੁੰਦਾ ਹੈ। ਉਹ ਚੁੱਪਚਾਪ ਖੜੀ ਰਹਿ ਗਈ। ਆਸਮਾਨ ਚੁੱਪ, ਜ਼ਮੀਨ ਚੁੱਪ, ਕਾਲੀਆਂ ਪਟੜੀਆਂ, ਬੇਬਸ ਯਾਰਡ, ਸਿਗਨਲ ਦੀਆਂ ਬੱਤੀਆਂ ਕੱਚ ਦੀ ਨਕਲੀ ਅੱਖਾਂ ਵਾਂਗ ਪਲਕਾਂ ਝੁਕਾ ਕੇ ਬਿਨਾਂ ਉਹਨਾਂ ਦੋਵਾਂ ਤੋਂ ਵੇਖ ਰਹੇ ਸਨ। ਆਜਾ, ਆਖਰੀ ਵਾਰ ਮੈਨੂੰ ਪਿਆਰ ਕਰ ਲੈ, ਲਾਚੀ ਨੇ ਸਿਸਕਦੇ ਹੋਏ ਕਿਹਾ। ਫਿਰ ਦੋਵੇਂ ਇੱਕ ਦੂਜੇ ਦੀਆਂ ਬਾਹਾਂ 'ਚ ਸਨ। ਫਿਰ ਕੋਈ ਉਹਨਾਂ ਦੇ ਕੋਲ ਆ ਕੇ ਖੜ ਗਿਆ। ਦੋਵਾਂ ਨੇ ਮੁੜ ਕੇ ਵੇਖਿਆ ਤਾਂ ਰਾਮੂ ਸੀ। ਰਾਮੂ ਨੇ ਹੌਲੀ ਜਿਹੀ ਕਿਹਾ, ਸਟੇਸ਼ਨ ਤੇ ਤੁਹਾਨੂੰ ਦੋਵਾਂ ਨੂੰ ਬੁਲਾਇਆ ਹੈ। ਪਲੇਟਫਾਰਮ ਦੇ 3rd ਕਲਾਸ ਦੇ ਖਾਲੀ ਯਾਰਡ ਦੇ ਬਾਹਰ ਪਖਾਨਿਆਂ ਦੇ ਪਰਦੇ 'ਚ ਬਹੁਤ ਸਾਰੇ ਲੋਕ ਜਮ੍ਹਾਂ ਸਨ। ਕੁਲ ਨੇ ਦਿਲ 'ਚ ਸਵਾਲ ਕੀਤਾ, ਇਸ ਵੇਲੇ ਜਦ ਰਾਤ ਦੇ 3 ਵਜੇ ਹਨ,
ਨਾ ਕੋਈ ਗੱਡੀ ਆਉਣੀ ਹੈ ਨਾ ਜਾਣੀ ਹੈ। ਸਟੇਸ਼ਨ ਮਾਸਟਰ ਆਪਣੇ ਘਰ ਚਲਾ ਗਿਆ ਸੀ। ਡਿਊਟੀ ਦਾ ਸਟੇਸ਼ਨ ਮਾਸਟਰ ਆਪਣੇ ਕਮਰੇ 'ਚ ਇੱਕ ਕੁਰਸੀ ਨਾਲ ਦੂਜੀ ਕੁਰਸੀ ਜੋੜ ਕੇ ਸੁੱਤਾ ਪਿਆ ਸੀ। ਲੋਕ ਇੱਥੇ ਆ ਕੇ ਕੀ ਕਰ ਰਹੇ ਨੇ? ਪਰ ਇਹਨਾਂ ਵਿੱਚੋਂ ਕੋਈ ਮੁਸਾਫਰ ਨਹੀਂ ਸੀ। ਸਭ ਦੇ ਸਭ ਦਿਨ ਰਾਤ ਰੇਲਵੇ ਲਈ ਕੰਮ ਕਰਨ ਵਾਲੇ ਸਨ। ਕੁਲੀ ਤੇ ਯਾਰਡਮੈਨ ਤੇ ਕਾਂਟੇ ਵਾਲਾ, ਘੰਟੀ ਵਜਾਉਣ ਵਾਲਾ ਤੇ ਪਾਣੀ ਵਾਲਾ, ਰਾਮੂ ਨੇ ਕਿਹਾ। ਇਹਨਾਂ ਲੋਕਾਂ ਨੇ ਤੁਹਾਡੀ ਕਹਾਣੀ ਸੁਣੀ ਹੈ। ਇਹ ਲੋਕ ਤੁਹਾਡੀ ਕੁਝ ਮਦਦ ਕਰਨਾ ਚਾਹੁੰਦੇ ਹਨ। ਪਾਣੀ ਪਿਲਾਉਣ ਵਾਲਾ ਮਾਤਾ ਦੀ ਨੇ ਆਪਣੇ ਨੇਫੇ 'ਚੋਂ ਮੁੜੇ ਹੋਏ 2 ਨੋਟ ਕੱਢੇ। ਇੱਕ 5 ਰੁਪਏ ਦਾ ਨੋਟ ਸੀ, ਇੱਕ 1 ਰੁਪਏ ਦਾ ਤੇ 2 ਨੋਟ ਸਨ। ਫਿਰ ਉਹਨੇ ਆਪਣੀ ਜੇਬ 'ਚੋਂ ਇੱਕ ਅਠਿਆਨੀ ਕੱਢੀ। 7.5 ਰੁਪਏ ਉਹਨੇ ਲਾਚੀ ਦੀ ਹਥੇਲੀ ਤੇ ਰੱਖ ਦਿੱਤੇ। ਅਧਖੜ ਉਮਰ ਦੇ ਦਾਊਦ ਨੇ ਆਪਣੀ ਖਚਰੀ ਜੀ ਦਾੜੀ ਨੂੰ ਖੁਰਚਿਆ ਤੇ ਫਿਰ ਆਪਣੀ ਜੇਬ 'ਚ ਹੱਥ ਪਾਇਆ ਤੇ 25 ਰੁਪਏ ਲਾਚੀ ਦੀ ਹੱਥ 'ਚ ਫੜਾ ਦਿੱਤੇ। ਰੁਪਏ ਦੇ ਕੇ ਉਹ ਕੁਝ ਬੋਲਿਆ ਨਹੀਂ, ਸਿਰ ਝੁਕਾ ਕੇ ਹੌਲੀ ਜੀ ਪਿੱਛੇ ਹਟ ਗਿਆ। ਕਾਲਾ ਭੁਚੰਗ ਮਿਸਤਰੀ ਆਪਣੇ ਚਿੱਟੇ ਦੰਦ ਕੱਢਦਾ ਅੱਗੇ ਵਧਿਆ। 10 ਰੁਪਏ 9 ਆਨੇ ਦਿੱਤੇ। ਇੱਕ ਬਜ਼ੁਰਗ ਕੁਲੀ ਜਿਹਦੇ ਸਿਰ ਤੇ ਵੱਡੀ ਪਗੜੀ ਸੀ ਤੇ ਜਿਹਦੀ ਪੀਲੀ ਵਰਦੀ ਤੇ ਹੁਣ ਤੱਕ 300 ਨੰਬਰ ਦਾ ਪਿੱਤਲ ਦਾ ਬਿੱਲਾ ਚਮਕ ਰਿਹਾ ਸੀ, ਹੌਲੀ ਹੌਲੀ ਅੱਗੇ ਵਧਿਆ ਤੇ ਕਿਹਾ, ਅਸੀਂ ਕੁਲੀਆਂ ਨੇ ਚੰਦਾ ਇਕੱਠਾ ਕਰਕੇ 123 ਰੁਪਏ ਜਮ੍ਹਾਂ ਕੀਤੇ ਹਨ। ਉਹ ਸਾਰੇ ਰੁਪਏ ਉਸ ਕੁਲੀ ਨੇ ਲਾਚੀ ਦੇ ਦੁਪੱਟੇ 'ਚ ਪਾ ਦਿੱਤੇ। 2 4 5 ਕਰਕੇ ਦੂਜੇ ਲੋਕ ਵੀ ਆ ਗਏ। ਲਾਚੀ ਦਾ ਦੁਪੱਟਾ ਰੁਪਈਆਂ ਤੇ ਤਸੱਲੀ ਨਾਲ ਭਾਰੀ ਹੁੰਦਾ ਗਿਆ ਤੇ ਉਹ ਅਹਿਸਾਨ ਦੀ ਮਾਰੀ ਝੁਕਦੀ ਗਈ। ਫਿਰ ਇੱਕਦਮ ਸਭ ਆਪਣੀ ਆਪਣੀ ਜਗ੍ਹਾ ਤੇ ਜਾ ਖਲੋਤੇ। ਕੋਈ ਕੁਛ ਨਾ ਬੋਲਿਆ। ਰਾਮੂ ਨੇ ਅੱਗੇ ਵੱਧ ਕੇ ਕਿਹਾ, ਅਸੀਂ ਗਰੀਬ ਲੋਕ ਹਾਂ। ਸਾਡੇ ਜਿਉਂਦੇ ਜੀ ਕੋਈ ਤੇਰੀ ਇੱਜ਼ਤ ਨਹੀਂ ਲੈ ਸਕਦਾ। ਜਾਂ ਆਪਣੇ ਸਰਦਾਰ ਨੂੰ ਇਹ ਰੁਪਈਏ ਵਾਪਸ ਕਰ ਦੇ। ਲਾਚੀ ਦੀਆਂ ਅੱਖਾਂ 'ਚ ਹੰਝੂ ਛਲਕਾਏ ਸਨ। ਉਹਦੀਆਂ ਅੱਖਾਂ 'ਚ ਖੁਸ਼ੀ ਦੀ ਇੱਕ ਅਜੀਬ ਜਿਹੀ ਚਮਕ ਸੀ। ਉਹਨੇ ਫੁਰਤੀ ਨਾਲ ਰਾਮੂ ਦਾ ਹੱਥ ਚੁੰਮ ਲਿਆ, ਫਿਰ ਦਾਊਦ ਦਾ, ਬਜ਼ੁਰਗ ਕੁਲੀ ਦਾ, ਫਿਰ ਖੁਸ਼ੀ ਨਾਲ ਨੱਚਣ ਲੱਗੀ ਤੇ ਸਭ ਨੂੰ ਦੁਆਵਾਂ ਦੇਣ ਲੱਗੀ। ਕਿੰਨੇ ਮੁਸਕਰਾਉਂਦੇ ਹੋਏ ਚਿਹਰੇ ਸਨ, ਕਿੰਨੀਆਂ ਰੌਸ਼ਨ ਅੱਖਾਂ ਸਨ। ਗੁਲ ਹੈਰਾਨੀ ਨਾਲ ਉਹਨਾਂ ਵੱਲ ਵੇਖਣ ਲੱਗਾ। ਇਹਨਾਂ ਵਿੱਚੋਂ ਕੋਈ ਫਰਿਸ਼ਤਾ ਨਹੀਂ ਸੀ, ਸਾਰੇ ਇਨਸਾਨ ਸਨ, ਗਲਤੀਆਂ ਦੇ ਪੁਤਲੇ, ਖਾਮੀਆਂ ਨਾਲ ਭਰਪੂਰ। ਪਰ ਇੱਕ ਕਿਹੋ ਜਿਹਾ ਨੂਰ ਸੀ ਜੋ ਉਹਨਾਂ ਦੇ ਜਿਸਮ ਦੇ ਹਰ ਹਿੱਸੇ 'ਚ ਉੱਡ ਰਿਹਾ ਸੀ। ਕੌਣ ਕਹਿੰਦਾ ਅਸਮਾਨ ਚੁੱਪ ਹੈ, ਕੌਣ ਕਹਿੰਦਾ ਜ਼ਮੀਨ ਬੰਜਰ ਹੈ, ਕੌਣ ਕਹਿੰਦਾ ਪਟੜੀ ਕਿਤੇ ਨਹੀਂ ਜਾਂਦੀ। ਇਹ ਸਿਗਨਲ ਐਵੇਂ ਚਮਕਦੇ ਹਨ। ਹਵਾਵਾਂ 'ਚ ਇੱਕ ਇਹੋ ਜਿਹੀ ਖੁਸ਼ਬੋਈ ਹੈ, ਕੰਨਾਂ 'ਚ ਇੱਕ ਇਹੋ ਜਿਹੀ ਰਾਗਨੀ ਹੈ। ਕਲਿਓ ਮੁਸਕਾਓ, ਸ਼ਗੂਫਿਓ ਖਿੜ ਜਾਓ, ਬਹਾਰੋ ਆ ਜਾਓ। ਅੱਜ ਇਨਸਾਨ ਨੇ ਆਪਣਾ ਕਰਜ਼ਾ ਚੁਕਾ ਦਿੱਤਾ ਹੈ। ਬਜ਼ੁਰਗ ਕੁਲੀ ਨੇ ਆਪਣੀਆਂ ਪਲਕਾਂ ਹੇਠੋਂ ਹੰਝੂ ਪੂੰਝਿਆ। ਅੱਗੇ ਵੱਧ ਕੇ ਉਹਨੇ ਲਾਚੀ ਦਾ ਹੱਥ ਗੁਲ ਦੇ ਹੱਥ 'ਚ ਫੜਾਉਂਦਿਆਂ ਕਿਹਾ, ਇਹਨੂੰ ਘਰ ਤੱਕ ਛੱਡ ਆ। ਗੁਲ ਤੇ ਲਾਚੀ ਨਾਲੋਂ ਨਾਲ ਤੁਰਨ ਲੱਗੇ। ਹੁਣ ਪਟੜੀਆਂ ਸਾਫ਼ ਤੇ ਸਿੱਧੀਆਂ ਸਨ। ਪਟੜੀਆਂ ਨੂੰ ਪਾਰ ਕਰ ਜਿਉਂ ਹੀ ਟਿੱਲਾ ਦਿਖਾਈ ਦਿੱਤਾ ਤਾਂ ਨੂਰ ਦੇ ਮੀਨਾਰ ਵਾਂਗ ਬੁਲੰਦ ਉਹਨਾਂ ਨੂੰ ਖੁਸ਼ ਆਮਦੀਦ ਕਹਿ ਰਿਹਾ ਸੀ। ਜੰਗਲੇ ਤੋਂ ਪਾਰ ਖਾਨਾ ਬਦੋਸ਼ਾਂ ਦੇ ਝੁੰਡਾਂ 'ਚੋਂ ਚਾਨਣ ਦੀਆਂ ਲਪਟਾਂ ਆ ਰਹੀਆਂ ਸਨ। ਤੰਬੂਆਂ ਤੋਂ ਪਰੇ ਦਰਖਤਾਂ ਦੀਆਂ ਕਤਾਰਾਂ ਤੇ ਕਲੀਆਂ ਸੁੱਤੀਆਂ ਪਈਆਂ ਸਨ। ਗੁਲ ਨੇ ਇੱਕ ਗਹਿਰਾ ਸਾਹ ਲਿਆ ਤੇ ਦੋਵੇਂ ਹੱਥ ਫੈਲਾ ਕੇ ਬੋਲਿਆ, ਖੁਦਾ ਕਰੇ ਕੱਲ ਬਹਾਰ ਆ ਜਾਏ। ਗੁਲ ਤੋਂ ਰੁਖਸਤ ਹੋਣ ਤੋਂ ਬਾਅਦ ਲਾਚੀ ਪਹਿਲਾਂ ਤਾਂ ਸਿੱਧੀ ਆਪਣੇ ਤੰਬੂ ਵੱਲ ਚੱਲੀ, ਫਿਰ ਕੁਝ ਸੋਚ ਕੇ ਤੇਜ਼ੀ ਨਾਲ ਮੁੜੀ ਤੇ ਦਲੇਰੀ ਨਾਲ ਦੁਮਾਰੂ ਦੇ ਤੰਬੂ ਤੱਕ ਪੁੱਜੀ। ਉੱਥੇ ਪੁੱਜ ਕੇ ਜ਼ੋਰ-ਜ਼ੋਰ ਨਾਲ ਦੁਮਾਰੂ ਨੂੰ ਆਵਾਜ਼ਾਂ ਮਾਰਨ ਲੱਗੀ, ਦੁਮਾਰੂ ਦੁਮਾਰੂ, ਪਰ ਦੁਮਾਰੂ ਨਾ ਬੋਲਿਆ। ਲਾਚੀ ਨੇ ਪਰਦਾ ਹਟਾ ਕੇ ਵੇਖਿਆ, ਤੰਬੂ 'ਚ ਦੁਮਾਰੂ ਨਹੀਂ ਸੀ, ਸਿਰਫ ਜਾਮਾ ਸੌਂ ਰਹੀ ਸੀ। ਲਾਚੀ ਨੇ ਪੈਰ ਦੀ ਠੋਕਰ ਨਾਲ ਜਾਮਾ ਨੂੰ ਜਗਾ ਲਿਆ। ਜਾਮਾ ਹੜਬੜਾਹਟ 'ਚ ਉੱਠ ਖਲੋਤੀ ਤੇ ਲਾਚੀ ਨੂੰ ਵੇਖ ਕੇ ਹੈਰਾਨੀ ਨਾਲ ਬੋਲੀ, ਕੀ ਆ ਇਸ ਵੇਲੇ ਤੂੰ ਇੱਥੇ? ਦੁਮਾਰੂ ਕਿੱਥੇ ਆ? ਲਾਚੀ ਨੇ ਖੁਸ਼ੀ ਦੇ ਰੌਣ 'ਚ ਕਿਹਾ, ਸ਼ਾਮ ਤੋਂ ਲਾਪਤਾ ਹੈ। ਜਾਮਾ ਅੱਖਾਂ ਮਲਦੀ ਹੋਈ ਬੋਲੀ, ਕੀ ਕੰਮ? ਕਿੱਥੇ ਗਿਆ? ਲਾਚੀ ਨੇ ਉਹਦੀ ਗੱਲ ਦਾ ਕੋਈ ਜਵਾਬ ਨਾ ਦਿੰਦਿਆਂ ਫਿਰ ਪੁੱਛਿਆ। ਪਲਾਸਟਿਕ ਦੇ ਕਾਰਖਾਨੇ ਵਾਲੇ ਸੇਠ ਨੇ ਬੁਲਾਇਆ ਸੀ, ਸ਼ਾਮ ਨੂੰ ਹੀ ਚਲਾ ਗਿਆ ਸੀ, ਹੁਣ ਤੱਕ ਨਹੀਂ ਆਇਆ। ਗੁਣਗੁਣਾਉਂਦੀ ਹੋਈ ਲਾਚੀ ਉੱਥੋਂ ਚਲੀ ਗਈ, ਫਿਰ ਟਿੱਲੇ ਦੇ ਪਿੱਛੇ ਚਲੀ ਗਈ, ਜਿੱਥੇ ਟਿੱਲੇ ਦੇ ਸ਼ਾਂਤ ਪਰਛਾਵੇਂ 'ਚ ਖੜਾ ਗੁਲ ਉਹਦਾ ਇੰਤਜ਼ਾਰ ਕਰ ਰਿਹਾ ਸੀ। ਰੁਪਈਏ ਦੇ ਆਈ? ਗੁਲ ਨੇ ਬੇਚੈਨੀ ਨਾਲ ਪੁੱਛਿਆ। ਲਾਚੀ ਨੇ ਉਹਨੂੰ ਭਰੇ ਹੋਏ ਦੁਪੱਟੇ ਵੱਲ ਇਸ਼ਾਰਾ ਕਰਕੇ ਕਿਹਾ, ਕੰਬਖਤ ਮਿਲਿਆ ਹੀ ਨਹੀਂ, ਹੁਣ ਸਵੇਰੇ ਹੀ ਦੇਵਾਂਗੀ। ਹੁਣ ਤੂੰ ਮੈਨੂੰ ਕਦ ਮਿਲੇਂਗਾ? ਸਵੇਰੇ ਕਰਜ਼ਾ ਚੁਕਾਉਂਦਿਆਂ ਹੀ ਤੇਰੇ ਕੋਲ ਆ ਜਾਵਾਂਗੀ। ਉਸੇ ਪੁਰਾਣੇ ਪੁਲ ਤੇ ਤੂੰ ਮੇਰੀ ਉਡੀਕ ਕਰੇ। ਬਹੁਤ ਅੱਛਾ। ਗੁਲ ਤਸੱਲੀ ਨਾਲ ਰੁਖਸਤ ਹੋਇਆ। ਲਾਚੀ ਹੌਲੀ ਹੌਲੀ ਚਲਦੀ ਹੋਈ ਆਪਣੇ ਤੰਬੂ 'ਚ ਦਾਖਲ ਹੋਈ। ਮਾਮਨ ਨੇ ਹਲਕੀ ਜਿਹੀ ਕਰਵਟ ਲਈ ਪਰ ਫਿਰ ਮਦਹੋਸ਼ ਹੋ ਕੇ ਸੌਂ ਗਿਆ। ਲਾਚੀ ਤੰਬੂ ਦੇ ਅੰਦਰ ਪੁੱਜੀ। ਇੱਧਰ ਉੱਧਰ ਗੌਰ ਨਾਲ ਵੇਖ ਕੇ ਮਿੱਟੀ ਦੇ ਕੁੱਜੇ 'ਚ ਸਾਰੇ ਸਿੱਕੇ, ਨਗਦੀ ਤੇ ਨੋਟ ਪਾ ਦਿੱਤੇ ਤੇ ਤੰਬੂ ਦੇ ਅੰਦਰ ਜ਼ਮੀਨ ਪੁੱਟ ਕੇ ਮਿੱਟੀ ਬਰਾਬਰ ਕਰ ਦਿੱਤੀ ਤੇ ਫਿਰ ਉੱਪਰ ਆਪਣੀ ਚਟਾਈ ਵਿਛਾ ਕੇ ਤਸੱਲੀ ਨਾਲ ਸੌਂ ਗਈ।
ਲੰਮੇ ਅਰਸੇ ਬਾਅਦ ਉਹਨੂੰ ਬੱਚਿਆਂ ਵਾਂਗ ਗੂੜੀ ਨੀਂਦ ਆਈ। ਸਵੇਰੇ ਉਹਦੀ ਮਾਂ ਨੇ ਉਹਨੂੰ ਕੱਚੀ ਨੀਂਦ ਜਗਾ ਲਿਆ, ਨਹੀਂ ਤਾਂ ਖੌਰੇ ਉਹ ਕਦ ਤੱਕ ਸੁੱਤੀ ਰਹਿੰਦੀ। ਉੱਠ ਕੰਬਖਤ, ਲੱਕੜਾਂ ਚੁਰਾ ਕੇ ਲਿਆ, ਅੱਜ ਰੋਟੀ ਨਹੀਂ ਬਣਾਵੇਂਗੀ। ਸੂਰਜ ਸਿਰ ਤੇ ਆ ਗਿਆ। ਲਾਚੀ ਹੜਬੜਾ ਕੇ ਉੱਠੀ ਤੇ ਜੰਗਲ ਪਾਣੀ ਲਈ ਬਾਹਰ ਚਲੀ ਗਈ। ਫਿਰ ਉਹਨੇ ਛੇਤੀ ਛੇਤੀ ਰੇਲਵੇ ਦੇ ਯਾਰਡ 'ਚ ਪਏ ਘਾਹ ਦੇ ਰੇਸ਼ੇ ਖਿੱਚੇ, ਇੱਧਰੋਂ ਉੱਧਰੋਂ ਕੁਝ ਲੱਕੜਾਂ, ਕੁਝ ਗਿਰੀਆਂ ਹੋਈਆਂ ਪਾਥੀਆਂ ਦੇ ਟੁਕੜੇ ਜਮ੍ਹਾਂ ਕੀਤੇ ਤੇ ਵਾਪਸ ਆ ਕੇ ਆਪਣੀ ਮਾਂ ਤੇ ਮਾਮਨ ਲਈ ਚਾਹ ਤਿਆਰ ਕੀਤੀ। ਇੰਨੇ 'ਚ ਤੰਬੂਆਂ ਦੇ ਵਿਚਕਾਰ ਖੁੱਲੀ ਥਾਂ ਤੇ ਖਾਨਾ ਬਦੋਸ਼ ਇਕੱਠੇ ਹੋ ਗਏ ਤੇ ਡਫਲੀ ਵਜਾਉਣ ਲੱਗੇ ਤੇ ਖੁਸ਼ੀ ਨਾਲ ਗੀਤ ਗਾਉਣ ਲੱਗੇ। ਲਾਚੀ ਆਪਣਾ ਕੁੱਜਾ ਛੱਡ ਕੇ ਭੱਜੀ। ਅਸਮਾਨ ਸਾਫ਼ ਸੀ, ਦਰਖਤਾਂ ਦੀਆਂ ਟਹਿਣੀਆਂ ਦੇ ਲਾਲ ਲਾਲ ਫੁੱਲ ਖਿੜੇ ਹੋਏ ਸਨ, ਜਿਵੇਂ ਸੈਂਕੜੇ ਸੂਰਜ ਟਾਹਣੀਆਂ ਤੇ ਉਤਰੇ ਹੋਣ। ਬਹਾਰ ਦਾ ਇਹ ਕਿੰਨਾ ਸੋਹਣਾ ਨਜ਼ਾਰਾ ਹੈ। ਲਾਚੀ ਖੁਸ਼ੀ ਨਾਲ ਨੱਚਣ ਲੱਗੀ ਤੇ ਖਾਨਾ ਬਦੋਸ਼ਾਂ ਦੇ ਵਿਚਕਾਰ ਜਾ ਖੜੀ ਹੋਈ। ਇੱਕਦਮ ਦੁਮਾਰੂ ਦਾ ਕਾਲਾ ਤੇ ਕਮਜ਼ੋਰ ਹੱਥ ਉਸ ਤੇ ਪਿਆ ਤੇ ਨੱਚਦਿਆਂ ਨੱਚਦਿਆਂ ਰੁਕ ਗਈ। ਅੱਜ ਬਹਾਰ ਦਾ ਦਿਨ ਹੈ, ਦੁਮਾਰੂ ਖੁਸ਼ੀ ਨਾਲ ਬੋਲਿਆ। ਹਾਂ, ਅੱਜ ਬਹਾਰ ਦਾ ਜਸ਼ਨ ਹੈ, ਲਾਚੀ ਖੁਸ਼ ਹੁੰਦਿਆਂ ਬੋਲੀ। ਅੱਜ ਤੇਰਾ ਵਿਆਹ ਹੋਏਗਾ। ਦੁਮਾਰੂ ਫਿਰ ਖੁਸ਼ੀ ਨਾਲ ਚੀਕ ਕੇ ਬੋਲਿਆ, ਹਾਂ, ਅੱਜ ਮੇਰਾ ਵਿਆਹ ਹੋਏਗਾ। ਲਾਚੀ ਪੂਰੇ ਮਾਣ ਨਾਲ ਬੋਲੀ, ਮੇਰੇ ਨਾਲ। ਦੁਮਾਰੂ ਨੇ ਕਿਹਾ, ਤੇਰੇ ਨਾਲ ਨਹੀਂ, ਆਪਣੇ ਗੁਲ ਨਾਲ। ਦੁਮਾਰੂ ਚੀਕ ਕੇ ਬੋਲਿਆ, ਆਪਣੇ ਵਾਅਦੇ ਤੋਂ ਮੁੱਕਰਦੀ ਹੈ ਅਮੀਰਜ਼ਾਦੀਏ? ਖਾਨਾ ਬਦੋਸ਼ ਕੁੜੀ ਕਦੇ ਵੀ ਆਪਣੇ ਵਾਅਦੇ ਤੋਂ ਨਹੀਂ ਮੁੱਕਰਦੀ। ਤਾਂ ਕੱਢ ਮੇਰੇ ਪੈਸੇ। ਲੋਕੋ, ਪੰਚਾਇਤ ਬਿਠਾਓ, ਮੈਂ ਆਪਣਾ ਝਗੜਾ ਪੇਸ਼ ਕਰਦਾ। ਸਭ ਲੋਕ ਜ਼ਮੀਨ ਤੇ ਬੈਠ ਗਏ। ਸਰਦਾਰ ਦੁਮਾਰੂ ਨੇ ਕਿਹਾ, ਇਸ ਕੁੜੀ ਨੂੰ ਇਹਦਾ ਚਾਚਾ ਤੇ ਬਾਪ 350 ਰੁਪਏ 'ਚ ਮੇਰੇ ਕੋਲ ਹਾਰ ਗਏ। ਮੈਂ ਇਹਨੂੰ ਆਪਣੇ ਤੰਬੂ 'ਚ ਲਿਜਾਣਾ ਚਾਹਿਆ, ਕੋਈ ਬੇਇਨਸਾਫੀ ਕੀਤੀ ਹੈ? ਨਹੀਂ। ਸਭ ਲੋਕ ਸਿਰ ਹਿਲਾ ਕੇ ਬੋਲੇ। ਇਹ ਨਹੀਂ ਆਈ, ਬੋਲੀ, ਮੈਂ ਤੇਰੇ ਕੋਲ ਨਹੀਂ ਆਵਾਂਗੀ। ਮੈਂ ਆਪਣੇ ਰੁਪਏ ਵਾਪਸ ਮੰਗੇ ਤਾਂ ਮਿਲੇ ਨਹੀਂ। ਇਹਦੀ ਮਾਂ ਤੋਂ ਮੰਗੇ, ਉਹਨੇ ਵੀ ਨਾ ਕਰ ਦਿੱਤੀ। ਬੋਲੋ, ਕੋਈ ਬੇਇਨਸਾਫੀ ਕੀਤੀ ਹੈ? ਨਹੀਂ। ਖਾਨਾ ਬਦੋਸ਼ ਜ਼ੋਰ ਨਾਲ ਚੀਕੇ। ਫਿਰ ਇਸ ਕੁੜੀ ਨੇ ਮੈਨੂੰ ਕਿਹਾ ਕਿ ਮੈਂ ਤੇਰਾ ਪੈਸਾ ਵਾਪਸ ਕਰ ਦਿਆਂਗੀ ਤੇ ਅੱਜ ਬਹਾਰ ਦਾ ਦਿਨ ਹੈ। ਇਹਨੇ ਹੁਣ ਤੱਕ ਸਿਰਫ 80 ਰੁਪਏ ਮੋੜੇ ਹਨ, 350 ਚੋਂ ਸਿਰਫ 80। ਅੱਜ ਮੈਂ ਇਹਨੂੰ ਕਹਿੰਦਾ ਕਿ ਤੂੰ ਮੇਰੀ ਹੋ ਜਾ। ਬੋਲੋ, ਕੋਈ ਬੇਇਨਸਾਫੀ ਕੀਤੀ ਹੈ? ਹਰਗਿਜ਼ ਨਹੀਂ। ਫਿਰ ਸਭ ਖਾਨਾ ਬਦੋਸ਼ ਇੱਕੋ ਆਵਾਜ਼ 'ਚ ਬੋਲੇ। ਦੁਮਾਰੂ ਚੁੱਪ ਹੋ ਗਿਆ ਤੇ ਜੇਤੂ ਨਜ਼ਰਾਂ ਨਾਲ ਲਾਚੀ ਵੱਲ ਵੇਖਣ ਲੱਗਾ। ਮੈਂ ਇਸ ਦਾ ਰੁਪਈਆ ਲੈ ਆਉਣੀ ਆ। ਰਾਤ ਹੀ ਆਪਣੇ ਤੰਬੂ 'ਚ ਨਹੀਂ ਸੀ, ਆਪਣੀ ਹੋਣ ਵਾਲੀ ਪਤਨੀ ਦਾ ਪਲਾਸਟਿਕ ਦੀ ਮਿੱਲ ਦੇ ਮਾਲਿਕ ਨਾਲ ਸੌਦਾ ਕਰਨ ਗਿਆ ਸੀ। ਇਹ ਝੂਠਾ, ਇਹ ਝੂਠਾ, ਇਹ ਝੂਠਾ, ਦੁਮਾਰੂ ਜ਼ੋਰ ਨਾਲ ਚੀਕਿਆ। ਲਾਚੀ ਜ਼ੋਰ ਨਾਲ ਬੋਲੀ, ਚੀਕਣ ਦੀ ਕੋਈ ਲੋੜ ਨਹੀਂ, ਮੈਂ ਹੁਣੇ ਸਭ ਪੰਚਾਂ ਦੇ ਸਾਹਮਣੇ ਤੇਰੇ ਪੈਸੇ ਮੋੜ ਦਿੰਨੀ ਆ। ਇਹ ਕਹਿ ਕੇ ਲਾਚੀ ਕਾਹਲੀ ਨਾਲ ਮੁੜੀ ਤੇ ਆਪਣੇ ਤੰਬੂ ਦੇ ਅੰਦਰ ਚਲੀ ਗਈ। ਅੰਦਰ ਜਿਸ ਚਟਾਈ ਤੇ ਉਹ ਸੁੱਤੀ ਸੀ ਉਸੇ ਤਰ੍ਹਾਂ ਵਿਛੀ ਸੀ। ਲਾਚੀ ਨੇ ਛੇਤੀ ਨਾਲ ਚਟਾਈ ਨੂੰ ਉੱਥੋਂ ਹਟਾ ਕੇ ਸੁੱਟ ਦਿੱਤਾ। ਫਿਰ ਜ਼ਮੀਨ ਖੋਦਣ ਲੱਗੀ। ਭੁਰਭੁਰੀ ਮਿੱਟੀ ਉੱਪਰ ਆਉਂਦੀ ਗਈ। ਬਾਹਰ ਆਉਂਦੀਆਂ ਹੀ ਉਹਨੇ ਚੀਕ ਕੇ ਕਿਹਾ, ਕਿਹਨੇ ਮੇਰਾ ਪੈਸਾ ਲਿਆ? ਸਭ ਲੋਕ ਚੁੱਪਚਾਪ ਸਨ। ਖਾਨਾ ਬਦੋਸ਼ਾਂ ਦਾ ਗਰੋਹ ਹੈਰਾਨੀ ਨਾਲ ਲਾਚੀ ਨੂੰ ਵੇਖ ਰਿਹਾ ਸੀ। ਲਾਚੀ ਨੇ ਮੁੜ ਕੇ ਆਪਣੀ ਮਾਂ ਦਾ ਗਲਾਵਾਂ ਫੜ ਲਿਆ। ਬੋਲ ਮਾਂ, ਮੇਰਾ ਪੈਸਾ ਕਿੱਥੇ ਹੈ? ਮਾਂ ਨੇ ਬੜੀ ਮਜ਼ਬੂਤੀ ਨਾਲ ਜਵਾਬ ਦਿੱਤਾ, ਮੈਂ ਨਹੀਂ ਲਿਆ। ਮਾਂ ਦੀਆਂ ਨਜ਼ਰਾਂ 'ਚ ਸੱਚ ਸੀ। ਲਾਚੀ ਉੱਥੋਂ ਮੁੜ ਪਈ। ਆਪਣੇ ਚਾਚੇ ਮਾਮਨ ਨੂੰ ਫੜਿਆ, ਚੀਕ ਕੇ ਬੋਲੀ, ਮੇਰਾ ਰੁਪਈਆ ਵਾਪਸ ਦੇ ਦੇ ਬਦਮਾਸ਼। ਮਾਮਨ ਜ਼ੋਰ ਨਾਲ ਹੱਸਣ ਲੱਗਿਆ ਤੇ ਬੋਲਿਆ, ਇਹ ਝੂਠੀ ਆ, ਹੁਣ ਬਹਾਨੇ ਬਣਾਉਂਦੀ ਆ, ਝੂਠੀ, ਮੱਕਾਰ, ਫਰੇਬੀ। ਸਾਰੇ ਖਾਨਾ ਬਦੋਸ਼ ਚੀਕ ਪਏ। ਅੱਜ ਇਹਨੂੰ ਦੁਮਾਰੂ ਦੀ ਪਤਨੀ ਬਣਨਾ ਪਏਗਾ। ਆਓ ਆਓ, ਜਾਮਾ, ਰੋਸ਼ੀ, ਸੋਨੀਆ, ਸੁਨੀਆ, ਆਓ, ਇਹਨੂੰ ਦੁਲਹਨ ਬਣਾ ਦਿਓ। ਸਾਰੇ ਖਾਨਾ ਬਦੋਸ਼ ਨੱਚਣ ਲੱਗੇ। ਗੁਲ ਪੁਰਾਣੇ ਪੁਲ ਤੇ ਖੜਾ ਸੀ ਤੇ ਹੈਰਾਨੀ ਨਾਲ ਵੇਖ ਰਿਹਾ ਸੀ ਕਿ ਖਾਨਾ ਬਦੋਸ਼ ਆਪਣੇ ਤੰਬੂਆਂ ਦੇ ਬਾਹਰ ਨੱਚ ਰਹੇ ਸਨ ਤੇ ਲਾਚੀ ਉਹਨਾਂ ਦੇ ਵਿਚਕਾਰ ਦੁਲਹਨ ਬਣੀ ਖੜੀ ਹੈ ਤੇ ਔਰਤਾਂ ਬਾਰ-ਬਾਰ ਉਹਨੂੰ ਕੁਝ ਕਹਿ ਰਹੀਆਂ ਹਨ। ਗੁਲ ਤੇਜ਼ੀ ਨਾਲ ਪੁਲ ਤੋਂ ਉਤਰਿਆ ਤੇ ਤੰਬੂਆਂ 'ਚ ਚਲਾ ਗਿਆ। ਸਿੱਧਾ ਜਾ ਕੇ ਲਾਚੀ ਦੇ ਸਾਹਮਣੇ ਖਲੋ ਗਿਆ। ਉਸੇ ਵਕਤ ਲਾਚੀ ਦੀ ਮਾਂ ਚਾਂਦੀ ਦੀ ਹੱਥੀ ਵਾਲਾ ਖੰਜਰ ਤੰਬੂ 'ਚੋਂ ਲੈ ਆਈ ਤੇ ਉਹਨੂੰ ਲਾਚੀ ਵੱਲ ਵਧਾ ਕੇ ਕਹਿ ਰਹੀ ਸੀ, ਹੁਣ ਤਾਂ ਸਾਰਾ ਝਗੜਾ ਖਤਮ ਹੋ ਗਿਆ, ਤੂੰ ਹਾਰ ਗਈ ਹੈ, ਹੁਣ ਤੈਨੂੰ ਦੁਲਹਨ ਵਾਲਾ ਨਾਚ ਨੱਚਣਾ ਪਏਗਾ। ਇੱਕਦਮ ਗੁਲ ਲਾਚੀ ਦੇ ਸਾਹਮਣੇ ਚਲਾ ਗਿਆ। ਉਹਨੂੰ ਵੇਖ ਕੇ ਸਾਰਾ ਖਾਨਾ ਬਦੋਸ਼ ਥੋੜਾ ਥੋੜਾ ਪਿੱਛੇ ਹਟ ਗਏ ਤੇ ਟੇਢੀਆਂ ਨਜ਼ਰਾਂ ਨਾਲ ਉਹਨੂੰ ਵੇਖਣ ਲੱਗੇ, ਪਰ ਸਭ ਚੁੱਪਚਾਪ ਸਨ। ਨਾ ਡੱਫ ਵੱਜੀ, ਨਾ ਕੋਈ ਰਾਗ ਸੁਣਾਈ ਦਿੱਤਾ, ਜਿਵੇਂ ਜ਼ਮੀਨ ਨੇ ਸਾਹ ਰੋਕ ਲਿਆ ਹੋਵੇ। ਲਾਚੀ, ਤੂੰ ਦੁਲਹਨ ਦਾ ਲਿਬਾਸ ਪਾਇਆ? ਹਾਂ। ਤੈਨੂੰ ਕੱਲ ਦਾ ਵਾਅਦਾ ਯਾਦ ਨਹੀਂ? ਯਾਦ ਹੈ, ਮੈਂ ਕਿਹਾ ਸੀ ਕੱਲ ਮੈਂ ਦੁਲਹਨ ਬਣਾਂਗੀ, ਪਰ ਤੂੰ ਤਾਂ ਮੇਰੇ ਨਾਲ ਚੱਲ ਕੇ ਦੁਲਹਨ ਬਣਨ ਵਾਲੀ ਸੀ। ਲਾਚੀ ਝੁਕ ਗਈ, ਜਿਵੇਂ ਉੱਤੇ ਕਈ ਮਣ ਬੋਝ ਲੱਦ ਦਿੱਤਾ ਗਿਆ। ਫਿਰ ਉਹ ਹੌਲੀ ਜੀ ਬੋਲੀ, ਗੋਲੋ, ਰੁਪਈਏ ਚੋਰੀ ਹੋ ਗਏ, ਮੈਂ ਆਪਣਾ ਕਰਜ਼ਾ ਨਹੀਂ ਲਾ ਸਕੀ। ਚੋਰੀ ਹੋ ਗਏ? ਨਹੀਂ ਨਹੀਂ, ਤੂੰ ਝੂਠੀ ਹੈ, ਤੂੰ ਮੇਰੇ ਨਾਲ ਮਜ਼ਾਕ ਕਰ ਰਹੀ ਹੈ।
ਲਾਚੀ ਸਿਰ ਝੁਕਾ ਕੇ ਗੁੱਲ ਦੇ ਸਾਹਮਣੇ ਖੜੀ ਰਹੀ। ਗੁੱਲ ਨੂੰ ਬੇਹੱਦ ਗੁੱਸਾ ਆਇਆ। ਸਿਰ ਤੋਂ ਪੈਰ ਤੱਕ ਉਹਦਾ ਸਾਰਾ ਸਰੀਰ ਕੰਬਣ ਲੱਗਿਆ। ਮੈਂ ਜਾਣਦਾ ਤੂੰ ਝੂਠ ਬੋਲਦੀ ਹੈ। ਤੂੰ ਉਹ ਸਾਰੇ ਰੁਪਏ ਦਮਾਰੂ ਨੂੰ ਦੇ ਦਿੱਤੇ ਹੈ। ਹੁਣ ਤੂੰ ਉਸੇ ਨਾਲ ਵਿਆਹ ਕਰਨ ਜਾ ਰਹੀ ਹੈ। ਮੇਰਾ ਬਾਪ ਸੱਚ ਕਹਿੰਦਾ ਸੀ, ਖਾਨਾਬਦੋਸ਼ ਕੁੜੀਆਂ ਹਮੇਸ਼ਾ ਬੇਵਫਾ ਹੁੰਦੀਆਂ ਨੇ। ਇਹਨਾਂ ਦਾ ਯਕੀਨ ਨਾ ਕਰੇ। ਸੱਚਮੁੱਚ ਮੇਰਾ ਬਾਪ ਠੀਕ ਹੀ ਕਹਿੰਦਾ ਸੀ। ਇਹ ਅਵਾਰਾ ਤੇ ਮੱਕਾਰ ਹੁੰਦੀਆਂ ਨੇ। ਇਹ ਸ਼ਰੀਫ ਆਦਮੀਆਂ ਨੂੰ ਆਪਣੇ ਜਾਲ 'ਚ ਫਸਾ ਕੇ ਤਬਾਹ ਕਰ ਦਿੰਦੀਆਂ ਨੇ। ਲਾਚੀ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਸਿਰਫ ਇੱਕ ਵਾਰ ਗੁੱਲ ਨੂੰ ਵੇਖਿਆ, ਫਿਰ ਹੌਲੀ ਜਿਹੀ ਸਿਰ ਝੁਕਾ ਲਿਆ। ਗੁੱਲ ਦਾ ਹੱਥ ਉਹਨੂੰ ਜ਼ੋਰ ਨਾਲ ਥੱਪੜ ਮਾਰਨ ਲਈ ਤਿਆਰ ਸੀ, ਪਰ ਉਹਨੇ ਬਹੁਤ ਮੁਸ਼ਕਲ ਨਾਲ ਆਪਣੇ ਆਪ ਨੂੰ ਰੋਕਿਆ। ਕਾਫੀ ਦੇਰ ਤੱਕ ਉਹ ਲਾਚੀ ਨੂੰ ਵੇਖਦਾ ਰਿਹਾ ਤੇ ਹੌਲੀ ਜਿਹੀ ਘੁੰਮਿਆ ਤੇ ਚਲਾ ਗਿਆ ਤੇ ਹੌਲੀ-ਹੌਲੀ ਚੱਲਦਾ ਰਿਹਾ। ਹੁਣ ਉਹ ਹੌਲੀ-ਹੌਲੀ ਟਿੱਲੇ ਵੱਲ ਜਾ ਰਿਹਾ ਸੀ। ਲਾਚੀ ਨੇ ਹੌਲੀ ਜਿਹੀ ਕਿਹਾ, ਆ ਖੰਜਰ ਮੈਨੂੰ ਦੇ ਦੇ ਮਾਂ, ਮੈਂ ਹੁਣ ਦੁਲਹਨ ਵਾਲਾ ਨਾਚ ਨੱਚਾਂਗੀ। ਡੱਫ ਵੱਜਣ ਲੱਗੇ, ਘੁੰਗਰੂ ਖੜਕਣ ਲੱਗੇ, ਜਿਸਮ ਮਚਲਣ ਲੱਗੇ, ਚਿਹਰੇ ਚਮਕਣ ਲੱਗੇ, ਗੀਤਾਂ ਦੀ ਆਵਾਜ਼ ਉੱਚੀ ਹੋਣ ਲੱਗੀ, ਪੈਰ ਤੇਜ਼ੀ ਨਾਲ ਹਰਕਤ ਕਰਨ ਲੱਗੇ, ਹੱਥ ਲੱਤਾਂ ਵਾਂਗ ਥਿਰਕਣ ਲੱਗੇ, ਲੈ ਤੇਜ਼ ਹੁੰਦੀ ਗਈ। ਨੱਚਣ ਦੀ ਧਮਕ ਨਾਲ ਧਮਕ ਹਰ ਪਲ ਵੱਧਦੀ ਗਈ। ਖਾਨਾਬਦੋਸ਼ ਨੱਚਦੇ ਨੱਚਦੇ ਖੁਸ਼ੀ ਨਾਲ ਵਹਿਸ਼ੀਆਂ ਵਾਂਗ ਚੀਕਣ ਲੱਗੇ। ਨੱਚਣ ਵੇਲੇ ਲਾਚੀ ਕਦੇ-ਕਦੇ ਦੁਮਾਰੂ ਦੇ ਕੋਲ ਆਉਂਦੀ ਤੇ ਰਸਮ ਦੇ ਮੁਤਾਬਕ ਆਪਣੇ ਖੰਜਰ ਨੂੰ ਝੁਕਾ ਕੇ ਦੁਮਾਰੂ ਦੇ ਪੈਰਾਂ ਨੂੰ ਛੁਆ ਕੇ ਵਾਪਸ ਚਲੀ ਜਾਂਦੀ। ਇੰਨੀ ਫੁਰਤੀ ਨਾਲ, ਇੰਨੀ ਤੇਜ਼ੀ ਨਾਲ, ਇਸ ਫਨਕਾਰੀ ਨਾਲ ਉਹ ਅੱਜ ਤੱਕ ਕਦੇ ਵੀ ਨਹੀਂ ਸੀ ਨੱਚੀ। ਨੱਚਦੇ ਨੱਚਦੇ ਜਿਵੇਂ ਉਹ ਆਪਣੇ ਵਤਨ ਨੂੰ, ਆਪਣੇ ਕਬੀਲੇ ਨੂੰ, ਆਪਣੀ ਰਸਮ ਨੂੰ, ਆਪਣੇ ਤੌਰ ਤਰੀਕਿਆਂ ਵੱਲ ਮੋੜ ਆਈ ਸੀ। ਉਹ ਭੁੱਲ ਗਈ ਕਿ ਉਹਨੇ ਕਦੇ ਕੁਝ ਹੋਰ ਵੀ ਸੋਚਿਆ ਸੀ। ਉਹ ਭੁੱਲ ਗਈ ਕਿ ਉਹਨੇ ਕਦੇ ਕੋਈ ਹੋਰ ਸੁਪਨਾ ਵੀ ਵੇਖਿਆ ਸੀ। ਇਸ ਵੇਲੇ ਤਾਂ ਉਹਦੀਆਂ ਅੱਖਾਂ 'ਚ ਉਹ ਜੋਸ਼ ਸੀ ਜੋ ਹਰ ਖਾਨਾਬਦੋਸ਼ ਕੁੜੀ ਦੀਆਂ ਅੱਖਾਂ 'ਚ ਹੁੰਦਾ ਹੈ। ਉਹਦਾ ਨਾਚ ਉਸੇ ਤਰ੍ਹਾਂ ਤੂਫਾਨੀ ਤੇ ਵਹਿਸ਼ੀ ਸੀ, ਸਮੁੰਦਰ ਦੀਆਂ ਲਹਿਰਾਂ ਵਾਂਗ ਥਪੇੜੇ ਮਾਰਦਾ ਹੋਇਆ, ਕਿਸੇ ਜ਼ਹਿਰੀਲੀ ਨਾਗਣ ਵਾਂਗ ਵਲ ਖਾਂਦਾ ਹੋਇਆ, ਹਰ ਤਹਿਜ਼ੀਬ ਨਾਲ ਬਗਾਵਤ ਕਰਦਾ ਹੋਇਆ, ਹਰ ਠਹਿਰਾਓ ਨਾਲ ਟੱਕਰ ਲੈਂਦਾ ਹੋਇਆ। ਉਹ ਬੇਸੁੱਧ ਨੱਚਣ 'ਚ ਮਸਤ, ਆਪਣੇ ਆਪ 'ਚ ਗਲਤਾਨ ਨੱਚੀ ਜਾ ਰਹੀ ਸੀ ਤੇ ਖਾਨਾਬਦੋਸ਼ ਜ਼ਮੀਨ ਦੀ ਸੁਨਹਿਰੀ ਗਰਦ ਉਡਾਉਂਦੇ ਹੋਏ ਆਪਣੇ ਕਬੀਲੇ ਦੀ ਕੁੜੀ ਦੇ ਆਲੇ ਦੁਆਲੇ ਇਕੱਠੇ ਸਨ ਤੇ ਦੂਰ ਉੱਪਰ ਦਰਖਤਾਂ ਦੇ ਹਰੇ ਪੱਤਿਆਂ ਦੇ ਝੁੰਡ ਵਿੱਚ ਲਾਲ ਫੁੱਲ ਹੱਸ ਰਹੇ ਸਨ। ਆਖਰਕਾਰ ਨਾਚ ਦਾ ਆਖਰੀ ਚੱਕਰ ਲਾਉਂਦੀ ਲਾਚੀ ਦੁਮਾਰੂ ਦੇ ਸਾਹਮਣੇ ਆਈ ਤੇ ਰਸਮ ਦੇ ਮੁਤਾਬਕ ਉਹਨੇ ਆਪਣੇ ਦੋਵੇਂ ਹੱਥ ਹਵਾ 'ਚ ਉੱਪਰ ਚੁੱਕੇ ਤਾਂ ਦੁਮਾਰੂ ਉਹਨੂੰ ਆਪਣੀ ਬੁੱਕਲ 'ਚ ਲੈ ਲਵੇ। ਦੁਮਾਰੂ ਨੇ ਅੱਗੇ ਵੱਧ ਕੇ ਨੱਚਦੀ ਹੋਈ, ਲਚਕਦੀ ਹੋਈ ਲਾਚੀ ਨੂੰ ਆਪਣੀ ਬੁੱਕਲ 'ਚ ਲੈ ਲਿਆ। ਉਸੇ ਵਕਤ ਲਾਚੀ ਨੇ ਆਪਣਾ ਖੰਜਰ ਉਹਦੇ ਸੀਨੇ 'ਚ ਉਤਾਰ ਦਿੱਤਾ। ਗੁੱਲ ਗਲੀ 'ਚ ਖੜਾ ਸੀ। ਸਾਹਮਣੇ ਦਰਵਾਜ਼ੇ 'ਚ ਦਾਊਦ ਦੀ ਪਤਨੀ ਖੜੀ ਸੀ। ਗੁੱਲ ਆਪਣੀ ਚਰਖੀ ਤੇ ਇੱਕ ਛੁਰੀ ਤੇਜ਼ ਕਰ ਰਿਹਾ ਸੀ ਤੇ ਬਾਰ-ਬਾਰ ਘੁੰਮਦੀ ਹੋਈ ਚਰਖੀ ਨੂੰ ਆਪਣੇ ਪੈਰਾਂ ਨਾਲ ਤੇਜ਼ ਕਰ ਰਿਹਾ ਸੀ। ਛੁਰੀ ਦੀ ਧਾਰ ਚਰਖੀ ਦੇ ਪੱਥਰ ਨਾਲ ਟਕਰਾ ਕੇ ਇੱਕ ਤੇਜ਼ ਖਰਾਸ਼ਦਾਰ ਆਵਾਜ਼ ਪੈਦਾ ਕਰ ਰਹੀ ਸੀ। ਕਦੇ-ਕਦੇ ਚਰਖੀ ਦੇ ਪੱਥਰ ਤੇ ਲੋਹੇ ਦੀ ਟੱਕਰ ਨਾਲ ਇੱਕ ਚੰਗਿਆੜੀ ਜੀ ਭੜਕ ਉੱਠਦੀ ਤੇ ਫਿਰ ਬੁੱਝ ਜਾਂਦੀ। ਚਰਖੀ ਫਿਰ ਚੱਲਣ ਲੱਗਦੀ। ਦਾਊਦ ਦੀ ਪਤਨੀ ਨੇ ਗੁੱਲ ਨੂੰ ਪੁੱਛਿਆ, ਲਾਚੀ ਨੂੰ ਸਜ਼ਾ ਹੋ ਗਈ ਹੈ। ਗੁੱਲ ਚਰਖੀ ਤੇ ਗਿਆ, ਜਿਵੇਂ ਗੌਰ ਨਾਲ ਚਰਖੀ 'ਚ ਕੋਈ ਨੁਕਸ ਨੂੰ ਵੇਖ ਰਿਹਾ ਹੋਵੇ। ਉਹਨੇ ਹੌਲੀ ਜੀ ਕਿਹਾ, ਹਾਂ, ਉਹਨੂੰ ਅਦਾਲਤ ਨੇ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦਾਊਦ ਦੀ ਪਤਨੀ ਨੇ ਉਹਨੂੰ ਹਮਦਰਦੀ ਭਰੀ ਨਜ਼ਰ ਨਾਲ ਵੇਖ ਕੇ ਕਿਹਾ, ਹੁਣ ਤੂੰ ਕੀ ਕਰੇਂਗਾ? ਗੁੱਲ ਨੇ ਉਸੇ ਤਰ੍ਹਾਂ ਚਰਖੀ ਵੱਲ ਵੇਖਦੇ ਹੋਏ ਕਿਹਾ, ਮੈਂ ਉਹਦੀ ਉਡੀਕ ਕਰਾਂਗਾ। ਇੰਨਾ ਕਹਿ ਉਹ ਫਿਰ ਚਰਖੀ ਚਲਾਉਣ ਤੇ ਛੁਰੀ ਦੀ ਧਾਰ ਤੇਜ਼ ਕਰਨ 'ਚ ਲੱਗ ਪਿਆ। ਇੱਕਦਮ ਉਹਨੇ ਛੁਰੀ ਦੀ ਧਾਰ ਪਲਟੀ ਤੇ ਦੂਜੇ ਪਾਸੇ ਨੂੰ ਤੇਜ਼ ਕਰਨ ਲੱਗਿਆ। ਓਏ ਆ ਕੀ ਕਰ ਰਿਹਾ? ਦਾਊਦ ਦੀ ਪਤਨੀ ਹੈਰਾਨ ਹੋ ਕੇ ਬੋਲੀ, ਪਹਿਲਾਂ ਤਾਂ ਤੂੰ ਛੁਰੀ ਨੂੰ ਸਿਰਫ ਇੱਕ ਪਾਸਿਓਂ ਤਿੱਖਾ ਕਰਦਾ ਸੀ। ਗੁੱਲ ਨੇ ਹੌਲੀ ਜੀ ਕਿਹਾ, ਅੰਮਾ, ਇਹ ਦੁਨੀਆ ਬੜੀ ਜ਼ਾਲਮ ਹੈ। ਇੱਥੇ ਤਾਂ ਛੁਰੀ ਦੀ ਧਾਰ ਨੂੰ ਹੁਣ ਦੋਵੇਂ ਪਾਸਿਓਂ ਤੇਜ਼ ਕਰਨਾ। ਅਧਿਆਇ 10ਵਾਂ। ਹਾਜੀ ਅਬਦੁਲ ਸਲਾਮ ਤੇ ਮੀਰ ਚੰਦਾਨੀ ਦੋਵੇਂ ਦੋਸਤ ਸਨ। ਦੋਵਾਂ ਨੇ ਮਿਲ ਕੇ ਇੱਕ ਬੈਂਕ ਖੋਲ੍ਹਿਆ ਸੀ। ਦੋਵਾਂ ਨੇ ਉਸ ਬੈਂਕ ਦੇ ਜ਼ਰੀਏ ਲੋਕਾਂ ਨੂੰ ਖੁੱਲ੍ਹ ਕੇ ਲੁੱਟਿਆ ਸੀ। ਦੋਵੇਂ ਫੜੇ ਗਏ ਤੇ ਹੁਣ ਜੇਲ੍ਹ 'ਚ ਸਜ਼ਾ ਭੁਗਤ ਰਹੇ ਸਨ। ਪਰ ਉਹਨਾਂ ਨੇ ਅਜਿਹੀ ਹੁਸ਼ਿਆਰੀ ਨਾਲ ਕੰਮ ਕੀਤਾ ਸੀ ਕਿ ਪੁਲਿਸ ਉਹਨਾਂ ਕੋਲੋਂ ਕੋਈ ਰਾਜ਼ ਉਗਲਵਾ ਨਾ ਸਕੀ ਸੀ। 70 ਲੱਖ ਦਾ ਗਬਨ ਸੀ। ਇੰਨਾ ਰੁਪਈਆ ਕੋਈ ਆਸਾਨੀ ਨਾਲ ਕਿਵੇਂ ਦੇ ਸਕਦਾ ਸੀ, ਚਾਹੇ ਲੰਬੀ ਜੇਲ੍ਹ ਕਿਉਂ ਨਾ ਹੋ ਜਾਏ। ਇਸ ਲਈ ਦੋਵੇਂ ਬਹੁਤ ਮਜ਼ੇ ਨਾਲ ਜੇਲ੍ਹ 'ਚ ਰਹਿੰਦੇ ਸਨ ਤੇ ਰੁਪਈਏ ਦੇ ਜ਼ੋਰ ਤੇ ਜੋ ਚਾਹੁੰਦੇ ਕਰਦੇ ਸੀ। ਅਸਿਸਟੈਂਟ ਜੇਲਰ ਉਹਨਾਂ ਦਾ ਦੋਸਤ ਬਣ ਗਿਆ ਸੀ। ਵਾਰਡਨ ਉਹਨਾਂ ਦੀ ਮੁੱਠੀ 'ਚ ਸਨ। ਇਸ ਲਈ ਦੋਵੇਂ ਦੋਸਤ ਜੇਲ੍ਹ ਵਿੱਚ ਵੀ ਉਸੇ ਸ਼ਾਨ ਨਾਲ ਰਹਿੰਦੇ ਸਨ ਜਿਵੇਂ ਉਹ ਜੇਲ੍ਹ 'ਚ ਹੋਣ ਹੀ ਨਾ।
ਮਾਈਕਲ ਰੋਡ ਦੇ ਕਿਸੇ ਚੰਗੇ ਫਲੈਟ ਵਿੱਚ ਰਹਿੰਦੇ ਹੋਣ। ਉਹਨਾਂ ਦਾ ਖਾਣਾ ਵਧੀਆ ਤੋਂ ਵਧੀਆ ਹੋਟਲਾਂ ਤੋਂ ਆਉਂਦਾ ਸੀ। ਸਟੇਟ ਐਕਸਪ੍ਰੈਸ ਤੋਂ ਘੱਟ ਦੀ ਸਿਗਰਟ ਉਹ ਪੀਂਦੇ ਨਹੀਂ ਸਨ। ਰੇਸ ਜਾਣ ਨੂੰ ਜੀ ਕਰਦਾ ਤਾਂ ਸੁਬਡਨ ਜੇਲ੍ਹ ਤੋਂ ਨਜ਼ਰ ਬਚਾ ਕੇ ਰੇਸ ਵੀ ਚਲੇ ਜਾਂਦੇ ਸਨ ਤੇ ਕਈ ਵਾਰ ਉਹ ਦਿਲਦਾਰ ਰੋਡ ਤੇ ਜਾ ਕੇ ਤਵਾਇਫਾਂ ਦੇ ਗਾਣੇ ਵੀ ਸੁਣ ਆਏ ਸਨ। ਇਹਨਾਂ ਮੌਕਿਆਂ ਤੇ ਚੌਕਸੀ ਵਜੋਂ ਦੋ ਹੱਟੇ ਕੱਟੇ ਵਾਰਡਨ ਵੀ ਉਹਨਾਂ ਨਾਲ ਰਹਿੰਦੇ ਸਨ। ਉਹਨਾਂ ਦਾ ਪੈਸਾ ਹੁਣ ਸੁਰੱਖਿਅਤ ਥਾਂ ਤੇ ਸੀ, ਇਸ ਲਈ ਜੇਲ੍ਹ ਚੋਂ ਭੱਜਣ ਦਾ ਖਿਆਲ ਵੀ ਉਹਨਾਂ ਨੂੰ ਨਹੀਂ ਆਉਂਦਾ ਸੀ। ਹੋ ਸਕਦਾ ਹੈ ਇਹੋ ਸੋਚ ਕੇ ਅਸਿਸਟੈਂਟ ਜੇਲਰ ਵੀ ਉਹਨਾਂ ਨੂੰ ਇਹ ਸੋਚ ਕੇ ਕਿ ਜੇਲਰ ਪੜ੍ਹਿਆ ਲਿਖਿਆ ਆਦਮੀ ਸੀ, ਆਪਣੀ ਨੌਜਵਾਨੀ ਦੇ ਜ਼ਮਾਨੇ 'ਚੋਂ ਕਾਲਜ ਲੈਕਚਰਰ ਰਿਹਾ ਸੀ। ਕਾਲਜ ਵਿੱਚ ਕੁੜੀਆਂ ਨਾਲ ਇਉਂ ਸਲੂਕ ਕਰਦਾ ਜਿਵੇਂ ਉਹ ਥਾਣੇਦਾਰ ਹੋਵੇ, ਪ੍ਰੋਫੈਸਰ ਨਾ ਹੋਵੇ। ਮੁੰਡੇ ਅਕਸਰ ਉਹਤੇ ਨਾਰਾਜ਼ ਰਹਿੰਦੇ ਤੇ 2-3 ਵਾਰ ਉਹਦੇ ਖਿਲਾਫ ਸਟ੍ਰਾਈਕ ਵੀ ਹੋਈ ਸੀ। ਅੰਗਰੇਜ਼ਾਂ ਦਾ ਜ਼ਮਾਨਾ ਸੀ। ਸਰਕਾਰੀ ਕਾਲਜ ਦਾ ਉਹ ਲੈਕਚਰਰ ਸੀ। ਅੰਗਰੇਜ਼ਾਂ ਨੂੰ ਉਸ ਜ਼ਮਾਨੇ 'ਚ ਸਟ੍ਰਾਈਕ ਦੇ ਪਿੱਛੇ ਇਨਕਲਾਬੀਆਂ ਦਾ ਹੱਥ ਨਜ਼ਰ ਆਉਂਦਾ ਸੀ। ਇਹਦਾ ਫਾਇਦਾ ਚੁੱਕ ਕੇ ਅਸਿਸਟੈਂਟ ਜੇਲਰ ਕਾਲੀ ਚਰਨ ਨੇ ਆਪਣੀ ਪ੍ਰਿੰਸੀਪਲ ਦੀ ਸਿਫਾਰਿਸ਼ ਨਾਲ ਆਪਣੀ ਬਦਲੀ ਕਰਵਾ ਲਈ ਤੇ ਬਾਅਦ 'ਚ ਕਾਲਜ ਦੀ ਲੈਕਚਰਸ਼ਿਪ ਨੂੰ ਅਲਵਿਦਾ ਕਹਿ ਕੇ ਜੇਲ੍ਹ ਦੇ ਮਹਿਕਮੇ 'ਚ ਆ ਗਿਆ ਸੀ, ਕਿਉਂਕਿ ਸੂਬੇ ਦੀਆਂ ਜੇਲ੍ਹਾਂ ਦਾ ਇੰਚਾਰਜ ਉਹਦੇ ਪ੍ਰਿੰਸੀਪਲ ਦਾ ਦੋਸਤ ਸੀ। ਇਹ ਮਹਿਕਮਾ ਕਾਲੀ ਚਰਨ ਨੂੰ ਬਹੁਤ ਪਸੰਦ ਆਇਆ। ਬਿਲਕੁਲ ਉਹਦੇ ਸੁਭਾਅ ਨਾਲ ਮੇਲ ਖਾਂਦਾ ਸੀ। ਇੱਥੇ ਤਾਂ ਅੰਡਾ, ਸਬਜ਼ੀ, ਗੋਸ਼ਤ, ਦੁੱਧ, ਮੁਲਾਜ਼ਮ ਸਭ ਮੁਫਤ ਮਿਲਦੇ ਸਨ। ਅਮੀਰ ਕੈਦੀਆਂ ਨੂੰ ਢਿੱਲ ਦੇ ਕੇ ਉਹ ਉਹਨਾਂ ਤੋਂ ਹਰ ਮਹੀਨੇ ਚੰਗੀ ਰਕਮ ਠੱਗ ਲੈਂਦਾ ਸੀ। ਕਾਲਜ ਦੇ ਮੁੰਡਿਆਂ ਤੋਂ ਕੁਝ ਜ਼ਲੀਲ ਕਿਸਮ ਦੀਆਂ ਟਿਊਸ਼ਨਾਂ ਤੋਂ ਬਿਨਾਂ ਉਹਨੂੰ ਹੋਰ ਕੀ ਹਾਸਲ ਹੋ ਸਕਦਾ ਸੀ। ਇੱਥੇ ਉਹ ਬੇਹੱਦ ਖੁਸ਼ ਸੀ, ਜਿਵੇਂ ਆਪਣਿਆਂ 'ਚ ਆ ਗਿਆ ਹੋਵੇ। ਇਹ ਵੀ ਸੀ ਕਿ ਕਈ ਵਾਰ ਉਹ ਮੁਅੱਤਲ ਵੀ ਹੋਇਆ, ਕਦੇ ਉਹਦੀ ਤਰੱਕੀ ਹੋਈ। ਇਹ ਤਾਂ ਜ਼ਮਾਨੇ ਦੇ ਉਤਰਾ ਚੜ੍ਹਾਅ ਸਨ। ਉੱਚੀਆਂ ਲਹਿਰਾਂ ਦੇ ਸਵਾਰ ਹੋ ਕੇ ਆਦਮੀ ਕਦੇ ਅੱਗੇ ਨਿਕਲ ਜਾਂਦਾ ਹੈ, ਕਦੀ ਉਹੀ ਲਹਿਰਾਂ ਉਹਨੂੰ ਪਿੱਛੇ ਧੱਕ ਦਿੰਦੀਆਂ। ਜ਼ਮਾਨਾ ਇੱਕ ਸਮੁੰਦਰ ਹੈ, ਇਸ ਵਿੱਚ ਸਾਨੂੰ ਰਹਿਣਾ ਪੈਂਦਾ ਹੈ, ਇਸੇ ਵਿੱਚ ਡੁੱਬਣਾ ਪੈਂਦਾ ਹੈ। ਇਹਦਾ ਕਾਹਦਾ ਗਮ? ਕਾਲੀ ਚਰਨ ਸਿਰਫ ਇੰਨੀ ਸਾਵਧਾਨੀ ਜ਼ਰੂਰ ਰੱਖਦਾ ਸੀ ਕਿ ਸੁਬਡਨ ਜੇਲ੍ਹ ਦੇ ਸਾਹਮਣੇ ਆਪਣੇ ਆਪ ਨੂੰ ਬੇਹੱਦ ਮੁਸਤੈਦ ਤੇ ਦਿਆਨਤਦਾਰ ਸਾਬਤ ਕਰਦਾ ਸੀ। ਸੁਬਡਨ ਜੇਲ੍ਹ ਵੀ ਇੱਕ ਪੜ੍ਹਿਆ ਲਿਖਿਆ ਆਦਮੀ ਸੀ। ਜੇਕਰ ਉਹ ਜੇਲਰ ਨਾ ਹੁੰਦਾ ਤਾਂ ਕੋਈ ਅਦੀਬ ਹੁੰਦਾ, ਸ਼ਾਇਰ ਹੁੰਦਾ ਜਾਂ ਸੰਗੀਤਕਾਰ ਹੁੰਦਾ, ਹੋ ਸਕਦਾ ਕੋਈ ਲੀਡਰ ਹੁੰਦਾ। ਮਤਲਬ ਕਿ ਉਹ ਅਜਿਹਾ ਕੁਝ ਜ਼ਰੂਰ ਹੁੰਦਾ ਜਿੱਥੇ ਉਹਨੂੰ ਆਪਣੀ ਗੱਲ ਕਹਿਣ ਜਾਂ ਸੁਣਨ ਦਾ ਮੌਕਾ ਹੁੰਦਾ। ਉਹਦਾ ਦਿਲ ਇੱਕ ਅਜੀਬੋ-ਗਰੀਬ ਕਲਪਨਾ ਨਾਲ ਭਰਿਆ ਲੱਗਦਾ ਸੀ। ਉਹ ਸੇਵਾ ਭਾਵਨਾ ਵਾਲਾ ਸੀ ਤੇ ਨੇਕ ਬਣਨਾ ਚਾਹੁੰਦਾ ਸੀ ਤੇ ਇਨਸਾਨ ਦੇ ਦੁੱਖਾਂ ਤਕਲੀਫਾਂ ਦਾ ਹੱਲ ਲੱਭਣਾ ਚਾਹੁੰਦਾ ਸੀ। ਨਿੱਕੇ ਹੁੰਦਿਆਂ ਉਹਨੂੰ ਚਿੱਤਰਕਾਰੀ ਦਾ ਬਹੁਤ ਸ਼ੌਕ ਸੀ। ਉਹਦੇ ਪਿਤਾ ਰਾਏ ਬਹਾਦਰ ਸ੍ਰੀ ਗੰਗਾ ਸਹਾਇ ਡਿਪਟੀ ਇੰਸਪੈਕਟਰ ਜਨਰਲ ਜੇਲ੍ਹ ਖਾਨਾ 'ਚ ਸਨ। ਇਹ ਮਹਿਕਮਾ ਇੱਕ ਤਰ੍ਹਾਂ ਨਾਲ ਉਹਨਾਂ ਦਾ ਆਪਣਾ ਹੀ ਸੀ। ਇਸ ਲਈ ਉਹਨਾਂ ਨੇ ਇਹੋ ਮੁਨਾਸਿਬ ਸਮਝਿਆ ਕਿ ਆਪਣੇ ਬੇਟੇ ਖੂਬ ਚੰਦ ਨੂੰ ਜੇਲ੍ਹ 'ਚ ਭਰਤੀ ਕਰ ਲਿਆ ਜਾਏ। ਪਰ ਖੂਬ ਚੰਦ ਦਾ ਇਰਾਦਾ ਪੈਰਿਸ ਵਿੱਚ ਚਿੱਤਰਕਾਰੀ ਸਿੱਖਣ ਦਾ ਸੀ। ਪਰ ਰਾਏ ਬਹਾਦਰ ਦੇ ਅੱਗੇ ਉਹਦੀ ਇੱਕ ਨਾ ਚੱਲੀ ਤੇ ਉਹ ਜੇਲ੍ਹ ਦੇ ਮਹਿਕਮੇ 'ਚ ਭਰਤੀ ਹੋ ਗਿਆ। ਜੇ ਉਹ ਜ਼ਿੱਦੀ ਹੁੰਦਾ ਤਾਂ ਭੁੱਖਾ ਰਹਿ ਕੇ ਚਿੱਤਰਕਾਰੀ ਨੂੰ ਜਾਰੀ ਰੱਖ ਸਕਦਾ ਸੀ, ਪਰ ਉਹ ਬੇਹੱਦ ਸ਼ਰੀਫ ਆਦਮੀ ਸੀ। ਇਸ ਲਈ ਉਹ ਚਿੱਤਰਕਾਰ ਤਾਂ ਨਾ ਬਣ ਸਕਿਆ, ਪਰ ਜੇਲਰ ਬਣ ਗਿਆ। ਉਹਦੇ ਸੁਭਾਅ ਦੀ ਨਰਮੀ, ਦਿਲ ਦੀ ਸ਼ਾਇਰੀ ਤੇ ਚਿੱਤਰਕਾਰੀ ਦੀ ਕਲਪਨਾ ਇੱਥੇ ਵੀ ਅਸਰ ਦਿਖਾਏ ਬਗੈਰ ਨਾ ਰਹਿ ਸਕੇ। ਉਹ ਕੈਦੀਆਂ ਨਾਲ ਬੜੀ ਨਰਮੀ ਤੇ ਨੇਕੀ ਨਾਲ ਪੇਸ਼ ਆਉਂਦਾ ਸੀ। ਆਪਣੇ ਅਮਲੇ ਨੂੰ ਉਹਨੇ ਬਹੁਤ ਢਿੱਲ ਦੇ ਰੱਖੀ ਸੀ। ਇਨਸਾਨਾਂ ਤੇ ਭਰੋਸਾ ਕਰਨਾ ਉਹਦੇ ਸੁਭਾਅ ਦਾ ਹਿੱਸਾ ਬਣ ਗਿਆ ਸੀ। ਚਿੱਤਰਕਾਰੀ ਦਾ ਸ਼ੌਕ ਹੁਣ ਵੀ ਜਾਰੀ ਸੀ, ਪਰ ਉਹ ਆਧੁਨਿਕ ਚਿੱਤਰਕਾਰੀ ਤੋਂ ਬਹੁਤ ਖੁਸ਼ ਨਹੀਂ ਸੀ, ਜਿਸ ਵਿੱਚ ਔਰਤਾਂ ਬਦਸੂਰਤ ਤੇ ਕਮਜ਼ੋਰ ਹੁੰਦੀਆਂ ਤੇ ਮਰਦ ਮੋਟੇ। ਉਹਨੂੰ ਲੋਕ ਚਿੱਤਰਕਾਰੀ ਵੀ ਪਸੰਦ ਨਹੀਂ ਸੀ, ਜਿਸ 'ਚ ਪੇਂਡੂਆਂ ਵਰਗਾ ਬਚਕਾਨਾਪਨ ਪਾਇਆ ਜਾਂਦਾ ਸੀ। ਉਹਨੂੰ ਪੁਰਾਣੇ ਬੰਗਾਲੀ ਸਕੂਲ ਦੀ ਚਿੱਤਰਕਾਰੀ ਬਹੁਤ ਪਸੰਦ ਸੀ। ਮੱਠੀ ਸੁਸਤ ਤੇ ਸੁੱਤੀ ਹੋਈ ਚਿੱਤਰਕਾਰੀ, ਊਂਘਦਾ ਹੋਇਆ ਮਾਹੌਲ, ਫਿਤਰਤ ਦੀ ਸੁਸਤੀ ਤੇ ਨਸ਼ੇ 'ਚ ਸਰਸ਼ਾਰ, ਬਾਂਸ ਦੇ ਝੁੰਡਾਂ 'ਚ ਨਿੱਕੇ ਪਿੰਡ ਤੇ ਨਦੀ ਦੇ ਕਿਨਾਰੇ ਖਿਆਲਾਂ 'ਚ ਡੁੱਬੀ ਹੋਈ ਹਸੀਨਾ, ਅਜਿਹੀ ਤਿੱਖੀਆਂ ਅੱਖਾਂ ਵਾਲੀ ਕਿ ਜੇਕਰ ਮੁੜ ਕੇ ਕਿਤੇ ਇੱਕ ਝਾਤ ਵੀ ਪਾ ਦੇ ਤਾਂ ਆਦਮੀ ਉਸੇ ਥਾਂ ਢੇਰੀ ਹੋ ਜਾਏ। ਪਤਾ ਨਹੀਂ ਕਿਹੜੇ ਦੇਸ਼ 'ਚ ਔਰਤਾਂ ਰਹਿੰਦੀਆਂ ਹਨ, ਕੀ ਖਾਂਦੀਆਂ ਨੇ, ਕੀ ਖਾਂਦੀਆਂ ਵੀ ਨੇ ਜਾਂ ਸਿਰਫ ਆਪਣੇ ਹੁਸਨ ਨੂੰ ਵੇਖ ਕੇ ਜਿਉਂਦੀਆਂ ਨੇ। ਤੇ ਵਾਕਿਆ ਹੀ ਅਜਿਹੀ ਮੁਕੰਮਲ ਔਰਤ ਨੂੰ ਖਾਣ ਦੀ ਜ਼ਰੂਰਤ ਵੀ ਕੀ ਹੈ, ਹੱਥ ਪੈਰ ਹਿਲਾਉਣ ਦੀ ਜ਼ਰੂਰਤ ਵੀ ਕੀ ਹੈ। ਉਹ ਤਾਂ ਇੱਕ ਤਸਵੀਰ ਹੈ ਜਿਹਨੂੰ ਆਦਮੀ ਸੋਨੇ ਦੀ ਫਰੇਮ 'ਚ ਜੜਵਾ ਕੇ ਦੇਖਿਆ ਕਰੇ, ਤੇ ਬਹੁਤੇ ਆਦਮੀ ਸੋਚਦੇ ਵੀ ਹਨ। ਇਸ ਲਈ ਬਹੁਤ ਸਾਰੀਆਂ ਔਰਤਾਂ ਇੱਦਾਂ ਹੀ ਸੋਨੇ ਦੀ ਇੱਕ ਫਰੇਮ ਦੀ ਖੁਆਇਸ਼ ਕਰਿਆ ਕਰਦੀਆਂ ਹਨ। ਖੂਬ ਚੰਦ ਕੋਲ ਸੋਨੇ ਦਾ ਫਰੇਮ ਤਾਂ ਸੀ, ਪਰ ਉਹ ਮੁਕੰਮਲ ਔਰਤ ਉਹਨੂੰ ਹੁਣ ਤੱਕ ਨਹੀਂ ਮਿਲੀ ਸੀ। ਇਸ ਲਈ ਉਮਰ ਦੇ 50 ਵਰ੍ਹੇ ਬੀਤ ਜਾਣ ਤੇ ਵੀ ਉਹ ਕੁਆਰਾ ਸੀ। ਇਸ ਲਈ ਉਹਦੇ ਦਿਲ 'ਚ ਉਮੀਦ ਦੀ
ਉਹ ਲੋਕ ਵੀ ਘਟ ਗਈ ਸੀ ਜੇ ਸ਼ਾਇਦ ਉਹਨੂੰ ਉਹ ਮੁਕੰਮਲ ਔਰਤ ਕਦੇ ਨਹੀਂ ਮਿਲ ਸਕਦੀ। ਤੇ ਜਿਉਂ-ਜਿਉਂ ਉਹਦੇ ਦਿਲ ਵਿੱਚ ਇਹ ਨਾਉਮੀਦੀ ਘਰ ਕਰਦੀ ਜਾਂਦੀ ਸੀ ਤਾਂ ਆਪਣੀਆਂ ਤਸਵੀਰਾਂ ਵਿਚਲੀਆਂ ਔਰਤਾਂ ਦੇ ਨਾਜ਼ੁਕ ਤੋਂ ਨਾਜ਼ੁਕ ਨੈਣ ਨਕਸ਼ਾਂ ਨੂੰ ਸਾਂਚਿਆਂ 'ਚ ਢਾਲਦਾ ਜਾਂਦਾ। ਕਦੇ-ਕਦੇ ਇਹਨਾਂ ਤਸਵੀਰਾਂ ਨੂੰ ਵੇਖ ਕੇ ਉਹਦਾ ਗੱਚ ਭਰ ਆਉਂਦਾ। ਕੀ ਇਹਨਾਂ ਵਿੱਚੋਂ ਕੋਈ ਵੀ ਤਸਵੀਰ ਜਿੰਦਾ ਨਹੀਂ ਹੋ ਸਕਦੀ? ਕੀ ਇਹ ਬੁੱਲ ਬੋਲ ਨਹੀਂ ਸਕਦੇ? ਕੀ ਇਹਨਾਂ ਬਾਹਾਂ ਦਾ ਮਰਮਰ ਮੇਰੀਆਂ ਬਾਹਾਂ 'ਚ ਨਹੀਂ ਆ ਸਕਦਾ? ਜੇਕਰ ਇਹ ਤਿਰਛੀਆਂ ਪਲਕਾਂ ਮੇਰੇ ਖਿਆਲਾਂ ਤੇ ਗਿਰ ਜਾਣ ਤਾਂ ਕੀ ਹੋਵੇਗਾ? ਕੋਈ ਮਨਚਲਾ ਉਹਨੂੰ ਇਹ ਦੱਸਣ ਨੂੰ ਤਿਆਰ ਨਹੀਂ ਸੀ ਕਿ ਇਹ ਤੋਂ ਬਾਅਦ ਤਾਂ ਮੁਹੱਬਤ ਹੁੰਦੀ ਹੈ। ਮੁਹੱਬਤ ਤੋਂ ਬਾਅਦ ਮੁਮਕਿਨ ਹੈ ਸ਼ਾਦੀ ਤੋਂ ਬਾਅਦ ਮੁਮਕਿਨ ਹੈ ਬੱਚੇ ਹੋਣ, ਬੱਚਿਆਂ ਤੋਂ ਬਾਅਦ ਮੁਮਕਿਨ ਹੈ ਔਰਤ ਸਰਕੰਡੇ ਵਾਂਗ ਪਤਲੀ ਜਾਂ ਬੇਲੋੜੀ ਮੋਟੀ ਹੋ ਜਾਏ ਤੇ ਉਹਦਾ ਸੁਪਨਾ ਸਦਾ ਲਈ ਪਾਰਾ ਹੋ ਜਾਏ। ਸ਼ਾਇਦ ਇਸੇ ਲਈ ਉਹਨੇ ਸ਼ਾਦੀ ਨਹੀਂ ਕੀਤੀ ਸੀ। ਉਹ ਸਿਰਫ ਪਾਣੀ ਤੇ ਤੈਰਦੇ ਹੋਏ ਕਮਾਲ ਵੇਖਣਾ ਚਾਹੁੰਦਾ ਸੀ, ਪਰ ਉਸ ਚਿੱਕੜ ਨੂੰ ਨਹੀਂ ਜਿੱਥੋਂ ਕਮਲ ਪੈਦਾ ਹੁੰਦਾ ਹੈ, ਨਾ ਹੀ ਉਸ ਅੰਜਾਮ ਨੂੰ ਵੇਖਣਾ ਚਾਹੁੰਦਾ ਸੀ ਜਿੱਥੇ ਕਮਲ ਦੀ ਪੱਤੀ ਮੁਰਝਾ ਜਾਂਦੀ ਹੈ। ਖੂਬ ਚੰਦ ਇੱਕ ਖਾਸ ਰੋਮਾਨੀਅਤ ਪਸੰਦ ਇਨਸਾਨ ਸੀ ਤੇ ਆਪਣੇ ਖਿਆਲਾਂ ਦੀ ਜੇਲ੍ਹ 'ਚ ਕੈਦ ਰਹਿੰਦਾ ਸੀ। ਉਸ ਵਾਂਗ ਬਹੁਤ ਸਾਰੇ ਇਨਸਾਨ ਹਮੇਸ਼ਾ ਕਿਸੇ ਨਾ ਕਿਸੇ ਜੇਲ੍ਹਖਾਨੇ 'ਚ ਬੰਦ ਰਹਿੰਦੇ ਹਨ ਤੇ ਆਪਣੇ ਆਪ ਨੂੰ ਆਜ਼ਾਦ ਸਮਝਦੇ ਹਨ। ਜਦ ਲਾਚੀ ਪਹਿਲੀ ਵਾਰ ਸੁਬਡਨ ਜੇਲ੍ਹ ਦੀ ਕਮਰੇ 'ਚ ਲਿਆਂਦੀ ਗਈ ਤਾਂ ਖੂਬ ਚੰਦ ਉਹਨੂੰ ਵੇਖ ਕੇ ਹੈਰਾਨ ਹੋ ਗਿਆ। ਇੱਕਦਮ ਉਹਨੂੰ ਮਹਿਸੂਸ ਹੋਇਆ ਕਿ ਜਿਹੜੀ ਤਸਵੀਰ ਹੁਣ ਤੱਕ ਉਹਦੀਆਂ ਸੋਚਾਂ 'ਚ ਘੁੰਮਦੀ ਸੀ ਅੱਜ ਜ਼ਿੰਦਾ ਹੋ ਕੇ ਉਹਦੇ ਸਾਹਮਣੇ ਆ ਗਈ ਹੈ। ਉਹੀ ਉਦਾਸ ਗਮਗੀਨ ਅੱਖਾਂ 'ਚ ਉਹੀ ਤਿੱਖਾਪਨ, ਤੋਰ ਦਾ ਉਹੀ ਅੰਦਾਜ਼ਾ, ਹਾਲਾਤਾਂ ਤੋਂ ਬੇਪਰਵਾਹ ਤੇ ਬੇਨਿਆਜ਼ ਲਾਚੀ ਉਹਦੇ ਸਾਹਮਣੇ ਖੜੀ ਸੀ। ਕੁਝ ਸਮੇਂ ਲਈ ਤਾਂ ਉਹ ਉਹਨੂੰ ਚੁੱਪਚਾਪ ਵੇਖਦਾ ਰਿਹਾ, ਉਹਦਾ ਮੂੰਹ ਅੱਡਿਆ ਰਹਿ ਗਿਆ। ਫਿਰ ਇੱਕਦਮ ਉਹਨੂੰ ਅਹਿਸਾਸ ਹੋਇਆ ਕਿ ਉਹ ਕਮਰੇ 'ਚ ਇਕੱਲਾ ਨਹੀਂ ਸੀ। ਉਹਦਾ ਸਟੈਨੋਗ੍ਰਾਫਰ ਤੇ 2 ਹੋਰ ਕਲਰਕ ਵੀ ਸਨ। ਕਾਫੀ ਸਾਰਾ ਅਮਲਾ ਸੀ। ਖੂਬ ਚੰਦ ਨੇ ਲਾਚੀ ਦੇ ਚਿਹਰੇ ਤੋਂ ਨਜ਼ਰ ਹਟਾਈ ਤੇ ਲਾਚੀ ਦੇ ਕਾਗਜ਼ਾਤ ਤੇ ਪਾਈ, ਪਰ ਉਹਨੂੰ ਫਿਰ ਇੱਕ ਝਟਕਾ ਲੱਗਾ। ਤੂੰ ਕਤਲ ਕੀਤਾ ਹੈ? ਖੂਬ ਚੰਦ ਨੇ ਲਾਚੀ ਵੱਲ ਵੇਖ ਕੇ ਕਿਹਾ। ਨਹੀਂ ਤਾਂ ਇੱਥੇ ਕਿਉਂ ਆਈਆਂ ਜੀ? ਲਾਚੀ ਨੇ ਪੁੱਛਿਆ। ਸਿੱਧੇ ਤਰੀਕੇ ਨਾਲ ਗੱਲ ਕਰ, ਇੱਕ ਵਾਰਡਨ ਬੋਲਿਆ। ਇਹ ਜੇਲ੍ਹ ਸੁਪਰਡੈਂਟ ਹਨ। ਅੱਛਾ। ਲਾਚੀ ਨੇ ਹੱਥ ਦੇ ਇਸ਼ਾਰੇ ਨਾਲ ਬੜੀ ਬੇਪਰਵਾਹੀ ਨਾਲ ਖੂਬ ਚੰਦ ਨੂੰ ਸਲਾਮ ਕੀਤਾ, ਜਿਵੇਂ ਆਪਣੇ ਮੱਥੇ ਤੋਂ ਮੱਖੀ ਉਡਾ ਰਹੀ ਹੋਵੇ। ਨਹੀਂ ਗੱਲ ਕਰਨ ਦਿਓ, ਖੂਬ ਚੰਦ ਇੱਕਦਮ ਨਰਮੀ ਨਾਲ ਬੋਲਿਆ ਤੇ ਉਹਦੀ ਨਜ਼ਰ ਕਾਗਜ਼ਾਤ ਤੇ ਝੁਕ ਗਈ। ਕਾਫੀ ਦੇਰ ਤੱਕ ਉਹ ਕਾਗਜ਼ਾਤ ਨੂੰ ਉਲਟ ਪਲਟ ਕੇ ਵੇਖਦਾ ਰਿਹਾ। ਕੁਝ ਪਲਾਂ ਲਈ ਉਹਨੇ ਲਾਚੀ ਨੂੰ ਨਾ ਵੇਖਿਆ, ਜਿਹਦੇ ਚਿਹਰੇ ਤੇ ਉਤਸੁਕਤਾ ਦੇ ਹਾਵ ਭਾਵ ਉੱਭਰ ਆਏ ਸਨ। ਇਹ ਤਸਵੀਰ ਬੋਲਦੀ ਵੀ ਹੈ, ਖੂਬ ਚੰਦ ਨੇ ਸੋਚਿਆ, ਹਿਲਜੁਲ ਵੀ ਕਰਦੀ ਹੈ, ਪਰ ਸਿਨੇਮੇ ਵਾਂਗ ਨਹੀਂ, ਜ਼ਿੰਦਗੀ ਵਾਂਗ। ਫਿਰ ਵੀ ਉਹ ਹੱਕਾ ਬੱਕਾ ਰਹਿ ਗਿਆ। ਕਿਉਂ ਹੋਇਆ? ਸ਼ਾਇਦ ਇਸ ਲਈ ਕਿ ਜਿਸ ਤਰ੍ਹਾਂ ਉਹ ਜਿਸ ਤਸਵੀਰ ਨੂੰ ਬੋਲਦਿਆਂ ਵੇਖਣਾ ਚਾਹੁੰਦਾ ਸੀ, ਉਸ ਤਰ੍ਹਾਂ ਇਹ ਤਸਵੀਰ ਬੋਲ ਨਹੀਂ ਰਹੀ ਸੀ। ਉਹਦੀ ਤਸਵੀਰ ਤਾਂ ਸ਼ਾਇਦ ਉਹਨੇ ਟੈਗੋਰ ਦੇ ਗੀਤਾਂ 'ਚ ਦਿਸਦੀ ਸੀ, ਉਮਰ ਖਿਆਮ ਦੀਆਂ ਰੁਬਾਈਆਂ ਸੁਣਾਉਂਦੀ, ਕੀਟਸ ਦੀਆਂ ਬਿਸਮੀਆਂ ਵਾਂਗ ਕਿਸੇ ਅਣਜਾਣ ਜ਼ਖੀਰੇ ਨੂੰ ਮੱਧਮ ਸੁਰਾਂ ਦੇ ਮਿੱਠੇ ਸੰਗੀਤ ਨਾਲ ਲਬਰੇਜ਼ ਕਰ ਦਿੰਦੀ। ਪਰ ਇਹ ਕਿਹੋ ਜਿਹਾ ਖਰਵਾਸ ਪਾਟ ਲਹਿਜਾ ਸੀ ਉਸ ਤਸਵੀਰ ਦਾ। ਖੂਬ ਚੰਦ ਨੂੰ ਅਜੀਬ ਜਿਹੀ ਹੈਰਾਨੀ ਹੋਈ। ਉਹਨੇ ਥੋੜਾ ਸਖਤ ਲਹਿਜੇ ਨਾਲ ਪੁੱਛਿਆ, ਕੋਈ ਕੰਮ ਜਾਣਦੀ ਹੈ? ਬਾਸਕਟ ਬੁਣ ਸਕਦੀਆਂ ਤੇ ਚਟਾਈਆਂ ਤੇ ਨਟਾਂ ਦੇ ਕਰਤੱਵ ਜਾਣਦੀਆਂ, ਜਲਦੇ ਹੋਏ ਗੋਲੇ 'ਚੋਂ ਨਿਕਲ ਸਕਦੀਆਂ, ਇੱਕ ਸਾਹ 'ਚ 10 ਕਲਾਬਾਜ਼ੀਆਂ ਲਾ ਸਕਦੀਆਂ। ਕਿੱਧਰ ਗਈ ਉਹ ਤਸਵੀਰ? ਉਹ ਬਾਂਸ ਦੇ ਸਰਸਰਾਉਂਦੇ ਝੁੰਡ, ਹਵਾ ਰੁਮਾਨ ਦੀ ਖੁਸ਼ਬੂ ਨਾਲ ਮਹਿਕੀ ਹੋਈ ਤੇ ਨਦੀ ਦੇ ਕਿਨਾਰੇ ਗਰਦਨ ਝੁਕਾਈ ਸੁੰਦਰ ਹਸੀਨਾ, ਕਿਸੇ ਸੋਚ 'ਚ ਡੁੱਬੀ ਹੋਈ। ਇਹ ਤਾਂ ਬਿਲਕੁਲ ਉਹੀ ਤਸਵੀਰ ਹੈ, ਪਰ ਕਿੰਨੀ ਅਲੱਗ। ਖੂਬ ਚੰਦ ਅੰਦਰ ਹੀ ਅੰਦਰ ਬੁੜਬੁੜਾ ਉੱਠਿਆ। 50 ਸਾਲ ਤੋਂ ਇਹ ਜਿਸ ਤਸਵੀਰ ਨੂੰ ਵੇਖਦਾ ਆਇਆ ਸੀ, ਅੱਜ ਉਹ ਇੱਕ ਪਲ 'ਚ ਟੁਕੜੇ ਹੋ ਕੇ ਉਹਦੇ ਕਦਮਾਂ 'ਚ ਪਈ ਸੀ। ਲਾਚੀ ਦੀ ਆਵਾਜ਼ ਆ ਰਹੀ ਸੀ, ਤੇ ਪੰਜਾ ਵੀ ਲੜਾ ਸਕਦੀਆਂ। ਲਾਚੀ ਨੇ ਆਪਣਾ ਹੱਥ ਅੱਗੇ ਵਧਾਇਆ ਤੇ ਸੁਬਡਨ ਨੂੰ ਪੁੱਛਿਆ, ਲੜਾਓਗੇ? ਕਮਰੇ 'ਚ ਜਿੰਨੇ ਲੋਕ ਸਨ ਸਭ ਹੱਸ ਪਏ, ਪਰ ਦਿਲਦਾਰ ਖਾਨ ਪੰਜਾਬੀ ਵਾਰਡਨ ਨੂੰ ਬੇਹੱਦ ਗੁੱਸਾ ਆਇਆ ਤੇ ਸੁਬਡਨ ਜੇਲ੍ਹ ਦੀ ਇੱਜ਼ਤ ਰੱਖਣ ਲਈ ਮੌਕਾ ਚੰਗਾ ਸੀ। ਉਹਨੇ ਕਿਹਾ, ਸਾਹਿਬ ਦੀ ਗੱਲ ਛੱਡ, ਪਹਿਲਾਂ ਮੇਰੇ ਨਾਲ ਪੰਜਾ ਲੜਾ। ਦਿਲਦਾਰ ਖਾਨ ਪੰਜਾਬੀ ਨੇ ਆਪਣਾ ਮੋਟਾ ਹੱਥ ਲਾਚੀ ਵੱਲ ਵਧਾਇਆ। ਲਾਚੀ ਸਹਿਮ ਕੇ ਪਿੱਛੇ ਹਟ ਗਈ ਤੇ ਬੋਲੀ, ਤੇਰਾ ਹੱਥ ਮੇਰੇ ਹੱਥ ਨਾਲੋਂ ਤਕੜਾ ਲੱਗਦਾ ਹੈ। ਕਮਰੇ 'ਚ ਸਭ ਲੋਕ ਹੱਸ ਪਏ। ਦਿਲਦਾਰ ਖਾਨ ਨੇ ਝੁੱਕ ਕੇ ਮਜ਼ਾਕੀਆ ਲਹਿਜੇ 'ਚ ਕਿਹਾ, ਬਸ ਡਰ ਗਈ? ਲਾਚੀ ਦਾ ਮੂੰਹ ਲਾਲ ਹੋ ਗਿਆ। ਉਹਨੇ ਅੱਗੇ ਵੱਧ ਕੇ ਦਿਲਦਾਰ ਖਾਨ ਦੀ ਤਲੀ ਤੇ ਹੱਥ ਮਾਰਿਆ ਤੇ ਆਪਣੀਆਂ ਉਂਗਲਾਂ ਉਹਦੀਆਂ ਉਂਗਲਾਂ 'ਚ ਫਸਾ ਦਿੱਤੀਆਂ। ਦਿਲਦਾਰ ਖਾਨ ਨੇ ਹੱਥ ਨਾਲ ਹੱਥ ਮਿਲਾ ਕੇ ਜ਼ੋਰ ਲਾਇਆ। ਲਾਚੀ ਸਿਰ ਤੋਂ ਪੈਰਾਂ ਤੱਕ ਲਚਕ ਗਈ, ਪਰ ਉਹਦੀ ਬਾਂਹ ਟੇਢੀ ਨਾ ਹੋਈ। ਹਰਾਮਜ਼ਾਦੀ ਨਟਣੀ, ਦਿਲਦਾਰ ਖਾਨ ਤਰਬ ਕੇ ਬੋਲਿਆ ਤੇ ਉਹਨੇ ਫਿਰ ਜ਼ੋਰ ਲਾਇਆ। ਹਰਾਮਜ਼ਾਦਾ ਤੂੰ, ਤੇਰਾ ਬਾਪ।
पंजा लड़ा, गल्लां ना कर। लाची गुस्से नाल भर के बोली। दिलदार खान दा पूरा जोर लाची दे हत्थ ते लग रिहा सी, पर लाची ने नटनियां वाले गुर उंजी नहीं सिखे सन। उन्हें अपने शरीर नूं लचका के इस जोर नूं सारे शरीर ते वंड लिया, पर उहदियां बाहां उसे तरह दिलदार खान दियां बाहां नाल टेढ़ियां हो के उलझियां रहियां। दिलदार खान दा मूंह जो पहलां सांवले रंग दा सी, हुण गुस्से नाल काला हुंदा जा रिहा सी। फिर लाची उहदियां अखां च अखां पा के बोली, वेख हुण मैं अपना पंजा छुडाउणी आ। ਇਹ ਤੋਂ ਬਾਅਦ ਉਹ ਪਤਾ ਨਹੀਂ ਕਿਵੇਂ ਲਚਕੀ ਤੇ ਇੱਕ ਹਰਕਤ ਉਹਨੇ ਕੀਤੀ, ਇੱਕ ਹੀ ਝਟਕੇ ਨਾਲ ਲਾਚੀ ਦਾ ਪੰਜਾ ਦਿਲਦਾਰ ਦੇ ਪੰਜੇ ਤੋਂ ਅੱਡ ਹੋ ਗਿਆ। ਕਮਰੇ 'ਚ ਸਾਰੇ ਲੋਕ ਜ਼ੋਰ ਨਾਲ ਹੱਸਣ ਲੱਗੇ। ਦਿਲਦਾਰ ਖਾਨ ਪੰਜਾਬੀ ਦਾ ਹੱਥ ਲਾਚੀ ਨੂੰ ਮਾਰਨ ਲਈ ਉੱਠਿਆ ਹੀ ਸੀ ਕਿ ਜੇਲ੍ਹ ਸੁਪਰਡੈਂਟ ਦੇ ਚਿਹਰੇ ਵੱਲ ਵੇਖ ਕੇ ਰੁਕ ਗਿਆ। ਦਿਲਦਾਰ, ਇਹ ਕੀ ਧੱਕਾ ਹੈ? ਖੂਬ ਚੰਦ ਨੇ ਰੋਬ ਨਾਲ ਕਿਹਾ। ਫਿਰ ਔਰਤਾਂ ਦੀ ਇੰਚਾਰਜ ਜੀਨਾ ਬਾਈ, ਇਹਨੂੰ ਲੈ ਜਾ ਤੇ 6 ਮਹੀਨੇ ਤੱਕ ਬਾਕੀ ਔਰਤਾਂ ਤੋਂ ਵੱਖ ਰੱਖੀ। ਬਹੁਤ ਖਤਰਨਾਕ ਔਰਤ ਲੱਗਦੀ ਹੈ। मैं अड नहीं रहांगी, एकदम लाची जोर नाल बोली। जीना बाई घबरा के पिछे हट गई। खूब चंद दे हुक्म नाल 2-3 वार्डनां ने मिल के लाची नूं घेर लिया ते उहनूं औरतां दी सर्कल जेल च पुजदी कर लाए, जो वड्डी जेल दे दखणी खुंजे च सी। सारी रात खूब चंद नूं नींद ना आई। देर तक वो अपने खूबसूरत फ्लैट दी मध्यम मध्यम रोशनी च दीवारां च लगियां तस्वीरां नूं वेखदा रिहा। उहनूं अपणीआं इन्हां तस्वीरां नाल किन्ना प्यार सी। जेल दी सख्त बोरीयत, जुल्म ते सितम नाल हुई दुनिया तो बाद ये तस्वीरां ही उहदा सहारा सन। इहो तस्वीर उहदी पत्नी सी, उहदे बाल सन, उहदे दोस्त सन। वरियां दी मुहब्बत उहने इन्हां तस्वीरां दी एक एक लकीर च घोली सी, पर वरियां दियां जाणियां पछाणियां तस्वीरां अज उहनूं किन्नियां उपरियां लग रहियां सन, जिवें सब कुछ टुकड़े टुकड़े हो गया सी। ਉਹ ਤਾਂ ਇਹਨਾਂ तस्वीरां ਨੂੰ नहीं जाणदा सी। ਇਹ तस्वीरां ਉਹ ਕਿਵੇਂ ਬਣਾ ਸਕਦਾ ਸੀ? ਇਹ ਤਸਵੀਰਾਂ ਬਿਲਕੁਲ ਮਿਲਾਵਟੀ ਸਨ। ਇਹ ਤਸਵੀਰਾਂ ਤਾਂ ਉਹਦੀਆਂ ਨਹੀਂ ਸਨ। ਇਹ ਕਿਸੇ ਅਣਜਾਣ ਦੀਆਂ ਵਾਹੀਆਂ ਲਕੀਰਾਂ ਸਨ ਜੋ ਵਿੰਗੀਆਂ ਟੇਢੀਆਂ ਸਨ। ਇਹਨਾਂ 'ਚ ਕੀ ਰੱਖਿਆ? ਵਰ੍ਹਿਆਂ ਤੋਂ ਇਹਨਾਂ ਤਸਵੀਰਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਇਹ ਕਿਵੇਂ ਬੋਲਦੀਆਂ? ਉਹਨੂੰ ਲਾਚੀ ਤੇ ਬਹੁਤ ਗੁੱਸਾ ਆਇਆ। ਉਹਨੂੰ ਇਉਂ ਮਹਿਸੂਸ ਹੋਇਆ ਜਿਵੇਂ ਉਹ ਬੇਕਾਰ ਕੰਮਾਂ 'ਚ ਉਲਝ ਕੇ ਬੁੱਢਾ ਹੋ ਗਿਆ, ਜਿਵੇਂ ਉਹ ਕਿਸੇ ਗਲਤ ਰਾਹ ਤੇ ਚਲਦਿਆਂ ਚਲਦਿਆਂ ਕਿਸੇ ਅੰਨੇ ਖੂਹ ਤੇ ਜਾ ਪੁੱਜਿਆ। ਉਹਨੇ ਇੱਕ ਇੱਕ ਕਰਕੇ ਕੰਧਾਂ ਤੋਂ ਸਭ ਤਸਵੀਰਾਂ ਲਾ ਦਿੱਤੀਆਂ, ਉਹਨਾਂ ਨੂੰ ਫਰੇਮ ਤੋਂ ਵੱਖ ਕੀਤਾ ਤੇ ਹੌਲੀ ਹੌਲੀ ਉਹਨਾਂ ਨੂੰ ਇਸ ਤਰ੍ਹਾਂ ਫਾੜਨ ਲੱਗਾ ਜਿਵੇਂ ਆਪਣੀ ਜ਼ਿੰਦਗੀ ਦੇ ਪੁਰਾਣੇ ਵਰਕੇ ਪਾੜ ਰਿਹਾ ਹੋਵੇ। ਉਹਦੀਆਂ ਅੱਖਾਂ 'ਚੋਂ ਹੰਝੂ ਵਹਿਣ ਲੱਗੇ, ਕਿਉਂਕਿ ਜ਼ਿੰਦਗੀ ਦੇ ਵਰਕੇ ਕਾਗਜ਼ ਦੇ ਵਰਕਿਆਂ ਵਾਂਗ ਤਾਂ ਨਹੀਂ ਹੁੰਦੇ। ਉਹ ਫੇਰ ਨਹੀਂ ਲਿਖੇ ਜਾ ਸਕਦੇ। ਠੀਕ ਹੈ, ਹੁਣ ਉਹ ਸਿਰਫ ਜੇਲਰ ਬਣੂਗਾ, ਉਹਨੇ ਦਿਲ ਹੀ ਦਿਲ 'ਚ ਕਿਹਾ। ਜੀਨਾ ਬਾਈ ਜਦ ਜਵਾਨ ਸੀ ਤਾਂ ਆਪਣੇ ਜਿਸਮ ਦਾ ਧੰਦਾ ਕਰਦੀ ਸੀ, ਤੇ ਜਦ ਜੋਬਨ ਢਲਣ ਲੱਗਿਆ ਤਾਂ ਉਹਨੇ ਜੇਬ ਕੱਟਣ ਦੀ ਸਾਈਡ ਲਾਈਨ ਵੀ ਅਜ਼ਮਾਈ ਸੀ। ਅਧਖੜ ਉਮਰ ਤੱਕ ਪੁੱਜਦਿਆਂ ਪੁੱਜਦਿਆਂ ਉਹ ਮਸ਼ਹੂਰ ਤੀਵੀਂ ਬਣ ਗਈ ਸੀ। ਉਹਦਾ ਕੰਮ ਖੂਬਸੂਰਤ ਔਰਤਾਂ ਤੇ ਕੁੜੀਆਂ ਨੂੰ ਫਸਾਉਣ ਤੇ ਉਹਨਾਂ ਨੂੰ ਮਸ਼ਹੂਰ ਦਲਾਲਾਂ ਕੋਲ ਵੇਚਣਾ ਸੀ। ਇਸ 'ਚ ਉਹਨੂੰ ਮੋਟੇ ਪੈਸੇ ਮਿਲ ਜਾਂਦੇ ਸੀ। ਖਤਰਾ ਵੀ ਬਹੁਤ ਸੀ। 4-6 ਵਾਰ ਉਹਨੂੰ ਜੇਲ੍ਹ ਹੋਈ ਸੀ। ਆਖਰੀ ਵਾਰ ਜਦ ਉਹਦੇ ਬੱਚੇ ਦਾ ਗਲਾ ਘੁੱਟਣ ਦੇ ਜੁਰਮ 'ਚ ਜੀਨਾ ਬਾਈ ਨੂੰ ਉਮਰ ਕੈਦ ਹੋਈ ਸੀ। ਹੁਣ ਉਹ ਬਹੁਤ ਰਹਿਮਦਿਲ, ਢਿੱਲੇ ਮੂੰਹ ਵਾਲੀ, ਮਿੱਠੇ ਬੋਲਾਂ ਵਾਲੀ ਬੁੱਢੀ ਸੀ। ਉਹਦੀ ਚਾਲ ਢਾਲ ਤੋਂ ਹਰ ਸਮੇਂ ਇੱਕ ਅਜੀਬ ਜਿਹੀ ਮਮਤਾ ਝਲਕਦੀ ਰਹਿੰਦੀ ਸੀ, ਜਿਸ ਨਾਲ ਉਹ ਔਰਤਾਂ ਦੀ ਜੇਲ੍ਹ 'ਚ ਬਹੁਤ ਮਸ਼ਹੂਰ ਹੋ ਗਈ ਸੀ। 4-6 ਵਾਰ ਜੇਲ੍ਹ ਕੱਟ ਕੇ ਹੁਣ ਉਸ ਮਾਹੌਲ 'ਚ ਘੁਲ ਮਿਲ ਗਈ ਸੀ। ਹੁਣ ਤਾਂ ਇਹੋ ਜੇਲ੍ਹ ਉਹਦਾ ਘਰ ਸੀ, ਇਹੋ ਉਹਦਾ ਦੇਸ਼ ਸੀ, ਇਹੋ ਉਹਦੀ ਸਿਆਸਤ। ਉਹ ਜੇਲ੍ਹ ਦੀਆਂ ਔਰਤਾਂ ਵਿੱਚੋਂ ਸਭ ਤੋਂ ਸਿਆਣੀ ਸੀ। ਇਸ ਲਈ ਜੇਲ੍ਹ ਦੇ ਹੁਕਮਰਾਨ ਵੀ ਉਹਨੂੰ ਪਸੰਦ ਕਰਦੇ ਸਨ। ਮਰਦਾਂ ਦੀ ਜੇਲ੍ਹ ਦੇ ਮਸ਼ਹੂਰ ਗੁੰਡੇ ਵੀ ਉਹਦੀ ਇੱਜ਼ਤ ਕਰਦੇ ਸਨ, ਇਸ ਲਈ ਕਿ ਉਹ ਸਭ ਕੰਮ ਜਾਣਦੀ ਸੀ ਤੇ ਬਹੁਤ ਗੁਪਤ ਤਰੀਕੇ ਨਾਲ ਬੇਈਮਾਨੀ ਦੇ ਸਾਰੇ ਕੰਮ ਕਰਦੀ ਸੀ, ਜਿਵੇਂ ਹਰ ਬਿਜ਼ਨਸਮੈਨ ਨੂੰ ਹੋਣਾ ਚਾਹੀਦਾ ਹੈ। ਅਫਸੋਸ ਕਿ ਹਾਲਤਾਂ ਨੇ ਸਾਥ ਨਹੀਂ ਦਿੱਤਾ। ਉਹਨੂੰ ਤਾਲੀਮ ਨਹੀਂ ਮਿਲੀ ਸੀ ਤੇ ਉਹ ਇੱਕ ਗਰੀਬ ਹਿੰਦੁਸਤਾਨੀ ਔਰਤ ਸੀ। ਨਹੀਂ ਤਾਂ ਇੱਕ ਕਾਮਯਾਬ ਬਿਜ਼ਨਸਮੈਨ ਦੀਆਂ ਖੂਬੀਆਂ ਉਸ 'ਚ ਮੌਜੂਦ ਸਨ। ਜੇਕਰ ਉਹਨੂੰ ਉਮਰ ਕੈਦ ਨਾ ਹੁੰਦੀ ਤਾਂ ਸ਼ਾਇਦ ਇੱਕ ਦਿਨ ਲੱਖਪਤੀ ਹੋ ਜਾਂਦੀ। ਜੀਨਾ ਬਾਈ ਬਾਹਰੀ ਦੁਨੀਆ ਦੇ ਸੁਨੇਹੇ ਔਰਤਾਂ ਦੀ ਜੇਲ੍ਹ 'ਚ ਪਹੁੰਚਾਉਂਦੀ ਸੀ। ਮਰਦਾਂ ਦੀ ਜੇਲ੍ਹ ਤੇ ਔਰਤਾਂ ਦੀ ਜੇਲ੍ਹ ਵਿਚਕਾਰ ਰਾਬਤਾ ਵੀ ਉਹਦੇ ਜ਼ਰੀਏ ਹੁੰਦਾ ਸੀ। ਚਰਸ ਤੇ ਰਕਮ ਦੀ ਦਰਾਮਦ ਉਹਦੇ ਹੀ ਜ਼ਰੀਏ ਹੁੰਦੀ ਸੀ। ਜੇਲ੍ਹ 'ਚ 2-3 ਔਰਤਾਂ ਅਜਿਹੀਆਂ ਸਨ ਕਿ ਕਿਸੇ ਤਰ੍ਹਾਂ ਮਾਰਫੀਆ ਦੇ ਟੀਕਿਆਂ ਤੋਂ ਬਗੈਰ ਜ਼ਿੰਦਾ ਨਹੀਂ ਰਹਿ ਸਕਦੀਆਂ ਸੀ। ਇਹ ਕੰਮ ਵੀ ਜੀਨਾ ਬਾਈ ਦੇ ਸਪੁਰਦ ਸੀ। ਇਹ ਤੋਂ ਇਲਾਵਾ ਲੋਹੇ ਦੀਆਂ ਸਲਾਖਾਂ ਦੇ ਆਰ-ਪਾਰ ਕੀ ਇਸ਼ਕ ਨਹੀਂ ਹੋ ਸਕਦਾ? ਇਸ ਜੇਲ੍ਹ ਦੇ ਲੋਕ ਕੀ ਔਰਤਾਂ ਨੂੰ ਭੁੱਲ ਜਾਂਦੇ ਹੈ? ਕੀ ਉਹ ਮਰਦ ਨਹੀਂ ਹੁੰਦੇ? ਕੀ ਉਹਨਾਂ ਜਜ਼ਬਾਤ ਨੂੰ ਅੱਗ ਨਹੀਂ ਲੱਗ ਜਾਂਦੀ? ਕਿ ਉਹ ਖੁਸ਼ਕ ਮਾਚਿਸ ਵਾਂਗੂ ਭੜਕ ਨਹੀਂ ਸਕਦੇ? ਜ਼ਿੰਦਗੀ ਇੱਕ ਗੁਬਾਰਾ ਹੈ, ਜਿਹਨੂੰ ਜੇਕਰ ਇੱਕ ਪਾਸਿਓਂ ਘੁੱਟ ਦਿਓ ਤਾਂ ਦੂਜੇ ਪਾਸਿਓਂ ਫੁੱਲ ਜਾਂਦਾ ਹੈ। ਕਿੰਨਾ ਅਜੀਬ ਹੈ ਸਭ ਕੁਝ। ਬੜਾ ਸੌਖਾ ਨਹੀਂ ਇਹਨੂੰ ਸਮਝਣਾ।
ਪਰ ਜੀਨਾ ਬਾਈ ਆਪਣੇ ਕੈਦੀਆਂ ਤੇ ਬੇਲੋੜਾ ਤੇ ਜ਼ਿਆਦਾ ਦਬਾਅ ਨਹੀਂ ਪਾਉਂਦੀ ਸੀ। ਬਸ ਇੰਨਾ ਹੀ ਜਿੰਨਾ ਉਹ ਬਰਦਾਸ਼ਤ ਕਰ ਸਕਣ, ਕਿਉਂਕਿ ਜੋ ਸਮਝਦਾਰ ਮੁਜਰਮ ਹੁੰਦੇ ਹਨ ਉਹ ਆਪਣੇ ਪੇਸ਼ੇ ਵਿੱਚ ਵੀ ਸ਼ਰੀਫ ਪੇਸ਼ਾ ਲੋਕਾਂ ਵਾਂਗ ਦਬਾਅ ਪਾਉਂਦੇ ਹਨ। ਬਸ ਇੰਨੀ ਰਿਸ਼ਵਤ ਲਓ ਜਿੰਨਾ ਦੂਸਰਾ ਬਰਦਾਸ਼ਤ ਕਰ ਸਕੇ, ਬਸ ਇੰਨੀ ਬੇਇੱਜ਼ਤੀ ਕਰੋ ਜਿੰਨੀ ਦੂਜਾ ਸਹਿਣ ਕਰ ਸਕੇ, ਬਸ ਇੰਨੀ ਧਮਕੀ ਦਿਓ ਜਿਸ ਤੋਂ ਆਪਣਾ ਕੰਮ ਨਿਕਲ ਸਕੇ, ਬਸ ਇੰਨੀ ਚੋਰੀ ਕਰੋ ਕਿ ਦੂਜਾ ਜਿੰਦਾ ਰਹਿ ਸਕੇ ਤੇ ਉਹਦੇ ਘਰ ਵਿੱਚ ਦੁਬਾਰਾ ਚੋਰੀ ਕੀਤੀ ਜਾ ਸਕੇ। ਜੁਰਮ ਤੇ ਸਿਆਸਤ ਵਿੱਚ ਜ਼ਿਆਦਾ ਫਰਕ ਨਹੀਂ। ਪਹਿਲੇ 6 ਮਹੀਨੇ ਬਹੁਤ ਆਰਾਮ ਨਾਲ ਕੱਟੇ ਗਏ। ਗੁਲ ਵੀ ਲਗਾਤਾਰ ਮਿਲਣ ਆਉਂਦਾ ਸੀ। ਖਾਣਾ ਵੀ ਭੀਖ ਮੰਗਿਆ ਬਗੈਰ, ਚੋਰੀ ਤੋਂ ਬਿਨਾਂ, ਕਿਸੇ ਤੋਂ ਬੇਇੱਜ਼ਤ ਹੋਏ ਬਗੈਰ ਮਿਲਦਾ ਸੀ। ਮੁਸ਼ੱਕਤ ਵੀ ਮਾਮੂਲੀ ਸੀ, ਦੂਜੀਆਂ ਔਰਤਾਂ ਲਈ ਤਕਲੀਫਦੇਹ ਹੋਏਗੀ ਪਰ ਲਾਚੀ ਲਈ ਮਾਮੂਲੀ ਸੀ। 6 ਮਹੀਨੇ ਲਈ ਲਾਚੀ ਦੂਜੀਆਂ ਕੈਦਨਾਂ ਤੋਂ ਵੱਖ ਰਹੀ। ਉਹਦੇ ਦਿਲ 'ਚ ਇੱਕ ਸਕੂਨ, ਇੱਕ ਤਸੱਲੀ ਜਿਹੀ ਪੈਦਾ ਹੋ ਗਈ ਸੀ। ਬਾਹਰ ਦੇ ਝਗੜਿਆਂ ਭਰੀ ਜ਼ਿੰਦਗੀ ਤੋਂ ਬਾਅਦ ਜੇਲ੍ਹ ਦੀ ਜ਼ਿੰਦਗੀ ਲਾਚੀ ਨੂੰ ਬੇਹੱਦ ਸਕੂਨ ਭਰੀ ਤੇ ਖੂਬਸੂਰਤ ਜਾਪੀ। ਇੱਕ ਦਿਨ ਜ਼ੀਨਾ ਬਾਈ ਲਾਚੀ ਦੇ ਕੋਲ ਗਈ ਤੇ ਉਹਨੂੰ ਬੋਲੀ, ਚੱਲ ਤੈਨੂੰ ਸੁਬਡਨ ਨੇ ਬੁਲਾਇਆ। ਕਿਉਂ ਬੁਲਾਉਂਦਾ? ਮੈਨੂੰ ਕੀ ਪਤਾ, ਜੀਨਾ ਨੇ ਹੱਸ ਕੇ ਕਿਹਾ। ਤੇਰੇ ਫਾਇਦੇ ਦਾ ਕੋਈ ਕੰਮ ਹੋਊਗਾ, ਚੱਲ। ਲਾਚੀ ਜੀਨਾ ਬਾਈ ਦੇ ਨਾਲ ਹੋ ਤੁਰੀ। ਖੂਬ ਚੰਦ ਨੇ ਉਹਦਾ ਪੂਰਾ ਸਵਾਗਤ ਕੀਤਾ। ਉਸ ਵਕਤ 7 ਵਜੇ ਵੱਜ ਚੁੱਕੇ ਸਨ। ਦਫ਼ਤਰ ਦਾ ਟਾਈਮ ਖਤਮ ਹੋ ਗਿਆ ਸੀ। ਖੂਬ ਚੰਦ ਨੇ ਦਫ਼ਤਰ ਦੇ ਨਾਲ ਮਿਲੀ ਇੱਕ ਕੋਠੜੀ ਖਾਲੀ ਕਰਵਾ ਲਈ ਸੀ ਤੇ ਉਹਨੂੰ ਆਪਣੇ ਲਈ ਦਿਨ 'ਚ ਆਰਾਮ ਕਰਨ ਤੇ ਖਾਣਾ ਖਾਣ ਲਈ ਰੱਖ ਲਿਆ ਸੀ। ਇੱਥੇ ਹੀ ਚਿੱਤਰਕਾਰੀ ਦਾ ਸਮਾਨ ਵੀ ਉਹ ਘਰ ਤੋਂ ਲੈ ਆਇਆ ਸੀ ਤੇ ਜਦ ਲਾਚੀ ਉਹਦੇ ਅੰਦਰ ਦਾਖਲ ਹੋਈ, ਉਹਨੇ ਲੱਕੜ ਦੇ ਇੱਕ ਤਖਤੇ ਤੇ ਇੱਕ ਕੋਰੇ ਕਾਗਜ਼ ਨੂੰ ਟੰਗਿਆ ਵੇਖਿਆ ਤੇ ਹੈਰਾਨੀ ਨਾਲ ਬੋਲੀ, ਇਹ ਕੀ ਆ? ਤੇਰੀ ਤਸਵੀਰ ਬਣਾਵਾਂਗਾ। ਖੂਬ ਚੰਦ ਨੇ ਆਪਣਾ ਇਰਾਦਾ ਜ਼ਾਹਿਰ ਕੀਤਾ। ਖੂਬ ਚੰਦ ਨੇ ਸਿਰ ਹਿਲਾ ਕੇ ਇੱਕ ਖੂੰਜੇ 'ਚ ਗਠੜੀ ਵੱਲ ਇਸ਼ਾਰਾ ਕੀਤਾ ਤੇ ਬੋਲਿਆ, ਉਹ ਤੇਰਾ ਦੁਪੱਟਾ, ਕਮੀਜ਼, ਵਾਸਕਟ, ਘੱਗਰਾ ਪਿਆ ਹੈ। ਇਹ ਜੇਲ੍ਹ ਦੇ ਕੱਪੜੇ ਲਾ ਕੇ ਉਹਨਾਂ ਨੂੰ ਪਾ ਲੈ। ਜਦ ਪਾ ਲਵੇਂ ਤਾਂ ਮੈਨੂੰ ਆਵਾਜ਼ ਮਾਰ ਲਈ, ਮੈਂ ਦਫ਼ਤਰ 'ਚ ਬੈਠਾ। ਬਹੁਤ ਅੱਛਾ। ਲਾਚੀ ਲਪਕ ਕੇ ਗਠੜੀ ਵੱਲ ਵਧੀ। ਖੂਬ ਚੰਦ ਤੇ ਜੀਨਾ ਬਾਹਰ ਆ ਗਏ। ਬਾਹਰ ਦਫ਼ਤਰ 'ਚ ਆ ਕੇ ਖੂਬ ਚੰਦ ਨੇ ਜੀਨਾ ਨੂੰ ਕਿਹਾ, ਹੁਣ ਤੂੰ ਜਾ। ਜੀਨਾ ਨੇ ਇੱਕ ਖਚਰੀ ਜਿਹੀ ਹਾਸੀ ਨਾਲ ਖੂਬ ਚੰਦ ਵੱਲ ਵੇਖਿਆ ਤੇ ਫਿਰ ਸਲਾਮ ਕੀਤਾ ਤੇ ਹੱਸਦੀ ਚਲੀ ਗਈ। ਅੰਦਰ ਆ ਜਾਓ। ਖੂਬ ਚੰਦ ਅੰਦਰ ਗਿਆ। ਲਾਚੀ ਲੱਕੜ ਦੇ ਛੋਟੇ ਜਿਹੇ ਸਟੂਲ ਤੇ ਡੱਫ ਫੜੀ ਇੱਕ ਅਜੀਬ ਬਾਂਕੀ ਅਦਾਲ ਨਾਲ ਖੜੀ ਸੀ। ਖੂਬ ਚੰਦ ਨੂੰ ਵੇਖਦਿਆਂ ਬੋਲੀ, ਬਸ ਇਹੋ ਜਿਹੀ ਤਸਵੀਰ ਖਿੱਚ ਦੋ। ਇਦਾਂ ਹੀ ਖਿੱਚਾਂਗਾ। ਖੂਬ ਚੰਦ ਨੇ ਕਲਮ ਸਾਂਭਿਆ ਤੇ ਰੰਗਾਂ ਦੀ ਮਿਲਾਵਟ ਸ਼ੁਰੂ ਕਰਤੀ। ਪਰ ਕਿਸੇ ਨੂੰ ਦੱਸੀ ਨਾ ਕਿ ਮੈਂ ਤੇਰੀ ਤਸਵੀਰ ਬਣਾ ਰਿਹਾ। ਅੱਛਾ, ਨਹੀਂ ਕਹਾਂਗੀ। ਪਰ ਇਸ 'ਚ ਬੁਰੀ ਗੱਲ ਕੀ ਹੈ? ਸਭ ਲੋਕ ਫੋਟੋਆਂ ਲੈਂਦੇ ਆ, ਇਹ ਫੋਟੋ ਨਹੀਂ ਤਾਂ ਫਿਰ ਕੀ ਆ? ਇਹ ਤਸਵੀਰ ਹੈ। ਇਹਨੂੰ ਬੁਰਸ਼ ਨਾਲ, ਇਸ ਰੰਗ ਨਾਲ, ਇਸ ਕਾਗਜ਼ ਤੇ ਬਣਾਉਂਦੇ ਆ। ਇਹਨੂੰ ਕਿੰਨਾ ਟਾਈਮ ਲੱਗੂ? ਇਹ ਤਸਵੀਰ 10 ਦਿਨ 'ਚ ਵੀ ਬਣ ਸਕਦੀ ਹੈ ਤੇ 10 ਮਹੀਨਿਆਂ ਵਿੱਚ ਵੀ ਤੇ 10 ਸਾਲ ਵੀ ਲੱਗ ਸਕਦੇ ਆ। ਤਾਂ ਫਿਰ ਮੈਂ 10 ਸਾਲ ਤੱਕ ਤੇਰੀ ਜੇਲ੍ਹ 'ਚ ਰਹਾਂਗੀ? ਨਹੀਂ, ਫਿਰ ਮੈਂ ਤੇਰੇ ਘਰ ਆ ਕੇ ਤੇਰੀ ਤਸਵੀਰ ਬਣਾ ਦਿਆ ਕਰਾਂਗਾ। ਮੇਰਾ ਤਾਂ ਕੋਈ ਘਰ ਨਹੀਂ। ਇੱਕਦਮ ਲਾਚੀ ਉਦਾਸ ਹੋ ਗਈ। ਹੁੰਦਾ ਜੇਕਰ ਗੁਲ ਨਾਲ ਮੇਰੀ ਸ਼ਾਦੀ ਹੋ ਜਾਂਦੀ। ਗੁਲ? ਉਹੀ ਪਠਾਨ ਜੋ ਤੈਨੂੰ ਮਿਲਣ ਆਉਂਦਾ ਹੈ? ਖੂਬ ਚੰਦ ਨੇ ਉਹਨੂੰ ਪੁੱਛਿਆ। ਹਾਂ। ਤੂੰ ਉਹਨੂੰ ਪਿਆਰ ਕਰਦੀ ਹੈ? ਜ਼ਿੰਦਗੀ ਤੋਂ ਵੀ ਜ਼ਿਆਦਾ ਚਾਹੁੰਦੀ ਆ ਬਾਊ। ਇੱਕ ਗੱਲ ਮੰਨੋਗੇ? ਲਾਚੀ ਨੇ ਇੱਕਦਮ ਕਿਸੇ ਉਮੀਦ ਨਾਲ ਪੁੱਛਿਆ। ਦੱਸ। ਗੁਲ ਨੂੰ ਜੇਲ੍ਹ 'ਚ ਰੱਖ ਲਓ, ਅਸੀਂ ਦੋਵੇਂ ਕਿਤੇ ਰਹਿ ਲਾਂਗੇ। ਖੂਬ ਚੰਦ ਹੱਸ ਪਿਆ ਤੇ ਬੋਲਿਆ, ਕਮਲੀਏ, ਜੇਲ੍ਹ 'ਚ ਤਾਂ ਮੁਜਰਮ ਆਉਂਦੇ ਆ ਸਜ਼ਾ ਕੱਟਣ ਲਈ। ਕੀ ਤੈਨੂੰ ਬਾਹਰ ਦੀ ਦੁਨੀਆ ਤੇ ਜੇਲ੍ਹ ਦੀ ਦੁਨੀਆ ਤੇ ਕੋਈ ਫਰਕ ਨਹੀਂ ਨਜ਼ਰ ਆਇਆ? ਤੇ ਉਹਨੇ ਸਿਰ ਹਿਲਾ ਕੇ ਕਿਹਾ, ਬਾਹਰ ਦੀ ਦੁਨੀਆ ਵੀ ਇੱਕ ਜੇਲ੍ਹ ਹੈ ਬਾਬੂ। ਫਰਕ ਇੰਨਾ ਹੈ ਕਿ ਉਸ 'ਚ ਲੋਹੇ ਦੀਆਂ ਸਲਾਖਾਂ ਨਹੀਂ ਹੁੰਦੀਆਂ। ਲਾਚੀ ਖੂਬ ਚੰਦ ਵੱਲ ਬਿਲਕੁਲ ਨਹੀਂ ਵੇਖ ਰਹੀ ਸੀ। ਉਹਦੀਆਂ ਅੱਖਾਂ ਉੱਪਰ ਖਲਾਜ ਕਿਤੇ ਵੇਖ ਰਹੀਆਂ ਸਨ। ਖੂਬ ਚੰਦ ਉਹਦੀ ਸੋਚ ਵਿੱਚ ਡੁੱਬੇ ਹੋਏ ਹੁਸਨ ਨੂੰ ਵੇਖਦਾ ਰਿਹਾ। ਫਿਰ ਇੱਕਦਮ ਲਾਚੀ ਮੁੜੀ ਤਾਂ ਖੂਬ ਚੰਦ ਵੀ ਘਬਰਾ ਕੇ ਤਖਤੇ ਵੱਲ ਪਲਟਿਆ। ਲਾਚੀ ਨੇ ਹੱਸ ਕੇ ਕਿਹਾ, ਓਏ ਬਾਬੂ, ਤੂੰ ਤਾਂ ਅਜੇ ਤਸਵੀਰ ਸ਼ੁਰੂ ਵੀ ਨਹੀਂ ਕੀਤੀ। ਇਹ ਕਾਗਜ਼ ਤਾਂ ਕੋਰਾ ਹੈ। ਅਜੇ ਮੈਂ ਤੈਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਮੈਨੂੰ ਸਮਝਣ ਦੀ ਕੋਸ਼ਿਸ਼? ਮੇਰੇ 'ਚ ਕੀ ਆ? ਮੈਂ ਤਾਂ ਬਸ ਲਾਚੀ ਆ। ਖੂਬ ਚੰਦ ਥੋੜੀ ਤਲਖੀ ਨਾਲ ਬੋਲਿਆ। ਤੂੰ ਸਟੂਲ ਤੋਂ ਹਿੱਲੀ ਨਾ ਤੇ ਕੋਈ ਗੱਲ ਵੀ ਨਾ ਕਰੀ। ਇਹ ਤਾਂ ਬਹੁਤ ਮੁਸ਼ਕਿਲ ਆ, ਪਰ ਇਸ ਤੋਂ ਬਿਨਾਂ ਤਸਵੀਰ ਨਹੀਂ ਬਣ ਸਕਦੀ। ਬਹੁਤ ਅੱਛਾ, ਹੁਣ ਮੈਂ ਬਿਲਕੁਲ ਚੁੱਪ ਰਹਾਂਗੀ। ਲਾਚੀ ਨੇ ਆਪਣੇ ਮੂੰਹ ਤੇ ਉਂਗਲ ਰੱਖ ਲਈ। ਖੂਬ ਚੰਦ ਨੇ ਪੋਜ਼ ਦਿੱਤਾ। ਉਸੇ ਪੋਜ਼ 'ਚ ਕੁਝ ਪਲ ਅਡੋਲ ਖੜੀ ਰਹੀ। ਖੂਬ ਚੰਦ ਤਖਤੇ ਤੇ ਤਸਵੀਰ ਬਣਾਉਣ ਲੱਗਾ। ਕੁਝ ਮਿੰਟਾਂ ਬਾਅਦ ਲਾਚੀ ਬੋਲੀ, ਬਾਊ, ਮੈਨੂੰ ਪਿਆਸ ਲੱਗੀ ਹੈ। ਹੁਣ ਖੂਬ ਚੰਦ ਉਸ ਲਈ ਪਾਣੀ ਲੈ ਆਇਆ। ਫਿਰ ਕੁਝ ਮਿੰਟਾਂ ਬਾਅਦ ਲਾਚੀ ਬੋਲੀ, ਬਾਊ, ਜੇਕਰ ਗੁਲ ਵੀ ਕਿਸੇ ਨੂੰ ਮਾਰ ਕੇ ਇੱਥੇ ਆ ਜਾਏ ਤਾਂ ਤੁਸੀਂ ਆਪਣੀ ਜੇਲ੍ਹ 'ਚ ਥਾਂ ਦਿਓਗੇ? ਕਿਹਨੂੰ ਮਾਰ ਕੇ ਆਏਗਾ? ਕਿਸੇ ਨੂੰ ਵੀ ਮਾਰ ਆਏਗਾ।
ਇਸ ਦੁਨੀਆ 'ਚ ਬਹੁਤ ਜ਼ਾਲਮ ਹਨ। ਮਾਰਨਾ ਗੁਨਾਹ ਹੈ, ਜੁਰਮ ਨਹੀਂ। ਤੇ ਫਰਜ਼ ਕਰ ਲੈ ਗੁਲ ਨੂੰ 2.5 ਸਾਲ ਦੀ ਸਜ਼ਾ ਨਾ ਹੋਈ, ਉਮਰ ਕੈਦ ਹੋ ਗਈ, ਫਿਰ ਤਾਂ ਮੈਂ ਵੀ ਜ਼ਿੰਦਗੀ ਭਰ ਉਹਦੇ ਨਾਲ ਜੇਲ੍ਹ 'ਚ ਰਹਾਂਗੀ। ਲਾਚੀ ਨੇ ਇੱਕਦਮ ਕਿਹਾ, ਫਿਰ ਸੋਚ ਕੇ ਬੋਲੀ, ਅੱਛਾ ਤੁਸੀਂ ਤਸਵੀਰ ਬਣਾਓ, ਹੁਣ ਮੈਂ ਕੁਛ ਨਹੀਂ ਕਰਾਂਗੀ। ਤੇ ਉਹ ਫਿਰ ਪੋਜ਼ ਲੈ ਕੇ ਖੜੀ ਹੋ ਗਈ। ਖੂਬ ਚੰਦ ਨੇ ਉਹਨੂੰ ਧਮਕੀ ਭਰੇ ਲਹਿਜੇ 'ਚ ਕਿਹਾ, ਹੁਣ ਹਿੱਲੀ ਨਾ ਆਪਣੀ ਜਗ੍ਹਾ ਤੋਂ। ਮੁਸ਼ਕਿਲ ਨਾਲ ਅੱਧਾ ਘੰਟਾ ਲੰਘਿਆ ਹੋਏਗਾ। ਲਾਚੀ ਨੇ ਫਿਰ ਕਿਹਾ, ਬਾਊ ਤੁਸੀਂ ਜੇਲ੍ਹ ਦੇ ਸਭ ਤੋਂ ਵੱਡੇ ਬਾਊ ਹੋ? ਹਾਂ, ਮੈਂ ਜੇਲ੍ਹ ਦਾ ਸੁਪਰਡੈਂਟ ਹਾਂ। ਸੁਪਰੀਟਾਨ? ਲਾਚੀ ਨੇ ਰੁਕਦਿਆਂ ਉਹਦਾ ਅਹੁਦਾ ਯਾਦ ਕਰਕੇ ਕਿਹਾ, ਹਾਂ ਸੁਪਰੀਟਾਨ। ਖੂਬ ਚੰਦ ਹੱਸਿਆ। ਸੁਪਰੀਟਾਨ ਤੋਂ ਵੱਡਾ ਜੇਲ੍ਹ ਦਾ ਕੋਈ ਹੋਰ ਬਾਊ ਨਹੀਂ ਹੁੰਦਾ? ਲਾਚੀ ਨੇ ਪੁੱਛਿਆ। ਹੁੰਦਾ, ਡਿਪਟੀ ਇੰਸਪੈਕਟਰ ਜੇਲ੍ਹ, ਡਿਪਟੀ ਜਨਰਲ। ਇਹ ਤੋਂ ਵੱਡਾ ਬਾਊ ਕਿਹੜਾ ਹੁੰਦਾ? ਉਹ ਤੋਂ ਵੱਡਾ ਜਨਰਲ ਹੁੰਦਾ। ਖੂਬ ਚੰਦ ਨੇ ਹੱਸ ਕੇ ਕਿਹਾ, ਤੇ ਉਹ ਤੋਂ ਵੱਡਾ ਕੌਣ ਹੁੰਦਾ? ਉਹ ਤੋਂ ਵੱਡਾ ਖੁਦਾ ਹੁੰਦਾ। ਖੂਬ ਚੰਦ ਨੇ ਜਿਵੇਂ ਮਾਮਲੇ ਨੂੰ ਖਤਮ ਕਰਦਿਆਂ ਕਿਹਾ। ਲਾਚੀ ਚੁੱਪ ਹੋ ਗਈ, ਦੇਰ ਤੱਕ ਚੁੱਪ ਰਹੀ। ਫਿਰ ਹੌਲੀ ਜੀ ਬੋਲੀ, ਖੁਦਾ ਵੀ ਮਰਦ ਹੈ। ਇਸ ਸੰਸਾਰ 'ਚ ਜਿੰਨੇ ਵੀ ਵੱਡੇ ਬਾਊ ਨੇ ਸਾਰੇ ਮਰਦ ਨੇ। ਫਿਰ ਮੈਨੂੰ ਇਨਸਾਫ ਕਿੱਥੋਂ ਮਿਲੂਗਾ? ਖੂਬ ਚੰਦ ਚੌਂਕ ਗਿਆ। ਉਹ ਮੁੜ ਕੇ ਲਾਚੀ ਵੱਲ ਵੇਖਣ ਲੱਗਾ, ਪਰ ਲਾਚੀ ਦੇ ਚਿਹਰੇ ਤੇ ਕੁਝ ਨਹੀਂ ਸੀ। ਉਹਨੂੰ ਕੋਈ ਅਹਿਸਾਸ ਨਹੀਂ ਸੀ ਉਹਨੇ ਕੀ ਕਹਿਤਾ। ਉਹ ਪੋਜ਼ ਲਈ ਡੱਫ ਉੱਚੀ ਕਰੀ ਚੁੱਪਚਾਪ ਖੜੀ ਸੀ। ਖੂਬ ਚੰਦ ਕਾਫੀ ਦੇਰ ਉਹਨੂੰ ਹੈਰਾਨੀ ਨਾਲ ਵੇਖਦਾ ਰਿਹਾ। ਫਿਰ ਘੁੰਮ ਕੇ ਤਖਤੇ ਤੇ ਤਸਵੀਰ ਸ਼ੁਰੂ ਕਰਨ ਲੱਗਿਆ। ਲਾਚੀ ਛਾਲ ਮਾਰ ਕੇ ਲੱਕੜ ਦੇ ਸਟੂਲ ਤੋਂ ਥੱਲੇ ਆ ਗਈ। ਖੂਬ ਚੰਦ ਨੇ ਘਬਰਾ ਕੇ ਪੁੱਛਿਆ, ਕੀ ਹੈ? ਕੁਛ ਨਹੀਂ, ਮੇਰੇ ਗੋਡਿਆਂ ਤੇ ਖਾਜ ਹੁੰਦੀ ਹੈ, ਕਹਿ ਕੇ ਲਾਚੀ ਆਪਣੇ ਨਹੁੰ ਨਾਲ ਆਪਣੇ ਗੋਡਿਆਂ ਤੇ ਖਾਜ ਕਰਨ ਲੱਗੀ। ਖੂਬ ਚੰਦ ਉਹਦੀ ਇਸ ਮਾਸੂਮੀਅਤ ਤੇ ਮੁਸਕਰਾਉਣ ਲੱਗਾ। ਅਧਿਆਇ 11ਵਾਂ। ਲਾਚੀ ਦੇ ਮੁਕੱਦਮੇ ਨੇ ਸਟੇਸ਼ਨ ਯਾਰਡ ਦੇ ਇਲਾਕੇ ਦੇ ਲੋਕਾਂ 'ਚ ਦਿਲਚਸਪੀ ਦਾ ਮਾਹੌਲ ਪੈਦਾ ਕਰਤਾ ਸੀ। ਪੁਲਿਸ ਦੀ ਭੱਜ ਨੱਠ, ਅਖਬਾਰੀ ਰਿਪੋਰਟਰਾਂ ਦੀਆਂ ਇੰਟਰਵਿਊਆਂ, ਖਾਨਾਬਦੋਸ਼ਾਂ ਦੇ ਕਬੀਲੇ ਦੀਆਂ ਤਸਵੀਰਾਂ ਨੇ ਕਾਫੀ ਹਲਚਲ ਮਚਾ ਦਿੱਤੀ ਸੀ। ਜਿੰਨੇ ਮੂੰਹ ਉਨੀਆਂ ਗੱਲਾਂ। ਕੁਝ ਲੋਕ ਲਾਚੀ ਦੀ ਬਹਾਦਰੀ ਦੀ ਤਾਰੀਫ ਕਰਦੇ ਸਨ ਤੇ ਕੁਝ ਖਿਲਾਫ ਸਨ। ਲਾਚੀ ਨੇ ਸਮਾਜ ਤੇ ਕਬੀਲੇ ਦੀਆਂ ਰਸਮਾਂ ਨੂੰ ਤੋੜਿਆ ਸੀ ਤੇ ਇਹ ਦੋਨੋਂ ਪਾਸੇ ਉਹਨੂੰ ਇੰਨੀ ਆਸਾਨੀ ਨਾਲ ਮਾਫ ਕਰਨ ਲਈ ਤਿਆਰ ਨਹੀਂ ਸਨ। ਪਲਾਸਟਿਕ ਮਿਲ ਦੇ ਮਾਲਕ ਦਾ ਨਾਂ ਵੀ ਇਸ ਮੁਕੱਦਮੇ 'ਚ ਲਿਆ ਗਿਆ ਸੀ। ਉਹਦੀ ਗਵਾਹੀ ਵੀ ਹੋਈ ਸੀ। ਪਲਾਸਟਿਕ ਮਿਲ ਦਾ ਮਾਲਕ ਇਸ ਇਲਾਕੇ ਦਾ ਸਿਰਕੱਢ ਆਦਮੀ ਸੀ। ਉਹਨੇ ਇਸ ਮੁਕੱਦਮੇ 'ਚੋਂ ਨਿਕਲਣ ਲਈ ਆਪਣਾ ਪੂਰਾ ਰਸੂਖ ਵਰਤਿਆ ਸੀ। ਬਸ ਇਹੋ ਨਹੀਂ, ਉਹਨੇ ਇਹ ਗੱਲ ਦੀ ਵੀ ਪੂਰੀ ਕੋਸ਼ਿਸ਼ ਕੀਤੀ ਸੀ ਕਿ ਲਾਚੀ ਦੇ ਦਲੇਰੀ ਭਰਪੂਰ ਬਿਆਨ ਤੇ ਜੁਰਮ ਨੂੰ ਮੰਨਣ ਤੋਂ ਬਾਅਦ ਇਹਦੀ ਕੋਈ ਗੁੰਜਾਇਸ਼ ਬਾਕੀ ਨਾ ਰਹੀ। ਫਿਰ ਵੀ ਪਲਾਸਟਿਕ ਮਿਲ ਦੇ ਮਾਲਕ ਦੀ ਕੋਸ਼ਿਸ਼ ਇਹ ਰਹੀ ਕਿ ਲਾਚੀ ਨੂੰ ਇਸ ਮੁਕੱਦਮੇ 'ਚ ਜ਼ਿਆਦਾ ਤੋਂ ਜ਼ਿਆਦਾ ਸਜ਼ਾ ਹੋਵੇ। ਮਰਦਾਂ ਦਾ ਸਮਾਜ ਹੋਵੇ ਜਾਂ ਮਰਦਾਂ ਦਾ ਕਬੀਲਾ, ਪਰ ਔਰਤ ਦੇ ਬਹੁਤੇ ਗੁਨਾਹਾਂ ਤੇ ਪਰਦਾ ਪੈ ਜਾਂਦਾ ਹੈ। ਪਰ ਉਹ ਹਰਗਿਜ਼ ਇਹ ਨਾ ਮੰਨਦੇ ਕਿ ਕੋਈ ਔਰਤ ਉਹਨਾਂ ਤੋਂ ਬਾਗੀ ਹੋ ਕੇ ਆਪਣੀ ਮੂਰਖਤਾ ਦੀ ਰੱਖਿਆ ਲਈ ਲਾਚੀ ਵਾਂਗ ਜ਼ਿੰਦਗੀ ਦੀ ਬਾਜੀ ਲਾ ਦੇ, ਕਿਉਂਕਿ ਇਹਦਾ ਅਸਰ ਬਾਕੀ ਔਰਤਾਂ ਉੱਤੇ ਵੀ ਪੈਂਦਾ ਹੈ। ਤੇ ਹੋਇਆ ਵੀ ਏਦਾਂ ਹੀ। ਮੁਕੱਦਮੇ ਦਾ ਅਸਰ ਸਭ ਤੋਂ ਵੱਧ ਕਬੀਲੇ ਦੀਆਂ ਔਰਤਾਂ ਉੱਤੇ ਪਿਆ। ਨੌਜਵਾਨ ਔਰਤਾਂ ਨੇ ਇੱਕ ਕਰਕੇ ਬੁਰੇ ਧੰਦੇ ਕਰਨ ਤੋਂ ਮਨਾਹੀ ਕਰ ਦਿੱਤੀ। ਉਹਨਾਂ ਦੇ ਪਤੀ ਉਹਨਾਂ ਨਾਲ ਬਹੁਤ ਨਾਰਾਜ਼ ਸਨ। ਕਬੀਲੇ ਦਾ ਸਰਦਾਰ ਨਾਰਾਜ਼ ਸੀ। ਕਬੀਲੇ ਦੀਆਂ ਬਜ਼ੁਰਗ ਔਰਤਾਂ ਵੀ ਨਾਰਾਜ਼ ਸਨ। ਪਰ ਲਾਚੀ ਦੀ ਦਲੇਰੀ ਭਰੀ ਕਾਰਵਾਈ ਨੇ ਸਦੀਆਂ ਦੀਆਂ ਜੰਜ਼ੀਰਾਂ ਤੋੜ ਦਿੱਤੀਆਂ ਸਨ। ਇਹੋ ਦਲੇਰੀ ਨੌਜਵਾਨ ਖਾਨਾਬਦੋਸ਼ ਔਰਤਾਂ ਦੇ ਚਿਹਰਿਆਂ ਤੇ ਖੇਡ ਰਹੀ ਸੀ। ਹੁਣ ਉਹ ਮੁਰਗੀ ਚੋਰੀ ਕਰਨ, ਕਲਾ ਚੋਰੀ ਕਰਨ, ਟੋਕਰੀਆਂ 'ਚ ਬੁਣਨ ਜਾਂ ਚਾਂਦੀ ਦੇ ਛੱਲੇ ਵੇਚਣ ਜਾਂ ਮਿਹਨਤ ਮਜ਼ਦੂਰੀ ਦਾ ਕੋਈ ਹੋਰ ਕੰਮ ਕਰਨ, ਪਰ ਉਹ ਆਪਣੀ ਇੱਜ਼ਤ ਵੇਚਣ ਲਈ ਤਿਆਰ ਨਹੀਂ ਸਨ। ਉਹ ਤਾਨੇ ਦੇ ਕੇ ਆਪਣੇ ਪਤੀਆਂ ਨੂੰ ਸ਼ਰਮ ਦਿਵਾਉਣ ਲੱਗੀਆਂ ਸਨ ਕਿ ਮਿਹਨਤ ਕਰਨਾ ਸਿੱਖਣ। 3 ਕੁੜੀਆਂ ਤਾਂ ਕਬੀਲੇ 'ਚੋਂ ਭੱਜ ਗਈਆਂ ਸਨ ਤੇ ਉਹਨਾਂ ਨੇ ਸ਼ਹਿਰ ਦੇ ਗਰੀਬ ਪਰ ਮਿਹਨਤੀ ਨੌਜਵਾਨਾਂ ਨਾਲ ਵਿਆਹ ਕਰ ਲਏ ਸਨ। ਕਬੀਲੇ 'ਚ ਫੁੱਟ ਪੈ ਗਈ ਸੀ ਤੇ ਤੂਫਾਨ ਤੇ ਪਹਿਲੇ ਝਟਕੇ 'ਚ ਪੁਰਾਣੇ ਰਸਮ ਤੇ ਰਿਵਾਜ ਤਿਣਕਿਆਂ ਵਾਂਗ ਉੱਡ ਗਏ ਸਨ ਤੇ ਉੱਠਦੀਆਂ ਹੋਈਆਂ ਬਗਾਵਤ ਦੀਆਂ ਲਹਿਰਾਂ ਨੇ ਇਸ ਕਬੀਲੇ ਨੂੰ ਇਹਦੀ ਮਰਜ਼ੀ ਦੇ ਖਿਲਾਫ 20ਵੀਂ ਸਦੀ ਵੱਲ ਧੱਕ ਦਿੱਤਾ ਸੀ। ਇੰਝ ਹੀ ਹੁੰਦਾ ਹੈ ਬਹੁਤੇ ਲੋਕਾਂ ਦੀ ਜ਼ਿੰਦਗੀ 'ਚ ਕਿ ਹਰ ਦੌਰ 'ਚ, ਹਰ ਸਮਾਜ ਵਿੱਚ ਇੰਝ ਹੀ ਹੁੰਦਾ ਹੈ ਕਿ ਉਹ ਅੱਗੇ ਵਧਣਾ ਹੀ ਨਹੀਂ ਚਾਹੁੰਦੇ। ਆਪਣੀਆਂ ਜ਼ੰਜੀਰਾਂ ਤੇ ਆਪਣੀਆਂ ਆਦਤਾਂ ਤੋਂ, ਰਸਮਾਂ ਤੇ ਰਿਵਾਜ਼ਾਂ ਤੋਂ, ਅੰਨੇ ਮਜ਼ਹਬੀ ਤੇ ਸਮਾਜੀ ਅਕੀਦਿਆਂ ਨਾਲ ਚਿੰਬੜੇ ਰਹਿਣਾ ਹੀ ਚਾਹੁੰਦੇ ਹਨ। ਪਰ ਬਗਾਵਤ ਦੀਆਂ ਕੋਸ਼ਿਸ਼ਾਂ ਉਹਨਾਂ ਨੂੰ ਆਪਣੇ ਤੂਫਾਨੀ ਵਹਾਅ 'ਚ ਵਹਾ ਕੇ ਅੱਗੇ ਮੰਜ਼ਿਲ ਵੱਲ ਰਵਾਨਾ ਕਰ ਦਿੰਦੀਆਂ ਹਨ। ਕਬੀਲੇ ਨਾਲ ਜੋ ਭਾਣਾ ਵਰਤਿਆ, ਉਹਨੇ ਸਟੇਸ਼ਨ ਯਾਰਡ ਦੇ ਸਾਰੇ ਇਲਾਕੇ ਦੇ ਸਮਾਜ 'ਚ ਖਲਬਲੀ ਜੀ ਪੈਦਾ ਕਰਤੀ। ਵੱਖ-ਵੱਖ ਤਾਕਤਾਂ ਇਕੱਠੀਆਂ ਹੋ ਕੇ ਕਬੀਲੇ ਦੇ ਖਿਲਾਫ ਹਰਕਤਾਂ ਕਰ ਰਹੀਆਂ ਸਨ।
ਇਹ ਸਭ ਕੁਝ ਹੌਲੀ-ਹੌਲੀ ਵਾਪਰਿਆ। ਕਬੀਲੇ ਦੀਆਂ ਔਰਤਾਂ ਕਬੀਲੇ ਦੇ ਸਥਾਈ ਲੋਕਾਂ ਲਈ ਇੱਕ ਬਹੁਤ ਵੱਡਾ ਸਹਾਰਾ ਸਨ ਤੇ ਬਹੁਤ ਸਸਤਾ ਸਹਾਰਾ ਸਨ। ਕਬੀਲੇ ਦੀਆਂ ਨੌਜਵਾਨ ਕੁੜੀਆਂ ਦੀ ਬਗਾਵਤ ਨਾਲ ਦਲਾਲਾਂ ਦੇ ਪੇਸ਼ਿਆਂ ਤੇ ਡੂੰਘਾ ਪ੍ਰਭਾਵ ਪਿਆ ਸੀ। ਫੁੱਲਾਂ ਵਾਲਿਆਂ ਦੀਆਂ ਦੁਕਾਨਾਂ ਦੀ ਵਿਕਰੀ ਘੱਟ ਹੋ ਗਈ ਸੀ। ਰਾਤਾਂ ਨੂੰ ਪੈਸੇ ਕਮਾਉਣ ਵਾਲੀਆਂ ਟੈਕਸੀਆਂ ਦਾ ਧੰਦਾ ਘੱਟ ਹੋ ਗਿਆ ਸੀ। ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਦੇ ਕਾਰੋਬਾਰ ਤੇ ਵੀ ਅਸਰ ਪਿਆ। ਇਹਦੇ ਨਾਲ ਜੇਕਰ ਪਲਾਸਟਿਕ ਮਿਲ ਦੇ ਮਾਲਕ ਦੀ ਦੁਸ਼ਮਣੀ ਨੂੰ ਵੀ ਮਿਲਾ ਲਿਆ ਜਾਏ, ਜਿਹਦਾ ਇਲਾਕੇ ਦੇ ਹਰ ਕੋਨੇ 'ਚ ਅਸਰ ਰਸੂਖ ਸੀ, ਤਾਂ ਕਬੀਲੇ ਦੇ ਖਿਲਾਫ ਲੋਕਾਂ ਦੇ ਦਿਲਾਂ 'ਚ ਨਫ਼ਰਤ ਦਾ ਜੋ ਜਜ਼ਬਾ ਵੱਧ ਰਿਹਾ ਸੀ ਤੇ ਉਹਦੀ ਇੱਕ ਹਲਕੀ ਜਿਹੀ ਤਸਵੀਰ ਦਿਮਾਗ 'ਚ ਆ ਜਾਏਗੀ। ਹੌਲੀ-ਹੌਲੀ ਲੋਕਾਂ ਨੇ ਸੋਚਣਾ ਸ਼ੁਰੂ ਕੀਤਾ ਕਿ ਇਸ ਕਬੀਲੇ ਦਾ ਫਾਇਦਾ ਕੀ ਹੈ। ਇਹ ਕਬੀਲਾ ਸਾਡੇ ਇਲਾਕੇ 'ਚ ਅਰਾਜਕਤਾ ਫੈਲਾ ਰਿਹਾ ਹੈ। ਇਸ ਤਰ੍ਹਾਂ ਨਾਲ ਸੋਚਣ ਵਾਲੇ ਬਹੁਤ ਸਾਰੇ ਲੋਕ ਸਨ, ਤਰ੍ਹਾਂ-ਤਰ੍ਹਾਂ ਦੇ ਲੋਕ ਸਨ ਤੇ ਸਿਰਫ ਬੁਰੇ ਲੋਕ ਹੀ ਨਹੀਂ ਸਨ ਜਿਨ੍ਹਾਂ ਨੂੰ ਕਬੀਲੇ ਦੀਆਂ ਔਰਤਾਂ ਦੇ ਰਵੱਈਏ ਨੇ ਤਕਲੀਫ ਦਿੱਤੀ ਸੀ। ਲਾਚੀ ਦੇ ਮੁਕੱਦਮੇ ਤੋਂ ਸ਼ੈ ਪ੍ਰਾਪਤ ਕਰਕੇ ਸ਼ਰੀਫ ਲੋਕ ਵੀ ਮੈਦਾਨ 'ਚ ਆ ਗਏ ਸਨ। ਸ਼ਰੀਫ ਘਰਾਣਿਆਂ ਦੀਆਂ ਲਾਚੀ ਦੇ ਮੁਕੱਦਮੇ ਤੋਂ ਸ਼ੈ ਪ੍ਰਾਪਤ ਕਰਕੇ ਸ਼ਰੀਫ ਲੋਕ ਵੀ ਮੈਦਾਨ 'ਚ ਆ ਗਏ ਸਨ। ਸ਼ਰੀਫ ਘਰਾਣਿਆਂ ਦੀਆਂ ਔਰਤਾਂ ਤੇ ਨੂੰਹਾਂ ਨੂੰ ਵੀ ਆਪਣੇ ਪਤੀਆਂ ਨੂੰ ਮਹਿਜ਼ ਆਪਣੀ ਸੁਰੱਖਿਆ ਦੇ ਲਈ ਕਬੀਲੇ ਦੇ ਖਿਲਾਫ ਉਕਸਾ ਦਿੱਤਾ ਸੀ। ਜਦ ਤੱਕ ਇਹ ਕਬੀਲਾ ਇੱਥੇ ਰਹੇਗਾ, ਉਹਨਾਂ ਨੂੰ ਆਪਣੇ ਪਤੀਆਂ ਦੇ ਭਟਕ ਜਾਣ ਦਾ ਡਰ ਸੀ। ਲਾਚੀ ਦੇ ਮੁਕੱਦਮੇ ਨੇ ਕਬੀਲੇ ਦੀ ਗੰਦਗੀ ਸਤਾ ਤੇ ਲਿਆਂਦੀ ਸੀ ਤੇ ਹੁਣ ਹਰ ਸ਼ਰੀਫ ਆਦਮੀ ਤੇ ਹਰ ਬੁਰਾ ਆਦਮੀ ਆਪਣੀ ਨੱਕ ਤੇ ਰੁਮਾਲ ਰੱਖੀ ਉਹਦੀ ਬਦਬੂ ਤੋਂ ਬੁੜਬੁੜ ਕਰਦਾ ਸੀ। ਇਹ ਲੋਕ ਚੋਰ ਹਨ, ਡਾਕੂ ਹਨ, ਜਰਾਇਮ ਪੇਸ਼ਾ ਹਨ, ਆਵਾਰਾ ਸੋਚ ਤੇ ਕੰਮ ਚੋਰ ਹਨ, ਸੁਸਾਇਟੀ ਤੇ ਲੱਗਿਆ ਬਦਨੁਮਾ ਦਾਗ ਹਨ। ਇਹ ਲੋਕ ਸਾਡੇ ਇਲਾਕੇ 'ਚ ਕਿਉਂ ਬੈਠੇ ਹਨ? ਮਿਊਨਿਸਪੈਲਿਟੀ ਨੇ ਆਖਰ ਇਹਨਾਂ ਨੂੰ ਕਿਉਂ ਆਸਰਾ ਦੇ ਰੱਖਿਆ? ਰੇਲ ਦੀ ਪਟੜੀ 'ਚ ਇਹਨਾਂ ਲੋਕਾਂ ਦੀਆਂ ਹਰਕਤਾਂ ਕਰਕੇ ਖਤਰੇ 'ਚ ਹੈ। ਇਹਨਾਂ ਲੋਕਾਂ ਦਾ ਕੋਈ ਦੀਨ ਇਮਾਨ ਨਹੀਂ। ਇਹ ਲੋਕ ਕਿਸੇ ਸਮੇਂ ਵੀ ਦੇਸ਼ ਤੇ ਕੌਮ ਲਈ ਖਤਰਾ ਸਾਬਤ ਹੋ ਸਕਦੇ ਹੈ। ਜਿੰਨੇ ਮੂੰਹ ਉਨੀਆਂ ਗੱਲਾਂ। ਹੌਲੀ-ਹੌਲੀ ਕਰਕੇ ਜਦ ਮੁਕੱਦਮਾ ਆਖਰੀ ਪੜਾਅ ਤੇ ਪੁੱਜ ਗਿਆ, ਉਹਨਾਂ ਲੋਕਾਂ ਦਾ ਜੋਸ਼ ਕਬੀਲੇ ਦੇ ਖਿਲਾਫ ਹੋਰ ਵੱਧ ਗਿਆ। ਆਪਣੀ ਬੁਰਾਈ ਨੂੰ ਲੁਕਾਉਣ ਲਈ ਹਰ ਇਲਜ਼ਾਮ ਖਾਨਾ ਬਦੋਸ਼ਾਂ ਤੇ ਲਾਇਆ ਜਾਣ ਲੱਗਿਆ। ਲੋਕ ਇਹ ਤਾਂ ਭੁੱਲ ਗਏ ਕਿ ਹਰ ਭਟਕੀ ਹੋਈ ਔਰਤ ਦੇ ਮੁਕਾਬਲੇ ਸ਼ਰੀਫ ਸੁਸਾਇਟੀ ਦੀ ਇੱਕ ਧਿਰ ਵੀ ਖੜੀ ਸੀ। ਪਰ ਇਹ ਲੋਕ ਬੇਹੱਦ ਸ਼ਰੀਫ ਘਰਾਣਿਆਂ ਵਾਲੇ, ਨੌਕਰੀਆਂ ਵਾਲੇ ਜਾਂ ਕੰਮ-ਕਾਜ ਕਰਨ ਵਾਲੇ ਉਹਨਾਂ ਦੇ ਆਪਣੇ ਆਦਮੀ ਸਨ। ਇਸ ਲਈ ਸਭ ਆਪਣੇ ਆਦਮੀ ਆਪਣੀ ਇੱਜ਼ਤ ਬਚਾਉਣ ਲਈ ਤਤਪਰ ਸਨ ਤੇ ਕਬੀਲੇ ਦੇ ਖਿਲਾਫ ਵੱਡਾ ਮੁਜ਼ਾਹਰਾ ਕਰਨ ਲਈ ਤਿਆਰ ਸਨ। ਹਰ ਸਮਾਜ ਆਪਣੇ ਗੁਨਾਹ ਛੁਪਾਉਣ ਲਈ ਕਿਸੇ ਬਾਹਰ ਵਾਲੇ ਨੂੰ ਕੁਰਬਾਨੀ ਦਾ ਬੱਕਰਾ ਬਣਾਉਂਦਾ ਹੈ। ਜਾਤ ਤੋਂ ਬਾਹਰ, ਸੁਸਾਇਟੀ ਤੋਂ ਬਾਹਰ, ਮੁਲਕ ਤੋਂ ਬਾਹਰ ਜਾਂ ਕੌਮ ਤੋਂ ਬਾਹਰ ਜਾਂ ਅਕੀਦੇ ਤੋਂ ਬਾਹਰ। ਇਸ ਬੱਕਰੇ ਦੀ ਜ਼ਰੂਰਤ ਹਰ ਸੁਸਾਇਟੀ 'ਚ ਇੱਕੋ ਜਿਹੀ ਹੈ। ਇਸ ਬੱਕਰੇ ਤੋਂ ਬਗੈਰ ਕੋਈ ਸੁਸਾਇਟੀ ਜਾਂ ਸਮਾਜ, ਚਾਹੇ ਉਹ ਰੂੜੀਵਾਦੀ ਤੋਂ ਵੀ ਸੁਸਾਇਟੀ ਜਾਂ ਸਮਾਜ, ਚਾਹੇ ਉਹ ਰੂੜੀਵਾਦੀ ਤੋਂ ਵੀ ਰੂੜੀਵਾਦੀ ਹੋਣ, ਚਾਹੇ ਤਰੱਕੀ ਪਸੰਦ ਹੋਵੇ, ਚੱਲ ਨਹੀਂ ਸਕਦੀ। ਕੁਝ ਖਾਸ ਮੌਕਿਆਂ ਤੇ ਇਸ ਬੱਕਰੇ ਦੀ ਜ਼ਰੂਰਤ ਪੇਸ਼ ਆਉਂਦੀ ਹੈ। ਇਸ ਬੱਕਰੇ ਦੀ ਜਾਨ ਲੈ ਕੇ, ਉਹਦਾ ਲਹੂ ਪੀ ਕੇ ਹਰ ਸਮਾਜਿਕ ਤਰ੍ਹਾਂ ਨਾਲ ਆਪਣੀ ਜ਼ਿੰਦਗੀ ਦੀ ਬਹਾਲੀ ਲਈ ਸਮਾਨ ਇਕੱਠਾ ਕਰਦਾ ਹੈ। ਇਨਸਾਨੀ ਇਤਿਹਾਸ ਜੇਕਰ ਇੱਕ ਪਾਸੇ ਸ਼ਹੀਦਾਂ ਦੇ ਖੂਨ ਨਾਲ ਰੌਸ਼ਨ ਹੈ, ਦੂਜੇ ਪਾਸੇ ਬੱਕਰਿਆਂ ਦੇ ਲਹੂ ਨਾਲ ਵੀ ਸੁਰਖ ਹੈ। ਫਰਕ ਸਿਰਫ ਇੰਨਾ ਹੈ ਕਿ ਸ਼ਹੀਦਾਂ ਦਾ ਜ਼ਿਕਰ ਲੋਕ ਫਖਰ ਨਾਲ ਕਰਦੇ ਹੈ, ਬੱਕਰਿਆਂ ਦਾ ਜ਼ਿਕਰ ਨਾ ਹੋ ਜਾਏ ਤਾਂ ਸ਼ਰਮ ਨਾਲ ਸਿਰ ਝੁਕਾ ਕੇ ਘੁਸਰ-ਮੁਸਰ ਕਰਦੇ ਹੈ। ਉਹਨਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਇਹੋ ਵਜ੍ਹਾ ਹੈ ਕਿ ਲੋਕ ਆਪਣੇ ਸ਼ਹੀਦਾਂ ਦੇ ਨਾਂ ਤਾਂ ਜਾਣਦੇ ਆ, ਪਰ ਆਪਣੇ ਬੱਕਰਿਆਂ ਦੇ ਨਹੀਂ। ਜਿਸ ਦਿਨ ਲਾਚੀ ਨੂੰ ਸਜ਼ਾ ਹੋਈ, ਇਲਾਕੇ ਦਾ ਮੂੰਹ ਕਾਲਾ ਹੋਇਆ। ਮੁਕੱਦਮੇ ਦੀ ਸਾਰੀ ਦੁੱਖ ਭਰੀ ਕਹਾਣੀ ਦਾ ਫੈਸਲਾ ਅਖਬਾਰਾਂ 'ਚ ਛਪਿਆ। ਇਲਾਕੇ ਦੇ ਲੋਕਾਂ ਦੀ ਉਤਸੁਕਤਾ ਵਧਣ ਲੱਗੀ। ਹੌਲੀ-ਹੌਲੀ ਸਰਗੋਸ਼ੀਆਂ ਸ਼ੁਰੂ ਹੋ ਗਈਆਂ। ਲਾਚੀ ਦੀ ਸਜ਼ਾ ਦੇ 10 ਦਿਨ ਬਾਅਦ ਹਮੀਦ ਦੇ ਟੈਕਸੀ ਡਰਾਈਵਰ ਨੇ ਆਪਣੇ ਸਾਥੀ ਕਮਲਾਕਰ ਨੂੰ ਕਿਹਾ, ਅੱਜ ਰਾਤ ਨੂੰ ਜਸ਼ਨ ਹੈ। ਕਿੱਥੇ? ਕਮਲਾਕਰ ਨੇ ਪੁੱਛਿਆ। ਸਟੇਸ਼ਨ ਯਾਰਡ ਦੇ ਪਰਲੇ ਪਾਸੇ। ਇਹ ਕਹਿ ਕੇ ਹਮੀਦੇ ਨੇ ਅੱਖ ਮਾਰੀ। ਕਮਲਾਕਰ ਕੁਝ ਸਮਝਿਆ, ਕੁਝ ਨਹੀਂ, ਪਰ ਜੋ ਕੁਝ ਉਹਨੇ ਸਮਝਿਆ ਉਸ ਲਈ ਕਾਫੀ ਸੀ। ਉਹਨੂੰ ਹੋਰ ਕੁਝ ਸਮਝਣ ਦੀ ਲੋੜ ਨਾ ਪਈ। ਕੁਝ ਨਾਲ ਲੈਂਦਾ ਆਵਾਂ ਹੀ। ਹਾਂ, ਹੋਰ ਕੀ, ਅੱਧੀ ਬੋਤਲ ਚੜਾ ਕੇ ਆਈ, ਵਰਨਾ ਜਸ਼ਨ 'ਚ ਮਜ਼ਾ ਨਹੀਂ ਆਏਗਾ। ਮਾਧੋ ਫਰੂਟ ਵਾਲੇ ਨੂੰ ਪਾਨ ਵਾਲੇ ਨੇ ਕਿਹਾ, ਅੱਜ ਰਾਤ ਨੂੰ ਜਸ਼ਨ ਹੈ। ਹਾਂ, ਕਦ? ਅੱਧੀ ਰਾਤ ਨੂੰ ਚੱਲੇਗਾ? ਚੱਲੂਗਾ। ਮਾਧੋ ਦਾ ਅੰਗ ਖੁਸ਼ੀ ਨਾਲ ਕੰਬਣ ਲੱਗਿਆ। ਥੋੜੀ ਦੇਰ ਬਾਅਦ ਮਾਨੋ ਨੇ ਪੁੱਛਿਆ, ਕੱਲਾ ਆਵਾਂ? ਜੇਕਰ ਕੋਈ ਸਾਥੀ ਨਾ ਮਿਲੇ ਤਾਂ ਕੱਲਾ ਹੀ ਆ ਜਾਈਂ, ਪਰ ਜੇ ਕੁਝ ਸਾਥੀ ਨਾਲ ਲੈ ਆਵੇਂ ਤਾਂ ਚੰਗਾ ਹੋਵੇ। ਮੇਰੇ ਦੋਸਤਾਂ ਵਿੱਚ 10-12 ਦੁੱਧ ਵੇਚਣ ਵਾਲੇ ਵੀ ਹਨ, ਜੇ ਕਹੇ ਤਾਂ ਉਹਨਾਂ ਨੂੰ ਵੀ ਨਾਲ ਲੈਂਦਾ ਆਵਾਂ।
ਜ਼ਰੂਰ ਜ਼ਰੂਰ, ਸਭ ਨੂੰ ਹੀ ਲੈਂਦਾ ਹੈ, ਬਹੁਤ ਮਜ਼ਾ ਆਏਗਾ। ਪਲਾਸਟਿਕ ਮਿਲ ਦੇ ਮਾਲਕ ਨੇ ਸ਼ਹਿਰ ਦੇ ਇੱਕ ਅੱਡੇ ਤੇ ਟੈਲੀਫੋਨ ਕੀਤਾ। ਚਿੰਤਾਮਣੀ ਹਰ ਕਿਸਮ ਦਾ ਧੰਦਾ ਕਰਦਾ ਸੀ, ਚਰਸ ਦਾ, ਅਫੀਮ ਦਾ, ਗਾਜ਼ੇ ਦਾ, ਕੋਕੀਨ ਦਾ, ਬੁਰੀਆਂ ਔਰਤਾਂ ਦਾ, ਸ਼ਰਾਬ ਦਾ, ਕਤਲ ਦਾ। ਬੇਹੱਦ ਸ਼ਰੀਫ ਤੇ ਇਮਾਨਦਾਰ ਮੁਜਰਮ ਸੀ। ਕਈ ਵਾਰ ਤੜੀ ਪਾਰ ਵੀ ਹੋ ਚੁੱਕਾ ਸੀ, ਇਸ ਲਈ ਜੁਰਮ ਦੀ ਦੁਨੀਆ ਉਹਦੀ ਸਰਾਫ ਤੇ ਕਾਰੋਬਾਰ ਦੀ ਦੁਨੀਆ 'ਚ ਇਮਾਨਦਾਰੀ ਕਾਇਮ ਸੀ। ਉਹਨੇ ਟੈਲੀਫੋਨ ਤੇ ਕਿਹਾ, ਕਿਸ ਵਕਤ ਚਾਹੀਦੇ ਨੇ ਮਾਲਿਕ? ਅੱਜ ਰਾਤ ਦੇ 10 ਵਜੇ। ਜੇਕਰ ਉਹ ਮਿਲ ਦੇ ਫਾਟਕ ਤੇ ਆ ਜਾਣ ਤਾਂ ਉਹਨਾਂ ਨੂੰ ਹਰ ਕਿਸਮ ਦੀ ਹਦਾਇਤ ਮਿਲ ਜਾਏਗੀ। ਬਹੁਤ ਅੱਛਾ ਮਾਲਿਕ, ਕਹਿ ਕੇ ਚਿੰਤਾਮਨ ਨੇ ਟੈਲੀਫੋਨ ਦਾ ਰਿਸੀਵਰ ਰੱਖ ਦਿੱਤਾ ਤੇ ਇੰਤਜ਼ਾਮ ਕਰਨ 'ਚ ਰੁੱਝ ਗਿਆ। ਜਸ਼ਨ ਦਾ ਵਕਤ ਨੇੜੇ ਆਉਣ ਲੱਗਾ। ਸ਼ਾਮ ਹੁੰਦਿਆਂ ਹੁੰਦਿਆਂ ਹੌਲੀ ਹੌਲੀ ਸਟੇਸ਼ਨ ਯਾਰਡ ਦੇ ਇਲਾਕੇ ਵਿੱਚ ਲੋਕ 2-2, 4-4, 10, 20 ਦੀਆਂ ਟੋਲੀਆਂ 'ਚ ਖੜ ਕੇ ਗੱਲਾਂ ਕਰਨ ਲੱਗੇ। ਫਿਜ਼ਾ 'ਚ ਜਿਵੇਂ ਬਿਜਲੀ ਵਾਂਗ ਲਹਿਰਾਂ ਘੁੰਮ ਰਹੀਆਂ ਹੋਣ। ਅਨਪੜ੍ਹ ਤੋਂ ਅਨਪੜ੍ਹ ਆਦਮੀ ਦੀ ਹਵਾ ਨੂੰ ਸੁੰਘ ਕੇ ਕਹਿ ਸਕਦਾ ਸੀ ਕਿ ਅੱਜ ਕੁਝ ਹੋਣ ਵਾਲਾ ਹੈ, ਜ਼ਰੂਰ ਕੁਝ ਹੋਣ ਵਾਲਾ ਹੈ। ਜਿਉਂ-ਜਿਉਂ ਲੋਕਾਂ ਦੀਆਂ ਟੋਲੀਆਂ ਵੱਧਦੀਆਂ ਜਾ ਰਹੀਆਂ ਸਨ, ਪੁਲਿਸ ਵਾਲੇ ਘੱਟ ਹੁੰਦੇ ਜਾ ਰਹੇ ਸੀ। 11 ਵਜੇ ਨਾਕੇ ਤੇ ਪੁਲਿਸ ਦਾ ਇੱਕ ਆਦਮੀ ਵੀ ਨਜ਼ਰ ਨਹੀਂ ਆਉਂਦਾ ਸੀ। ਅੱਜ ਸ਼ਾਮ ਤੋਂ ਹੀ ਇਲਾਕੇ ਦੀਆਂ ਦੁਕਾਨਾਂ ਬੰਦ ਹੋ ਗਈਆਂ ਸਨ, ਪਰ ਲੋਕਾਂ ਦੀਆਂ ਟੋਲੀਆਂ ਤੋਂ ਅੰਦਾਜ਼ਾ ਹੁੰਦਾ ਸੀ ਜਿਵੇਂ ਕਿਸੇ ਮੇਲੇ ਦਾ ਪ੍ਰਬੰਧ ਹੁੰਦਾ ਹੋਵੇ। ਗੁੱਲ ਦੇ ਕੰਨ 'ਚ ਕਿਸੇ ਨੇ ਕੁਝ ਕਿਹਾ, ਪਰ ਬੇਹੱਦ ਅਸਪਸ਼ਟ, ਕੋਈ ਵੀ ਗੱਲ ਸਾਫ਼ ਨਹੀਂ ਸੀ, ਕਿਉਂਕਿ ਬਹੁਤੇ ਲੋਕਾਂ ਨੂੰ ਕੁਝ ਪਤਾ ਹੀ ਨਹੀਂ ਸੀ ਕਿ ਕੀ ਹੋਣ ਵਾਲਾ ਹੈ। ਬਸ ਇੰਨਾ ਪਤਾ ਸੀ ਕਿ ਕੁਝ ਹੋਏਗਾ, ਅੱਜ ਦੀ ਰਾਤ ਕੁਝ ਹੋਏਗਾ। ਕਦ ਹੋਏਗਾ, ਕਿਵੇਂ ਹੋਏਗਾ, ਕਿਸ ਵੇਲੇ ਹੋਏਗਾ, ਕਿੱਥੇ ਹੋਏਗਾ, ਇਸ ਬਾਰੇ ਕੋਈ ਪੱਕੀ ਖਬਰ ਨਹੀਂ ਸੀ। ਅਕਸਰ ਇਸ ਕਿਸਮ ਦੇ ਮੌਕਿਆਂ ਤੇ ਇਹੋ ਕਿਹਾ ਜਾਂਦਾ ਹੈ ਤੇ ਲੋਕਾਂ ਦੀ ਬੇਚੈਨੀ ਨੂੰ ਖੋਲ੍ਹਦਿਆਂ ਤੇ ਕਿਸੇ ਨੁਕਤੇ ਤੇ ਲਿਆ ਕੇ ਉਹਨਾਂ ਦੀ ਚਿੰਤਾ ਨੂੰ ਇੱਕ ਪਾਸੇ ਮੋੜ ਦਿੱਤਾ ਜਾਂਦਾ ਹੈ। ਉੱਪਰ ਜਿੱਧਰ ਪਲਾਨ ਕਰਨ ਵਾਲੇ ਚਾਹੁੰਦੇ ਨੇ, ਅੱਗੇ ਚੱਲ ਕੇ ਭੀੜ ਦੀ ਸੋਚ ਆਪਣਾ ਕੰਮ ਕਰਦੀ ਹੈ। ਬੁਰਾ ਹੋਇਆ ਜਾਂ ਭਲਾ, ਇਸ ਬਾਰੇ ਉਸ ਵੇਲੇ ਸੋਚਣ ਦੀ ਲੋੜ ਕਿਸ ਨੂੰ ਹੁੰਦੀ ਹੈ? ਸਿਰਫ ਸੋਚਣ ਵਾਲਿਆਂ ਨੇ ਪਹਿਲਾਂ ਸੋਚਿਆ ਹੁੰਦਾ ਹੈ। ਭੀੜ 'ਚ ਸ਼ਾਮਲ ਹੋਣ ਵਾਲੇ ਲੋਕ ਬਾਅਦ 'ਚ ਸੋਚਿਆ ਕਰਦੇ ਹੈ, ਤੇ ਜਿਨ੍ਹਾਂ ਨੇ ਪਹਿਲਾਂ ਤੋਂ ਹੀ ਸਭ ਕੁਝ ਸੋਚਿਆ ਤੇ ਸਮਝਿਆ ਹੁੰਦਾ, ਉਹ ਲੋਕ ਸਭ ਜਾਣਦੇ ਹੈ। ਇਹ ਲੋਕ ਬਾਅਦ 'ਚ ਸੋਚਣਗੇ ਜਦ ਤੱਕ ਬਹੁਤ ਦੇਰ ਹੋ ਜਾਏਗੀ ਤੇ ਪਹਿਲਾਂ ਹੀ ਸੋਚਣ ਵਾਲਿਆਂ ਦਾ ਕੰਮ ਬਣ ਚੁੱਕਿਆ ਹੋਏਗਾ। ਕੋਈ 10 ਵਜੇ ਦੇ ਕਰੀਬ ਚਿੰਤਾਮਣੀ ਆਪਣੇ ਆਦਮੀਆਂ ਨੂੰ ਲੈ ਕੇ ਮਿਲ ਦੇ ਫਾਟਕ ਤੇ ਪਹੁੰਚ ਗਿਆ। ਇੱਥੇ ਉਹਨੂੰ ਜੋ ਹਦਾਇਤਾਂ ਮਿਲੀਆਂ ਉਹ ਇਹ ਸੀ ਕਿ ਉਹ ਆਪਣੇ ਆਦਮੀਆਂ ਨੂੰ ਸ਼ਰਾਬ ਪਿਆਵੇ। ਉਹਨੂੰ ਇਸ ਕੰਮ ਲਈ ਪੈਸੇ ਵੀ ਦਿੱਤੇ ਗਏ ਸੀ। ਇਹ ਤੋਂ ਬਾਅਦ ਸ਼ਰਾਬ ਪਿਆਉਣੀ ਕੀ ਮੁਸ਼ਕਲ ਸੀ। ਕੋਲ ਹੀ ਦਰਖਤਾਂ ਦੇ ਝੁੰਡ 'ਚ ਸਾਹਮਣੇ ਜੋ ਝੁੱਗੀਆਂ ਵਰਗੇ ਘਰ ਸੀ, ਉਹਨਾਂ 'ਚ ਦੇਸੀ ਸ਼ਰਾਬ ਨਿਕਲਦੀ ਸੀ, ਜਿਸ ਨਾਲ ਕਾਰਖਾਨੇ 'ਚ ਕੰਮ ਕਰਨ ਵਾਲੇ ਲੋਕ ਕਦੇ-ਕਦੇ ਆਪਣੇ ਥਕੇਵੇਂ ਨੂੰ ਲਾਹੁੰਦੇ ਸੀ। ਇਹ ਲੋਕ 10 ਤੋਂ 12 ਵਜੇ ਤੱਕ ਉਹਨਾਂ ਝੁੱਗੀਆਂ 'ਚ ਬੈਠੇ ਸ਼ਰਾਬ ਪੀਂਦੇ ਰਹਿੰਦੇ, ਤਲੀ ਹੋਈ ਮੱਛੀ ਤੇ ਕਬਾਬ ਖਾਂਦੇ ਰਹਿੰਦੇ। ਸ਼ਰਾਬ ਪਾਣੀ ਵਾਂਗ ਪੀ ਰਹੀ ਸੀ ਤੇ ਲੋਕਾਂ ਦੀ ਬੋਲਚਾਲ ਪੂਰੇ ਜ਼ੋਰਾਂ ਤੇ ਸੀ। ਜਦੋਂ ਤੱਕ ਚਿੰਤਾਮਣੀ ਨੂੰ ਦੂਜੀ ਹਦਾਇਤ ਮਿਲੀ ਤੇ ਰੁਪਈਏ ਵੀ ਉਹਦੀ ਜੇਬ 'ਚ ਪਾ ਦਿੱਤੇ ਗਏ। ਚਿੰਤਾਮਣੀ ਆਪਣੇ ਭਰੋਸੇਯੋਗ ਲੈਫਟੀਨੈਂਟ ਸੂਰਜ ਨੂੰ ਝੁੱਗੀਆਂ 'ਚ ਛੱਡ ਕੇ ਬਾਹਰ ਚਲਾ ਗਿਆ। 3 ਆਦਮੀ ਉਹਨੇ ਆਪਣੇ ਨਾਲ ਲਏ। ਥੋੜੀ ਦੇਰ ਬਾਅਦ ਜਦੋਂ ਵਾਪਸ ਆਏ ਤਾਂ ਉਹਨਾਂ ਕੋਲ ਮਿੱਟੀ ਦੇ ਤੇਲ ਦੇ ਬੜੇ-ਬੜੇ ਪੀਪੇ ਤੇ ਅੱਗ ਲਾਉਣ ਦਾ ਜ਼ਰੂਰੀ ਸਮਾਨ ਸੀ। ਰਾਤ ਦੇ 12, 12:30 ਵਜੇ ਦੇ ਕਰੀਬ ਆਖਰੀ ਮੇਲ ਸਟੇਸ਼ਨ ਤੋਂ ਗੁਜ਼ਰ ਗਈ। ਉਹ ਤੋਂ ਬਾਅਦ ਆਉਣ ਵਾਲੀ ਗੱਡੀ 3 ਘੰਟੇ ਤੋਂ ਬਾਅਦ ਆਉਂਦੀ ਸੀ। ਇਸ ਵਕਤ ਸਟੇਸ਼ਨ ਯਾਰਡ ਦੇ ਦੂਜੇ ਸਿਰੇ ਤੋਂ ਅੱਗ ਦੇ ਅੰਗਿਆਰਾਂ ਦੀ ਇੱਕ ਲਾਟ ਜੀ ਉੱਠੀ। ਕਿਸੇ ਨੇ ਚੀਕ ਕੇ ਕਿਹਾ, ਖਾਨਾ ਬਦੋਸ਼ਾਂ ਦੇ ਤੰਬੂਆਂ 'ਚ ਅੱਗ ਲੱਗ ਗਈ। ਤੇ ਉਸ ਵਕਤ ਹਮੀਦੇ ਨੇ ਰੌਲਾ ਪਾਉਂਦਿਆਂ ਕਿਹਾ, ਯਾ ਅਲੀ। ਮਾਧੋ ਕੀ ਟੋਲੀ ਡਾਂਗਾ ਲੈ ਕੇ ਭੱਜੀ ਤੇ ਹਰ ਹਰ ਮਹਾਦੇਵ ਦੇ ਨਾਅਰੇ ਲਾਉਂਦੇ ਸਟੇਸ਼ਨ ਦੇ ਅੰਦਰ ਬਿਨਾਂ ਟਿਕਟ ਘੁਸ ਗਈ ਤੇ ਰੇਲ ਦੀਆਂ ਪਟੜੀਆਂ ਪਾਰ ਕਰਦੇ ਹੋਏ ਖਾਨਾ ਬਦੋਸ਼ਾਂ ਦੇ ਕਬੀਲੇ ਵੱਲ ਵਧਣ ਲੱਗੀ। ਫਿਰ ਚਾਰੇ ਪਾਸਿਓਂ ਹੱਲਾ ਬੋਲ ਦਿੱਤਾ ਗਿਆ ਤੇ ਲੋਕ ਡਾਂਗਾ ਘੁਮਾਉਂਦੇ, ਚਾਕੂ ਚੋਲੀ ਭੱਜੀ ਜਾ ਰਹੇ ਸੀ ਤੇ ਲੋਹੇ ਦੇ ਜੰਗਲੇ ਤੋਂ ਸਲਾਖਾਂ ਕੱਢ ਲਈਆਂ ਗਈਆਂ। ਹਰ ਸ਼ਖਸ ਦੇ ਮੂੰਹ 'ਚੋਂ ਸ਼ਰਾਬ ਦੀ ਬੋ ਆਉਂਦੀ ਸੀ। ਅੱਖਾਂ 'ਚ ਦਰਿੰਦਿਆਂ ਵਰਗੀ ਚਮਕ ਸੀ, ਲੱਤਾਂ 'ਚ ਭੇੜੀਆਂ ਵਰਗੀ ਫੁਰਤੀ, ਨਾਸਾਂ ਫੁੱਜੀਆਂ ਸ਼ਿਕਾਰ ਨੂੰ ਸੁੰਘਦੇ ਹੋਏ 2 ਮਿੰਟ ਵਿੱਚ ਹੀ ਆਪਣੀ ਤਹਿਜ਼ੀਬ ਦੇ ਸਾਰੇ ਪਰਦੇ ਪਾੜ ਕੇ ਇਨਸਾਨ ਜੰਗਲੀ ਫਿਜ਼ਾ 'ਚ ਪੁੱਜ ਗਿਆ। ਚੁੰਗੀਆਂ ਭਰਦਾ ਸ਼ਿਕਾਰ ਦੀ ਤਲਾਸ਼ 'ਚ ਭੱਜਿਆ ਜਾ ਰਿਹਾ ਸੀ। ਉਹ ਲੋਕ ਕੌਣ ਸਨ? ਉਹਨਾਂ ਨਾਲ ਉਹਨਾਂ ਦੀ ਕੀ ਦੁਸ਼ਮਣੀ ਸੀ? ਉਹਨਾਂ ਲੋਕਾਂ ਨੇ ਕਿਸੇ ਦਾ ਕੁਝ ਵਿਗਾੜਿਆ ਸੀ? ਇਹ ਸਭ ਖਿਆਲ ਉਸ ਵਕਤ ਦਬ ਗਏ ਸਨ। ਸਿਰਫ ਇੱਕ ਮੰਜ਼ਿਲ ਸਾਹਮਣੇ ਸੀ, ਸ਼ਿਕਾਰ, ਸ਼ਿਕਾਰ, ਸ਼ਿਕਾਰ। ਜੰਗਲ ਦਾ ਖੂਨ ਆਵਾਜ਼ਾਂ ਮਾਰ ਰਿਹਾ ਸੀ। ਗੁੱਲ ਪੁਰਾਣੇ ਪੁਲ ਤੋਂ ਦੇਖ ਰਿਹਾ ਸੀ। ਖਾਨਾ ਬਦੋਸ਼ਾਂ ਦੇ ਤੰਬੂਆਂ ਨਾਲ ਭਰੇ ਹੋਏ ਮੈਦਾਨ ਨੂੰ ਚਾਰੇ ਪਾਸਿਓਂ ਘੇਰ ਲਿਆ ਗਿਆ। ਉਹਨਾਂ ਦੇ ਤੰਬੂਆਂ ਨੂੰ ਅੱਗ ਲਾਈ ਜਾ ਰਹੀ ਸੀ। ਖਾਨਾ ਬਦੋਸ਼ ਪੂਰੀ ਜਦੋਜਹਿਦ ਕਰ ਰਹੇ ਸਨ, ਪਰ ਉਹਨਾਂ ਦੀ ਗਿਣਤੀ ਬਹੁਤ ਘੱਟ ਸੀ ਤੇ ਹਮਲਾਵਰਾਂ ਦੀ ਜ਼ਿਆਦਾ। ਹਮਲਾ ਅਚਾਨਕ ਹੋਇਆ ਸੀ। ਰਾਮ ਦੀ ਚੁੱਪਚਾਪ ਵਿੱਚ
ਰਾਤ ਦੀ ਚੁੱਪਚਾਪ 'ਚ ਇਸ ਲਈ ਖਾਨਾ ਬਦੋਸ਼ਾਂ ਦੀ ਬਸਤੀ 'ਚ ਹੜਬੜਾਹਟ ਫੈਲ ਗਈ। ਉਹਨਾਂ ਦੇ ਬੱਚੇ ਚੀਕਾਂ ਮਾਰ ਰਹੇ ਸਨ, ਔਰਤਾਂ ਇੱਧਰ ਉੱਧਰ ਭੱਜੀਆਂ ਫਿਰਦੀਆਂ ਸਨ, ਆਪਦੇ ਆਪ ਨੂੰ ਬਚਾਉਣ ਲਈ ਹੱਥ ਪੈਰ ਮਾਰ ਰਹੀਆਂ ਸਨ। ਗੁਲ ਪੁਲ ਤੋਂ ਦੇਖ ਰਿਹਾ ਸੀ, ਇੱਕਦਮ ਅਜੀਬ ਜੀ ਹਲਚਲ ਉਹਦੇ ਦਿਲ 'ਚ ਉੱਠੀ। ਇਹ ਉਹਦੇ ਦੁਸ਼ਮਣਾਂ ਦਾ ਕਬੀਲਾ ਸੀ, ਫਿਰ ਵੀ ਉਹਦੀ ਲਾਚੀ ਦਾ ਕਬੀਲਾ ਸੀ। ਉਹ ਲਾਚੀ ਜੋ ਉਹਦੀ ਵਜ੍ਹਾ ਕਰਕੇ ਜੇਲ੍ਹ 'ਚ ਸੀ, ਉਸੇ ਕਬੀਲੇ 'ਚ ਉਹਦੇ ਮਾਪੇ ਸਨ, ਬਹੁਤ ਬੁਰੇ, ਬੇਹੱਦ ਬੁਰੇ, ਪਰ ਉਹਦੀ ਲਾਚੀ ਦੇ ਮਾਪੇ ਸਨ। ਉਹ ਪੁਲ ਤੋਂ ਖੜਾ ਕੰਬਣ ਲੱਗਿਆ ਤੇ ਫਿਰ ਤੇਜ਼ੀ ਨਾਲ ਪੁਲ ਤੋਂ ਉਤਰ ਕੇ ਮੈਦਾਨ 'ਚ ਚਲਾ ਗਿਆ। ਪਰ ਗੁਲ ਉੱਥੇ ਕੀ ਕਰ ਸਕਦਾ ਸੀ? ਉਹ ਲੋਕ ਗਿਣਤੀ 'ਚ ਬਹੁਤ ਘੱਟ ਸਨ ਤੇ ਗੁਲ ਇਕੱਲਾ ਸੀ। ਇਕੱਲਾ ਆਦਮੀ ਕਿੰਨੇ ਆਦਮੀਆਂ ਨਾਲ ਭਿੜ ਸਕਦਾ ਸੀ? ਜਦ ਇੱਕ ਡਾਂਗ ਉਹਦੀ ਲੱਤ ਤੇ ਪਈ, ਉਹ ਇੱਕ ਖੂੰਜੇ 'ਚ ਡਿੱਗ ਪਿਆ ਤੇ ਚੱਕਰ ਖਾ ਕੇ ਮੁੱਧਾ ਹੋ ਗਿਆ। ਅਗਲੇ ਕੁਝ ਪਲਾਂ ਵਿੱਚ 2-4 ਕਦਮ ਉਹਦੇ ਸਰੀਰ ਨੂੰ ਮਿੱਧ ਕੇ ਅੱਗੇ ਵੱਧ ਗਏ। ਉਹਨੂੰ ਉਹਨਾਂ ਕਦਮਾਂ ਦੇ ਬੋਲ ਦਾ ਇੰਨਾ ਅਹਿਸਾਸ ਨਹੀਂ ਸੀ ਜਿੰਨਾ ਆਪਣੀ ਲੱਤ ਦੇ ਦਰਦ ਦਾ। ਬੜੀ ਮੁਸ਼ਕਲ ਨਾਲ ਉੱਠਿਆ, ਲੰਗੜਾਉਂਦਾ ਹੋਇਆ ਉਸ ਪੁਲ ਵੱਲ ਹੋ ਤੁਰਿਆ। ਉਹਦਾ ਇਰਾਦਾ ਸੀ ਪੁਲਿਸ ਨੂੰ ਟੈਲੀਫੋਨ ਕਰੇ, ਪਰ ਹੁਣ ਉਹਨੂੰ ਇਹ ਸਭ ਕੁਝ ਬੇਕਾਰ ਲੱਗਿਆ। ਉਹ ਉਸ ਜਗ੍ਹਾ ਤੋਂ ਉਸ ਉਜਾੜੇ ਨੂੰ ਬਾਖੂਬੀ ਵੇਖ ਸਕਦਾ ਸੀ। ਖਾਨਾ ਬਦੋਸ਼ਾਂ ਦੇ ਤੰਬੂ ਜਲ ਰਹੇ ਸਨ। ਲੋਕ ਮਸ਼ਾਲਾਂ ਚੁੱਕੇ ਖਾਨਾ ਬਦੋਸ਼ਾਂ ਦੀ ਤਲਾਸ਼ 'ਚ ਇੱਧਰ ਉੱਧਰ ਘੁੰਮ ਰਹੇ ਸਨ। ਬਹੁਤ ਸਾਰੇ ਖਾਨਾ ਬਦੋਸ਼ ਤੇ ਉਹਨਾਂ ਦੀਆਂ ਔਰਤਾਂ ਭੱਜ ਗਈਆਂ ਸਨ। ਬੱਚੇ ਡਰੇ ਸਹਿਮੇ ਹੋਏ ਰੋ ਰਹੇ ਸਨ। ਮਾਸੂਮੀਅਤ ਵਿੱਚ ਹਮਲਾਵਰਾਂ ਤੋਂ ਆਪਣੇ ਮਾਂ-ਬਾਪ ਬਾਰੇ ਪੁੱਛ ਰਹੇ ਸਨ। ਇੱਕ ਗੁੰਡੇ ਨੇ ਖਾਨਾ ਬਦੋਸ਼ ਔਰਤ ਨੂੰ ਫੜ ਲਿਆ ਤੇ ਚਾਕੂ ਨਾਲ ਚੀਰ ਕੇ ਉਹਦੇ ਕੱਪੜੇ ਲਾਹ ਰਿਹਾ ਸੀ। ਉਹ ਆਪਣੇ ਹੱਥ ਨਾਲ ਹੀ ਕੱਪੜੇ ਲਾਹ ਸਕਦਾ ਸੀ, ਪਰ ਸ਼ਾਇਦ ਚਾਕੂ ਨਾਲ ਉਹਨੂੰ ਵੱਧ ਮਜ਼ਾ ਆ ਰਿਹਾ ਸੀ। ਉਹ ਕੱਲਾ ਕੱਪੜਾ ਚੀਰ ਕੇ ਖਾਨਾ ਬਦੋਸ਼ ਔਰਤ ਨੂੰ ਨੰਗੀ ਕਰ ਰਿਹਾ ਸੀ। ਹੁੰਦਿਆਂ ਉਸ ਖਾਨਾ ਬਦੋਸ਼ ਔਰਤ ਦੇ ਦੁਆਲੇ ਗੁੰਡਿਆਂ ਦੀ ਭੀੜ ਜਮ੍ਹਾਂ ਹੋ ਗਈ। ਉਹ ਲੋਕ ਸ਼ਰਾਬ ਦੀਆਂ ਬੋਤਲਾਂ ਮੂੰਹ ਨਾਲ ਲਾਈ ਖੁਸ਼ੀ ਨਾਲ ਨੱਚ ਰਹੇ ਸਨ। ਗੁਲ ਨੇ ਆਪਣੇ ਹੱਥ ਆਪਣੀਆਂ ਅੱਖਾਂ ਤੇ ਰੱਖ ਲਏ, ਫਿਰ ਦੌੜਦਾ ਹੋਇਆ ਸਟੇਸ਼ਨ ਯਾਰਡ ਤੋਂ ਬਾਹਰ ਨਿਕਲ ਗਿਆ ਤੇ ਸਿੱਧਾ ਪੁਲਿਸ ਚੌਂਕੀ ਵੱਲ ਚਲਾ ਗਿਆ। ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਗੁੰਡਿਆਂ ਨੂੰ ਖਬਰ ਹੋ ਚੁੱਕੀ ਸੀ ਤੇ ਜਦ ਤੱਕ ਪੁਲਿਸ ਆਉਂਦੀ ਗੁੰਡੇ ਆਪਣੇ ਕੰਮ ਨੂੰ ਅੰਜਾਮ ਦੇ ਕੇ ਉੱਥੋਂ ਜਾ ਚੁੱਕੇ ਸੀ। ਪਰ ਜਦੋਂ ਪੁਲਿਸ ਵਾਰਦਾਤ ਵਾਲੀ ਥਾਂ ਤੇ ਪੁੱਜੀ, ਉਹਨੂੰ ਇੱਕ ਮੁਜਰਮ ਵੀ ਨਾ ਮਿਲਿਆ। ਮੈਦਾਨ ਸਾਫ਼ ਸੀ। ਖਾਨਾ ਬਦੋਸ਼ ਤੇ ਤੰਬੂ ਹੁਣ ਤੱਕ ਜਲ ਰਹੇ ਸਨ। 5-6 ਖਾਨਾ ਬਦੋਸ਼ ਸਖਤ ਜ਼ਖਮੀ ਹਾਲਤ 'ਚ ਤੜਪ ਰਹੇ ਸਨ। ਟੁੱਟੀਆਂ ਸੁਰਾਈਆਂ, ਘੜੇ, ਤਸਲੇ, ਐਲਮੀਨੀਅਮ ਦੇ ਭਾਂਡੇ ਮੈਦਾਨ 'ਚ ਖਿੰਡੇ ਪਏ ਸਨ। ਛੋਟੇ ਬੱਚੇ ਵੱਖ-ਵੱਖ ਖੂੰਜਿਆਂ 'ਚ ਲੁਕੇ ਹੋਏ ਸਨ, ਸਿਸਕੀਆਂ ਭਰ ਰੋ ਰਹੇ ਸੀ। ਬੱਚੇ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੀਆਂ ਮਾਵਾਂ ਦੀ ਬੇਪਤੀ ਕੀਤੀ ਗਈ, ਉਹਨਾਂ ਦੇ ਬਾਪਾਂ ਨੂੰ ਮਾਰਿਆ ਕੁੱਟਿਆ ਗਿਆ ਸੀ। ਸ਼ੈਤਾਨ ਦੇ ਚੇਲੇ ਦਰਿੰਦਗੀ ਤੇ ਗੁੰਡਾਗਰਦੀ ਦਾ ਨਾਚ ਨੱਚ ਕੇ ਉੱਥੋਂ ਚਲੇ ਗਏ ਸੀ। ਮਜ਼ਲੂਮ ਹੀ ਰਹਿ ਗਏ ਸੀ, ਪਰ ਮੁਜਰਮ ਕਿਤੇ ਵੀ ਨਜ਼ਰ ਨਹੀਂ ਸੀ ਆਉਂਦਾ। ਪੁਲਿਸ ਫੌਰਨ ਬਿਆਨ ਕਲਮਬੱਧ ਕਰਨ ਲੱਗੀ। ਸਿਪਾਹੀ ਤੇ ਸੰਤਰੀ ਨਾਕਿਆਂ ਤੇ ਇਲਾਕੇ ਦੀਆਂ ਗਲੀਆਂ 'ਚ ਗਸ਼ਤ ਕਰਨ ਲੱਗੇ। ਕੁਝ ਲੋਕ ਗ੍ਰਿਫਤਾਰ ਵੀ ਕੀਤੇ ਗਏ, ਪਰ ਉਹਨਾਂ 'ਚੋਂ ਬਹੁਤੇ ਉਹ ਸਨ ਜੋ ਇਸ ਵਾਰਦਾਤ ਸ਼ਾਮਲ ਹੀ ਨਹੀਂ ਸਨ। ਉਹ ਤਾਂ ਆਪਣੇ ਘਰਾਂ 'ਚ ਸੁੱਤੇ ਪਏ ਸਨ ਤੇ ਜਿਨ੍ਹਾਂ ਨੂੰ ਇਸ ਵਾਰਦਾਤ ਬਾਰੇ ਕੋਈ ਖਬਰ ਨਹੀਂ ਸੀ, ਬੱਕਰੇ। ਦੂਜੀ ਸਵੇਰ ਖਾਨਾ ਬਦੋਸ਼ਾਂ ਦਾ ਕਬੀਲਾ ਉੱਥੋਂ ਜਾ ਚੁੱਕਾ ਸੀ। ਮੈਦਾਨ ਖਾਲੀ ਸੀ। ਉੱਥੇ ਕੁਝ ਜਲੇ ਹੋਏ ਤੰਬੂ ਸਨ ਤੇ ਕੁਝ ਘੜੇ ਤੇ ਕੁਝ ਕਦਮਾਂ ਦੇ ਨਿਸ਼ਾਨ। 10-12 ਦਿਨਾਂ 'ਚ ਮਿਟ ਜਾਣਗੇ ਤੇ ਫਿਰ ਉਸ ਜਗ੍ਹਾ ਇਸ ਖੌਫਨਾਕ ਕਹਾਣੀ ਦਾ ਕੋਈ ਨਿਸ਼ਾਨ ਵੀ ਨਹੀਂ ਰਹੇਗਾ। ਖਾਨਾ ਬਦੋਸ਼ ਸਟੇਸ਼ਨ ਦੇ ਇਲਾਕੇ ਨੂੰ ਖਾਲੀ ਕਰ ਗਏ ਸਦਾ ਲਈ। ਹੁਣ ਉਹ ਕਦੇ ਵੀ ਵਾਪਸ ਨਹੀਂ ਆਉਣਗੇ। ਖੁਦਾ ਜਾਣਦਾ ਉਹ ਕਿੱਧਰ ਜਾਣਗੇ, ਕਿੱਥੇ ਆਪਣਾ ਡੇਰਾ ਜਮਾਉਣਗੇ, ਪਰ ਇਸ ਥਾਂ ਵਾਪਸ ਨਹੀਂ। ਇਲਾਕੇ ਦੇ ਲੋਕਾਂ ਨੇ ਇਸ ਬਦਨੁਮਾ ਨੂੰ ਸਦਾ ਲਈ ਹਟਾ ਦਿੱਤਾ ਸੀ ਤੇ ਹੁਣ ਇਲਾਕੇ 'ਚ ਕਿਸੇ ਤਰ੍ਹਾਂ ਦੀ ਹਲਚਲ ਨਹੀਂ ਸੀ। ਦੂਜੇ ਦਿਨ ਦੁਕਾਨਾਂ ਆਮ ਵਾਂਗ ਖੁੱਲੀਆਂ। ਲੋਕ ਉਸੇ ਤਰ੍ਹਾਂ ਆਉਣ ਜਾਣ ਲੱਗੇ। ਪਾਨ ਵਾਲੇ, ਫਰੂਟ ਵਾਲੇ, ਟੈਕਸੀ ਵਾਲੇ ਸਭ ਆਪਣੇ ਗਾਹਕਾਂ ਦੀਆਂ ਮੰਗਾਂ ਪੂਰੀਆਂ ਕਰਨ 'ਚ ਰੁੱਝੇ ਸਨ। ਅੱਗ ਲਾਉਣ ਵਾਲੇ ਬੱਸ ਦੀ ਕਤਾਰ 'ਚ ਖੜੇ ਹੋ ਕੇ ਆਪਣੇ ਘਰਾਂ ਲਈ ਝੋਲਿਆਂ 'ਚ ਕੁਝ ਲਿਜਾ ਰਹੇ ਸਨ, ਜਿਹੜੇ ਲੋਕਾਂ ਨੇ ਕੱਲ ਰਾਤ ਖਾਨਾ ਬਦੋਸ਼ ਔਰਤਾਂ ਦੀ ਬੇਪਤੀ ਕੀਤੀ ਸੀ। ਉਹ ਇਸ ਵੇਲੇ ਹਰੀਆਂ ਪੱਤੀਆਂ 'ਚ ਫੁੱਲਾਂ ਨੂੰ ਲਪੇਟ ਕੇ ਆਪਣੀਆਂ ਔਰਤਾਂ ਲਈ ਲੈ ਜਾ ਰਹੇ ਸਨ। ਜ਼ਿੰਦਗੀ ਬਿਲਕੁਲ ਠੀਕ ਸੀ, ਦਰੁਸਤ ਤੇ ਸਹੀ ਸੀ ਤੇ ਬਿਲਕੁਲ ਉਸੇ ਤਰ੍ਹਾਂ ਸੀ ਜਿਵੇਂ ਇਹਨੂੰ ਹੋਣਾ ਚਾਹੀਦਾ ਸੀ। ਪਰ ਇਕੱਲੇ ਗੁਲ ਨੂੰ ਕੁਝ ਅਜੀਬ ਜਿਹਾ ਪ੍ਰਤੀਤ ਹੋਇਆ ਸੀ ਤੇ ਜਦ ਮੁਲਾਕਾਤ ਦੇ ਦਿਨ ਉਹਨੇ ਲਾਚੀ ਨੂੰ ਮਿਲ ਕੇ ਸਭ ਕੁਝ ਦੱਸਿਆ ਤੇ ਉਹਦਾ ਦਿਲ ਤੜਫਣ ਲੱਗਿਆ ਤੇ ਉਹਦੇ ਦਿਲ ਵਿੱਚ ਇੱਕ ਅਣਜਾਣ ਸੜਕ ਦੀ ਯਾਦ ਆਈ ਜੋ ਪਹਾੜੀਆਂ, ਮੈਦਾਨਾਂ ਤੇ ਵਾਦੀਆਂ 'ਚੋਂ ਗੁਜ਼ਰ ਜਾਂਦੀ ਹੈ, ਜਿਸ ਤੇ ਖਾਨਾ ਬਦੋਸ਼ਾਂ ਦਾ ਕਾਫਲਾ ਕਿਸੇ ਅਣਜਾਣ ਮੰਜ਼ਿਲ ਵੱਲ ਚੱਲਦਾ ਰਹਿੰਦਾ ਹੈ। ਉਹਨੇ ਘਬਰਾ ਕੇ ਗੁਲ ਦੇ ਸੀਨੇ ਤੇ ਆਪਣਾ ਸਿਰ ਰੱਖ ਦਿੱਤਾ ਤੇ ਫੁੱਟ ਕੇ ਰੋਣ ਲੱਗੀ। ਧੰਨਵਾਦ।